सतनाम श्री वाहिगुरु साहिब जी। एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद। एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद। एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद। एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद। एक ओंकार सतनाम करता पुरख निर्भय निर्वैर अकाल मूरत आजुनी सैभं गुर प्रसाद। वाहिगुरु जी का खालसा वाहिगुरु जी की फतेह। गुरु रूप प्यारे साध संगत जीओ, आप जी का सलाह दे पेज ते अज दे सैशन दे विच निघा स्वागत है जी। जी आया नूं। अज का जिहड़ा टॉपिक है वो एक ऐसा टॉपिक है जो जाने अनजाने, चाहते हुए या ना चाहते हुए, ये चीज़ सानू सारियां नू इफेक्ट करती है। अज असीं गल करांगे साडे कॉन्स्टिट्यूशन विच सानू मिली ड्यूटीज़ और राइट्स के बारे, बिकॉज लॉ हर एक दी जिंदगी नू डायरैक्टली इनडायरैक्टली इफेक्ट करता है। असीं लॉ पढ़ीए ना पढ़ीए, असीं लॉ के बारे जानिए या ना जानिए, बट वो सानू इफेक्ट करता है। किस तरह किवें, इस बारे साडे नाल गल करन लई अज दे जिहड़े साडे मेहमान ने, मैं पहले उन्हां नू स्क्रीन ते नाल जोड़दा, उस तो बाद असीं उन्हां दा इंट्रोडक्शन आप जी नू देने। वीर जी जी आया नू जी। वाहिगुरु जी का खालसा वाहिगुरु जी का खालसा वाहिगुरु वाहिगुरु जी की जी की फतेह। मैं आप जी का पहले इंट्रोडक्शन संगत को देना चाहना। बहुत ही यंग डायनेमिक परसनैलिटी ने, इन्हां दा नाम है हरप्रीत सिंह होरा। ही इज़ अ वेरी यंग लॉयर एंड पंथक कई तरह के मुद्दों के उत्ते इन्होंने कानूनी तौर पर साड़ी लड़ाई को लड़िया, जिमें कि चाहे वो 1984 के एंटी सिख राइट्स के विक्टम्स एंड सर्वाइवल्स के बिहाफ से होवे, जिमें कि
ਆਪ ਜੀ ਸਾਰਿਆਂ ਨੂੰ ਪਤਾ ਹੈ, ਜਿਵੇਂ ਸੱਜਣ ਕੁਮਾਰ ਜੋ ਕਨਵਿਕਸ਼ਨ ਹੋਇਆ ਹੈ 1984 ਦੇ ਐਂਟੀ ਸਿਕਰੋਇਡਸ ਦੇ ਵਿੱਚ, ਉਸ ਦੇ ਵਿੱਚ ਵੀ ਆਪ ਜੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਸ ਦੇ ਵਿੱਚ ਜਿਹੜੀ ਮਾਹਲਪੁਰ ਕਿਲਿੰਗ ਹੋਈ ਹੈ ਇਸ 1984 ਦੇ ਦੌਰਾਨ, ਉਸ ਦੇ ਵਿੱਚ ਵੀ ਉਹਨਾਂ ਦੇ ਸਰਵਾਈਵਰਸ ਦੇ ਨਾਲ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਔਰ ਡੈਥ ਪੈਨਲਟੀ ਦੀ ਜਿਹੜੀ ਸਜ਼ਾ ਮਿਲੀ ਹੈ, ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਦਾ ਜਿਹੜਾ ਕੰਮ ਹੈ ਉਹ ਪ੍ਰਿਜ਼ਨ ਰਿਫਾਰਮਸ ਤੋਂ ਲੈ ਕੇ ਤਿਹਾੜ ਜੇਲ੍ਹ ਦੇ ਵਿੱਚ ਕੈਮਰੇ ਦੀ ਇੰਸਟਾਲੇਸ਼ਨ ਨੂੰ ਲੈ ਕੇ, ਇਨਵਾਇਰਮੈਂਟਲ ਪੋਲਿਊਸ਼ਨ ਕੇਸਿਸ ਤੋਂ ਲੈ ਕੇ ਹੋਰ ਕਈ ਕਮਿਊਨਿਟੀ ਵੈਲਫੇਅਰ ਦੇ ਕੇਸਿਸ ਆਪ ਜੀ ਲੜਦੇ ਰਹੇ ਨੇ। ਇਹ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਐਂਡ ਜੂਨੀਅਰ ਕਾਉਂਸਲ ਇਨ ਦਿੱਲੀ ਹਾਈ ਕੋਰਟ, ਜਿਹੜਾ 2018 ਇਸ ਜਿਹੜਾ ਕੇਸ ਹੋਇਆ ਸੀ, ਜਿਸ ਨੂੰ ਬਹੁਤ ਜ਼ਿਆਦਾ ਸਿੱਖਾਂ ਦੇ ਵਿਰੋਧ ਸੀ, ਜਿਸ ਦੇ ਨੀਟ ਐਗਜ਼ਾਮ ਦੇ ਵਿੱਚ ਕੜਾ ਤੇ ਕਿਰਪਾਨ ਪਾਉਣ ਤੇ ਰੋਕ ਲਗਾਈ ਗਈ ਸੀ, ਉਸ ਕੇਸ ਨੂੰ ਵੀ ਆਪ ਜੀ ਨੇ ਯੋਗਦਾਨ ਦਿੱਤਾ ਹੈ, ਲੜਿਆ ਹੈ ਸਾਡੀ ਤਰਫੋਂ। ਇਹਨਾਂ ਦਾ ਪਹਿਲੇ ਤੇ ਬਹੁਤ ਨਿੱਘਾ ਸਵਾਗਤ ਜੀ। ਸਾਡੀ ਕੌਮ ਨੂੰ ਬਹੁਤ ਜ਼ਰੂਰਤ ਹੈ ਲਾਅ ਔਰ ਆਪਣੇ ਲਾਈਫਸ ਔਰ ਡਿਊਟੀਜ਼ ਬਾਰੇ ਪਤਾ ਹੋਵੇ, ਇਸ ਗੱਲ ਨੂੰ ਸਮਝਣ ਦੀ। ਤੇ ਮੈਂ ਆਪ ਜੀ ਤੋਂ ਪਹਿਲਾ ਸਵਾਲ ਜਿਹੜਾ ਪੁੱਛਣਾ ਚਾਹਨਾ ਉਹ ਇਹ ਹੈ ਕਿ ਹਾਊ ਦੀ ਲਾਅ ਇਜ਼ ਅ ਪਾਰਟ ਆਫ ਆਰ ਲਾਈਫ, ਹਾਊ ਮਚ ਇਟ ਇਜ਼ ਇੰਟੀਗ੍ਰੇਟਿਡ ਇਨ ਆਵਰ ਲਾਈਫ, how each and every task we do in our life is written somewhere in the law। ਇਹਦਾ ਭਾਵ ਹੈ ਕਿ ਲਾਅ ਜੋ ਹੈ, ਜੋ ਕਾਨੂੰਨ ਹੈ, ਉਹ ਸਾਡੀ ਜ਼ਿੰਦਗੀ ਨੂੰ ਕਿਵੇਂ ਇਫੈਕਟ ਕਰਦਾ ਹੈ ਔਰ ਕਿਵੇਂ ਇੱਕ ਸਾਡਾ ਅੰਗ ਬਣ ਚੁੱਕਾ ਹੈ ਜ਼ਿੰਦਗੀ ਦਾ, ਔਰ ਕਿਸ ਤਰ੍ਹਾਂ ਸਾਡੇ ਲਾਈਫ ਨੂੰ ਇਫੈਕਟ ਕਰਦਾ ਹੈ ਔਰ ਸਾਡੇ ਜੀਵਨ ਵਿੱਚ ਅਸੀਂ ਜੋ ਵੀ ਕਰ ਰਹੇ ਹਾਂ ਉਹ ਲਾਅ ਤੋਂ ਕਿਵੇਂ ਰਿਲੇਟ ਹੁੰਦਾ ਹੈ। ਇੱਥੋਂ ਮੈਂ ਗੱਲ ਸ਼ੁਰੂ ਕਰਨਾ ਚਾਹਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਆਈ ਐਮ ਸੋ ਗ੍ਰੇਟਫੁਲ ਟੂ ਯੂ। ਤੁਸੀਂ ਥੋੜੀ ਜਿਹੀ ਐਗਜ਼ੈਜਰੇਸ਼ਨ ਵੀ ਕਰਤੀ ਇੰਟਰੋਡਕਸ਼ਨ ਕਰਨ ਲੱਗਿਆ। ਵੀ ਆਲ ਆਰ ਇਨ ਦਾ ਲਰਨਿੰਗ ਸਟੇਜ, ਸੋ ਮੇਰਾ ਬੜਾ ਛੋਟਾ ਯੋਗਦਾਨ ਹੈ, ਸਾਰੇ ਸਿੱਖ ਰਹੇ ਹਾਂ, ਸੋ ਮੈਂ ਵੀ ਸਿੱਖ ਰਿਹਾ, ਗੁਰੂ ਮਹਾਰਾਜ ਦੀ ਕਿਰਪਾ ਹੈ ਜੀ। ਬਾਕੀ ਹੁਣ ਮੈਂ ਤੁਹਾਡੇ ਸਵਾਲ ਤੇ ਆਉਣਾ ਜੀ। ਜਿਸ ਤਰ੍ਹਾਂ ਤੁਸੀਂ ਆਖਿਆ ਵੀ ਮੈਂ ਅੰਗਰੇਜ਼ੀ ਔਰ ਪੰਜਾਬੀ ਥੋੜਾ ਮਿਕਸ ਕਰਕੇ ਜਿਸ ਤਰ੍ਹਾਂ ਮੈਨੂੰ ਹੋਏਗਾ ਉਸ ਤਰ੍ਹਾਂ ਮੈਂ ਗੱਲ ਕਰਾਂਗਾ ਕਿ ਕਾਨੂੰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਗਵਰਨੈਂਸ ਲੈਵਲ ਤੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਗੱਲ ਕਰਦੇ ਹਾਂ, ਤੇ ਕੋਈ ਆਦਮੀ ਚਾਹੇ ਉਹ ਦਿੱਲੀ 'ਚ ਐਡਮਿਨਿਸਟ੍ਰੇਸ਼ਨ ਦੇ ਸੈਂਟਰ 'ਚ ਬੈਠਾ ਹੋਵੇ ਜਾਂ ਹਿੰਦੁਸਤਾਨ ਦੇ ਕਿਸੇ ਟਰਾਈਬਲ ਏਰੀਆ, ਕਿਸੇ ਆਦੀਵਾਸੀ ਇਲਾਕੇ 'ਚ ਬੈਠਾ ਹੋਵੇ, ਕਿਸੇ ਉਹ ਅਰਬਨ ਏਰੀਆ 'ਚ ਬੈਠਾ ਜਾਂ ਰੂਰਲ ਏਰੀਆ 'ਚ ਬੈਠਾ, ਕਿਸੇ ਵੀ ਕੌਮ ਦਾ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਕਮਿਊਨਿਟੀ ਦਾ ਜਿਹੜਾ ਸਿਟੀਜ਼ਨ ਹੈਗਾ, ਉਸ ਦੀ ਜ਼ਿੰਦਗੀ 'ਚ ਲਾਅ ਜਿਹੜਾ ਉਹ ਬਹੁਤ ਜ਼ਿਆਦਾ ਇੰਟੀਗ੍ਰੇਟਿਡ ਹੈਗਾ। ਮੈਂ ਹੁਣ ਇਹਨੂੰ ਥੋੜਾ ਜਿਹਾ ਹੋਰ ਨੈਰੋ ਕਰਨ ਵਾਸਤੇ ਮੈਂ ਇੱਕ ਐਗਜ਼ਾਮਪਲ ਦੇ ਦੇਣਾ। ਜਿਸ ਤਰ੍ਹਾਂ ਮੈਂ ਇੱਕ ਆਮ ਸਿੱਖ ਹੋਣ ਦੇ ਨਾਤੇ ਮੈਂ ਸੁਸਾਇਟੀ 'ਚ ਵੀ ਵਿਚਰਦਾ, ਮੈਂ ਸੜਕ ਤੇ ਵੀ ਚੱਲਦਾ, ਮੈਂ ਐਂਟਰੈਂਸ ਐਗਜ਼ਾਮ ਵੀ ਲਿਖਦਾ। ਮੈਂ ਐਂਟਰੈਂਸ ਐਗਜ਼ਾਮ ਸਪੈਸੀਫਿਕਲੀ ਇਸ ਲਈ ਕਿਹਾ ਕਿਉਂਕਿ ਤੁਸੀਂ ਨੀਟ ਵਾਲੀ ਅਸੀਂ ਗੱਲ ਕੀਤੀ ਹੈ, ਮੈਂ ਉਸ ਤੇ ਵੀ ਜ਼ਰੂਰ ਤੁਹਾਡੇ ਨਾਲ ਥੋੜੀ 1-2 ਮਿੰਟ ਦੀ ਗੱਲ ਜ਼ਰੂਰ ਕਰਾਂਗਾ। ਸੋ ਮੈਂ ਸੜਕ ਤੇ ਵੀ ਨਿਕਲਾਂਗਾ, ਮੈਂ ਸੁਸਾਇਟੀ 'ਚ ਵੀ ਵਿਚਰਾਂਗਾ, ਮੈਂ ਆਪਣੀ ਜਿਹੜੇ ਮੇਰੀ ਕੌਮ ਦੇ ਮੈਂਬਰਸ ਨੇ ਮੈਂ ਉਹਨਾਂ ਨਾਲ ਵੀ ਇੰਟਰੈਕਟ ਕਰਾਂਗਾ, ਔਰ ਜਿਹੜੇ ਨੌਨ ਕਮਿਊਨਿਟੀ ਮੇਰੇ ਨੌਨ ਸਿੱਖ ਮੈਂਬਰਸ ਨੇ ਫੋਰ ਐਗਜ਼ਾਮਪਲ, ਉਹਨਾਂ ਨਾਲ ਵੀ ਅਸੀਂ ਸਾਰਾ ਜਿਹੜਾ ਸਾਡਾ ਉਹਨਾਂ ਨਾਲ ਮੇਲ ਮਿਲਾਪ ਹੁੰਦਾ ਹੈ, ਅਸੀਂ ਸੁਸਾਇਟੀ 'ਚ ਉਹਨਾਂ ਨਾਲ ਵੀ ਉੱਠਦੇ ਬੈਠਦੇ ਹਾਂ। ਸੋ ਉਹ ਕਾਨੂੰਨ ਹੀ ਹੈਗਾ ਜਿਹੜਾ ਇਸ ਪੂਰੀ ਸਿਸਟਮ ਨੂੰ ਗਵਰਨ ਕਰਦਾ, ਜਿਹੜਾ ਦੱਸਦਾ ਹੈ ਕਿ ਜੇ ਮੇਰੇ ਨਾਲ ਕੋਈ ਗਲਤ ਹੁੰਦਾ ਹੈ ਤਾਂ ਉਹਦੇ ਵਾਸਤੇ ਮੇਰੇ ਕੋਲ ਕੀ ਰੈਮੇਡੀ ਹੈਗੀ ਹੈ, ਔਰ ਜੇ ਸਰਕਾਰ ਜਾਂ ਅਥਾਰਟੀਜ਼ ਜਾਂ ਐਡਮਿਨਿਸਟ੍ਰੇਸ਼ਨ ਮੇਰੇ ਖਿਲਾਫ ਕੁਝ ਗਲਤ ਕਰਦੀਆਂ ਨੇ ਤੇ ਉਹਦੇ ਵਾਸਤੇ ਮੇਰੇ ਕੋਲ ਕੀ ਰੈਮੇਡੀਜ਼ ਹੈਗੀਆਂ। ਉਸ ਦੇ ਨਾਲ ਨਾਲ ਇਹ ਕਾਨੂੰਨ ਹੀ ਹੈਗਾ ਜਿਹੜਾ ਹਰ ਸਿਟੀਜ਼ਨ ਉੱਤੇ ਕੁਝ ਡਿਊਟੀਜ਼ ਵੀ ਰੱਖਦਾ, ਵੀ ਇਹ ਡਿਊਟੀਜ਼ ਸਾਨੂੰ ਐਜ਼ ਅ ਸਿਟੀਜ਼ਨ ਜ਼ਰੂਰ ਉਹਨਾਂ ਦਾ ਨਿਰਵਾਹ ਕਰਨਾ, ਅਸੀਂ ਉਹ ਰਿਸਪੌਂਸਿਬਿਲਿਟੀਜ਼ ਡਿਸਚਾਰਜ ਕਰਨੀਆਂ ਨੇ, ਤਾਂ ਕਿ ਜੋ ਸਿਵਿਕ ਫਰੀਡਮ ਮੈਂ ਆਪਣੇ ਵਾਸਤੇ ਚਾਹ ਰਿਹਾ ਇੱਕ ਕਮਿਊਨਿਟੀ ਦਾ, ਸੁਸਾਇਟੀ ਦਾ ਮੈਂਬਰ ਹੋਣ ਕਰਕੇ, ਉਹੀ ਸਿਵਿਕ ਫਰੀਡਮ ਮੈਂ ਕਿਸੇ ਹੋਰ ਦੀ ਵੀ ਇਨਫ੍ਰਿੰਜ ਨਾ ਕਰਾਂ, ਮੈਂ ਕਿਸੇ ਹੋਰ ਦਾ ਵੀ ਰਾਈਟ ਜਿਹੜਾ ਹੈਗਾ ਉਹ ਵਾਇਲੇਟ ਨਾ ਕਰਾਂ। ਬਟ ਐਟ ਦ ਸੇਮ ਟਾਈਮ ਮੈਂ, ਕਿਉਂਕਿ ਅਸੀਂ ਕੌਨਸ਼ੀਅਸ ਹੁੰਦੇ ਹਾਂ ਆਪਦੇ ਰਾਈਟਸ ਵਾਸਤੇ, ਅਸੀਂ ਕਹਿੰਦੇ ਵੀ ਸਾਡਾ ਰਾਈਟ ਕਦੀ ਵਾਇਲੇਟ ਨਾ ਹੋਵੇ। ਸੋ ਹੈਂਡ ਇਨ ਹੈਂਡ ਇਹ ਵੀ ਜਾਂਦਾ ਵੀ ਸਾਡੀਆਂ ਕੋਈ ਡਿਊਟੀਜ਼ ਵੀ ਨਹੀਂ ਕਿ ਅਸੀਂ ਕਿਸੇ ਹੋਰ ਦਾ ਰਾਈਟ ਵੀ ਨਾ ਵਾਇਲੇਟ ਕਰੀਏ। ਸੋ ਲਾਅ ਜਿਹੜਾ ਹੈਗਾ, ਹੁਣ ਜਿਸ ਤਰ੍ਹਾਂ ਮੈਂ ਇਹ ਗੱਲ ਕੀਤੀ ਕਿ ਮੈਂ ਸੁਸਾਇਟੀ 'ਚ ਵਿਚਰਨਾ, ਮੈਂ ਇਹ ਸਾਰੇ ਕੰਮ ਵੀ ਕਰਨੇ ਨੇ, ਮੈਂ ਅੱਜ ਜਿਹੜੀ ਗੱਲ ਕਰਾਂਗਾ ਮੇਨਲੀ ਮੈਂ ਉਹ 4 ਮੇਜਰ ਐਸਪੈਕਟਸ ਤੇ ਉਹ ਗੱਲ ਕਰਾਂਗਾ। ਪਹਿਲੀ ਮੈਂ ਗੱਲ ਕਰਾਂਗਾ ਸਿੱਖਾਂ ਦੇ ਜਿਹੜੇ 2 ਆਰਟੀਕਲਸ ਆਫ ਫੇਥ ਹੈਗੇ ਨੇ, ਜਿਨ੍ਹਾਂ ਨੂੰ ਲੈ ਕੇ ਲਾਅ ਦੀ ਸਾਡੀ ਕਈ ਵਾਰੀ ਇਹ ਬੋਨ ਆਫ ਕੰਟੈਂਸ਼ਨ ਬਣੇ ਨੇ, ਕਈ ਵਾਰੀ ਇਹ
ਕਾਨੂੰਨੀ ਮਸਲਿਆਂ ਦਾ ਕਾਰਨ ਬਣੇ ਨੇ, ਉਹ ਹੈਗਾ ਇੱਕ ਤਾਂ ਕੜਾ ਔਰ ਦੂਸਰਾ ਕਿਰਪਾਨ। ਸੋ ਉਹ ਮੈਂ ਸਭ ਤੋਂ ਪਹਿਲਾਂ ਤਾਂ ਉਸ ਬਾਰੇ ਅਸੀਂ ਗੱਲ ਕਰਾਂਗੇ। ਕਿਰਪਾਨ ਦੀ ਮੈਂ ਇੱਕ ਚੀਜ਼, ਮੈਂ ਕਿਉਂਕਿ ਆਪ ਜੀ ਨੂੰ ਰਿਕੁਐਸਟ ਵੀ ਕੀਤੀ ਸੀ ਕਿ ਕਿਰਪਾਨ ਦੀ ਜਿਹੜੀ ਲੈਜਿਸਲੇਟਿਵ ਹਿਸਟਰੀ ਹੈ ਉਸ ਤੇ ਮੈਂ ਥੋੜਾ ਜਿਹਾ 4-5 ਮਿੰਟ ਦਾ ਮੈਂ ਜ਼ਰੂਰ ਗੱਲ ਕਰਨਾ ਚਾਹੂੰਗਾ, ਕਿਉਂਕਿ ਮੈਂ ਉਸ ਤੇ ਰਿਸਰਚ ਵੀ ਕੀਤੀ ਹੈ, ਉਹ ਟੌਪਿਕ ਮੇਰੇ ਦਿਲ ਦੇ ਵੀ ਬੜਾ ਕਰੀਬ ਹੈ। ਪਲੱਸ ਬਿਲਕੁਲ ਦੂਜਾ ਜਿਹੜਾ ਮੇਨ ਕਾਰਨ ਹੈ ਉਹ ਮੈਂ ਲੈਜਿਸਲੇਟਿਵ ਹਿਸਟਰੀ ਤੇ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਦੇਖੋ ਅਸੀਂ ਛੋਟੇ ਹੁੰਦੇ ਸੀ ਨਾ, ਮੈਂ ਤੁਹਾਡੇ ਨਾਲ ਇੱਕ ਪਰਸਨਲ ਲੈਵਲ ਤੇ ਵੀ ਗੱਲ ਸ਼ੇਅਰ ਕਰਦਾ ਵੀ ਮੇਰਾ ਬੈਕਗ੍ਰਾਉਂਡ ਅੰਮ੍ਰਿਤਸਰ ਸਾਹਿਬ ਤੋਂ ਹੈ, ਅੰਮ੍ਰਿਤਸਰ ਤੋਂ ਪੰਜਾਬ ਚ, ਤੇ ਅਸੀਂ ਹਰਿਮੰਦਰ ਸਾਹਿਬ ਜਾਂਦੇ ਸੀ। ਤੁਸੀਂ ਦੇਖੋ ਹਰਿਮੰਦਰ ਸਾਹਿਬ ਦੀ ਪਰਿਕਰਮਾ ਦਾ ਰਸਤਾ ਬੜਾ ਖੁੱਲ੍ਹਾ ਹੈ, ਬੜਾ ਚੌੜਾ ਹੈ। ਉਦੋਂ ਅਸੀਂ ਬੱਚੇ ਸੀਗੇ, ਸਾਨੂੰ ਇੰਨੀ ਸਮਝ ਨਹੀਂ ਸੀ, ਉਦੋਂ ਨਾ ਅਸੀਂ ਉਹ ਗਲੀਚੇ ਦੇ ਉੱਤੇ ਦੌੜਦੇ ਹੁੰਦੇ ਸੀਗੇ। ਸਾਨੂੰ ਸਾਡੇ ਘਰਦਿਆਂ ਨੇ ਕਹਿਣਾ ਕਿ ਬੇਟਾ ਏਦਾਂ ਦੌੜੀ ਦਾ ਨਹੀਂ ਹੁੰਦਾ, ਗੁਰੂ ਦੇ ਘਰ ਆਓ ਤੇ ਸਹਿਜ ਸੁਭਾਏ ਚੱਲੀ ਦਾ। ਸਾਨੂੰ ਨਾਰਮਲ ਲੱਗਦਾ ਸੀ ਵੀ ਐਜ਼ ਅ ਕਰਟਸੀ ਇਹ ਗੱਲ ਕਹਿੰਦੇ ਨੇ, ਐਜ਼ ਅ ਰਿਸਪੌਂਸਿਬਿਲਿਟੀ ਸਾਨੂੰ ਸਹਿਜ ਸੁਭਾਏ ਚੱਲਣਾ ਚਾਹੀਦਾ, ਦੌੜਨਾ ਨਹੀਂ ਚਾਹੀਦਾ, ਸੱਟ ਫੇਟ ਲੱਗ ਸਕਦੀ। ਫਿਰ ਜਦੋਂ ਥੋੜੀ ਸਮਝ ਆਈ ਉਦੋਂ ਘਰਦਿਆਂ ਨੇ ਇੱਕ ਗੱਲ ਕਹੀ ਕਿ ਬੇਟਾ ਜਦੋਂ ਤੁਸੀਂ ਦਰਬਾਰ ਸਾਹਿਬ ਆਪਣਾ ਹਰਿਮੰਦਰ ਸਾਹਿਬ ਜਦੋਂ ਚੱਲਦੇ ਹੋ ਨਾ, ਤੁਸੀਂ ਮਾਰਬਲ ਜਿਹੜਾ ਦੇਖਦੇ ਹੋ ਨਾ, ਤੁਹਾਨੂੰ ਨਹੀਂ ਪਤਾ ਕਿਸ ਪੱਥਰ ਦੇ ਥੱਲੇ ਕਿੰਨੇ ਸਿੰਘਾਂ ਨੇ ਆਪਣਾ ਖੂਨ ਡੋਲਿਆ। ਇਸ ਧਰਤੀ ਦਾ ਜ਼ਰਾ ਜ਼ਰਾ ਜਿਹੜਾ ਹੈ, ਚਾਹੇ ਉਹ ਕਿਰਪਾਨ ਦੀ ਲੜਾਈ ਹੈ, ਹੁਣ ਤੁਸੀਂ ਜਿੰਨੇ ਵੀ ਮੋਰਚੇ ਦੇਖੋ, ਮੇਰੀ ਤਾਂ ਦੇਖੋ ਮੈਂ ਐਜ਼ ਫਾਰ ਐਜ਼ ਮਾਈ ਲਿਟਲ ਨੌਲੇਜ ਗੋਜ਼, ਚਾਬੀਆਂ ਤੋਸ਼ੇਖਾਨੇ ਦੀਆਂ ਚਾਬੀਆਂ ਵਾਸਤੇ ਵੀ ਸਰਦਾਰਾਂ ਨੇ ਬੜੀ ਕਾਨੂੰਨੀ ਲੜਾਈ ਲੜੀ ਹੈ। ਇੱਕ ਜਿਹੜਾ ਸਿੱਖ ਗੁਰਦੁਆਰਾ ਐਕਟ ਸਾਨੂੰ 1925 ਚ ਮਿਲਿਆ, ਤੁਸੀਂ ਦੇਖੋਗੇ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਚੱਲੀ 1920 ਦੇ ਦਹਾਕਿਆਂ ਚ, ਉਹ ਇੱਕ ਕਾਨੂੰਨ ਲੈਣ ਵਾਸਤੇ ਕਿੰਨੇ ਲੋਕਾਂ ਨੇ ਜ਼ਿੰਦਗੀ ਆਪਣੀ ਜੇਲ੍ਹ ਚ ਗਾਲਤੀ, ਕਿੰਨੇ ਲੋਕਾਂ ਨੇ ਤਸ਼ੱਦਦ ਸਹਾਰਿਆ ਅੰਗਰੇਜ਼ਾਂ ਦੇ ਹੱਥੋਂ, ਉਸ ਟਾਈਮ ਦੀਆਂ ਸਰਕਾਰਾਂ ਦੇ ਹੱਥੋਂ। ਸੋ ਉਹ ਗੱਲਾਂ ਹੌਲੀ ਹੌਲੀ ਸਮਝ ਆਉਂਦੀਆਂ ਸੀ ਸਾਨੂੰ ਕਿ ਇਹਨਾਂ ਵਾਸਤੇ ਬੜੀ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਗਈਆਂ ਨੇ। ਮੈਂ ਇਸ ਲਈ ਕਹਿ ਰਿਹਾ ਵੀ ਕਿਰਪਾਨ ਦੀ ਲੈਜਿਸਲੇਟਿਵ ਪਰਸਪੈਕਟਿਵ ਤੋਂ ਮੈਂ ਉਹਦੀ ਹਿਸਟਰੀ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗਾ, ਕਿਉਂਕਿ ਇਹ ਬਹੁਤ ਘੱਟ ਜਗ੍ਹਾ ਤੇ ਟੱਚ ਕੀਤੀ ਗਈ ਹੈ। ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਸਿੱਖਾਂ ਨੇ ਬੜਾ ਲਹੂ ਡੋਲਿਆ ਕਿਰਪਾਨ ਦਾ ਅਧਿਕਾਰ ਲੈਣ ਵਾਸਤੇ, ਪਰ ਕਾਗਜ਼ੀ ਤੌਰ ਤੇ ਔਰ ਕਾਨੂੰਨੀ ਤੌਰ ਤੇ ਮੈਂ ਗੱਲ ਸ਼ੁਰੂ ਕਰਾਂਗਾ 1878 ਵਾਲੇ ਐਕਟ ਤੋਂ, ਆਰਮਜ਼ ਐਕਟ ਤੋਂ, ਜਿਸ ਤੋਂ ਬਾਅਦ ਲੈ ਕੇ 1922 ਦੀ ਪੰਜਾਬ ਗਵਰਨਮੈਂਟ ਦੀ ਜਿਹੜੀ ਐਗਰੀਮੈਂਟ ਸੀਗੀ ਅੰਗਰੇਜ਼ਾਂ ਦੇ ਦੌਰਾਨ, ਉੱਥੋਂ ਤੱਕ ਗੱਲ ਕਰਾਂਗਾ। ਔਰ ਫਿਰ ਮੈਂ ਇਹ ਵੀ ਗੱਲ ਕਰਾਂਗਾ 1 ਮਿੰਟ ਵਾਸਤੇ ਕਿ ਸੰਵਿਧਾਨ 'ਚ ਇਹ ਕਾਨੂੰਨ ਦਾ ਅਧਿਕਾਰ ਕਿਸ ਤਰ੍ਹਾਂ ਆ। ਤੀਸਰਾ ਟੌਪਿਕ ਜਿਹੜਾ ਮੈਂ ਅੱਜ ਟੱਚ ਕਰਨਾ ਚਾਹਾਂਗਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਮੈਂ ਜਦੋਂ ਕਿਹਾ ਕਿ ਐਂਟਰੈਂਸ ਐਗਜ਼ਾਮ ਦੀ ਵੀ ਮੈਂ ਗੱਲ ਕਰਾਂਗਾ, ਕੜੇ ਤੇ ਕਿਰਪਾਨ ਦੀ ਲੜਾਈ, ਕਿਉਂਕਿ ਇਹ ਦੇਖੋ ਹਿੰਦੁਸਤਾਨ, ਇੱਥੋਂ ਤੱਕ ਮੇਰੀ ਨੌਲੇਜ ਜਾਂਦੀ, ਹਿੰਦੁਸਤਾਨ 'ਚ ਇਹ ਲੜਾਈਆਂ ਬੜੀ ਦੇਰ ਦੀਆਂ ਲੜੀਆਂ ਗਈਆਂ ਨੇ, ਇਹਦੇ ਕਾਨੂੰਨ ਹੁਣ ਕੰਡੈਂਸ ਹੋ ਚੁੱਕੇ ਨੇ, ਕ੍ਰਿਸਟਲਾਈਜ਼ ਹੋ ਚੁੱਕੇ ਨੇ ਪ੍ਰੋਪਰ ਕੋਡੀਫਾਈਡ ਫਾਰਮ 'ਚ, ਪਰ ਅੱਜ ਵੀ ਦੁਨੀਆ ਦੇ ਕਈ ਦੇਸ਼ਾਂ 'ਚ ਇਹ ਲੜਾਈਆਂ ਲੜੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ 2 ਉਦਾਹਰਨਾਂ ਜ਼ਰੂਰ ਦੇਵਾਂਗੇ। ਇੱਕ ਕੈਨੇਡਾ 'ਚ ਕੇਸ ਹੋਇਆ ਸੀ, ਗੁਰਬਾਜ ਸਿੰਘ ਨਾਮ ਦਾ ਇੱਕ ਸਟੂਡੈਂਟ ਹੈਗਾ ਜਿਹਨੇ ਕਿਰਪਾਨ ਦੀ ਕਾਨੂੰਨੀ ਲੜਾਈ ਲੜੀ। ਕਿਊਬੈਕ ਇੱਕ ਪ੍ਰੋਵਿੰਸ ਹੈ ਉੱਥੇ, ਕਿਊਬੈਕ, ਉੱਥੇ ਉਹਨੂੰ ਕਿਰਪਾਨ ਦਾ ਰਾਈਟ ਨਹੀਂ ਮਿਲਿਆ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੀ ਸੁਪਰੀਮ ਕੋਰਟ 'ਚ ਕੇਸ ਕੀਤਾ ਸੀਗਾ। ਉਸ ਤੋਂ ਇਲਾਵਾ ਮੈਂ ਦੂਸਰਾ ਕੇਸ ਇੱਕ ਵੇਲਸ ਦੀ ਕੋਰਟ ਵਿੱਚ ਹੋਇਆ, ਜਿੱਥੇ ਸਾਰਿਕਾ ਨਾਮ ਦੀ ਇੱਕ ਸਟੂਡੈਂਟ ਸੀਗੀ, ਵਾਟਕਿਨਸ ਸਿੰਘ ਨਾਮ ਤੋਂ ਇਹ ਕੇਸ ਬੜਾ ਫੇਮਸ ਹੈਗਾ, ਜਿੱਥੇ ਉਸ ਸਟੂਡੈਂਟ ਨੇ ਕੜੇ ਦੀ ਲੜਾਈ ਲੜੀ ਹੈ ਔਰ ਜਿੱਤੀ ਵੀ ਹੈ। ਇਹ ਯੂਕੇ 'ਚ ਹੋਇਆ, ਵੇਲਸ 'ਚ ਕੇਸ ਹੋਇਆ। ਸੋ ਇਹ ਸਾਡੀ ਡੇਲੀ ਲਾਈਫ ਨੂੰ ਇੰਪੈਕਟ ਕਰਦੇ ਨੇ, ਕਿਉਂਕਿ ਜੇ ਤੁਸੀਂ ਏਅਰਪੋਰਟ ਤੇ ਜਾਓਗੇ, ਹੁਣ ਮੈਂ ਇਹਦਾ ਇੱਕ ਉਦਾਹਰਣ ਵੀ ਤੁਹਾਨੂੰ ਦੇ ਦੇਣਾ, 2018 'ਚ ਇੱਕ ਅਸੀਂ ਕੇਸ ਹੋਰ ਲੜਿਆ ਸੀ। ਇੱਕ ਸਟੂਡੈਂਟ ਸੀਗਾ, ਜਸਪ੍ਰੀਤ ਸਿੰਘ ਉਸ ਸਟੂਡੈਂਟ ਦਾ ਨਾਮ ਹੈਗਾ, ਉਸਨੂੰ ਉਹ ਅੱਜ ਕਿਉਂਕਿ 15 ਅਗਸਤ ਹੈ, ਮੈਨੂੰ ਕੋਇਨਸੀਡੈਂਟਲੀ ਇਹ ਗੱਲ, ਇਹ ਮੈਟਰ ਮੈਨੂੰ ਆਈ ਕੈਨ ਰਿਕਾਲ ਦਿਸ, ਉਹ ਉਸ ਟਾਈਮ ਸਪੀਚ ਸੁਣਨ ਵਾਸਤੇ ਜਾ ਰਿਹਾ ਸੀ ਰੈੱਡ ਫੋਰਟ, ਲਾਲ ਕਿਲ੍ਹਾ ਜੋ ਹੈ ਦਿੱਲੀ 'ਚ। ਉੱਥੇ ਉਸ ਸਟੂਡੈਂਟ ਨੂੰ ਰੋਕ ਲਿਆ ਗਿਆ ਸੀ ਕਿਰਪਾਨ ਕਰਕੇ। ਹੁਣ ਕਿਰਪਾਨ ਦਾ ਸਾਡੇ ਕੋਲ ਕਾਨੂੰਨ ਵੀ ਹੈਗਾ, ਕੋਡੀਫਾਈਡ ਲਾਅ ਵੀ ਹੈਗਾ, ਬਟ ਉੱਥੇ ਮੇ ਬੀ ਦ ਆਫਿਸਰਸ ਔਰ ਦ ਜਿਹੜੇ ਬੰਦੇ ਉੱਥੇ ਡਿਪਲੋਇਡ ਸੀਗੇ ਉਸ ਟਾਈਮ ਸਰਵਿਸ ਤੇ, ਦੇ ਵਰ ਨਾਟ ਵੈਲ ਬਰੀਫ, ਜਾਂ ਉਹਨਾਂ ਦੇ ਮੈਨੂਅਲ 'ਚ ਉਹਨਾਂ ਨੇ ਕਿਤੇ ਨਾ ਕਿਤੇ ਗਲਤੀ ਕੀਤੀ। ਸੋ ਉਸ ਦੀ ਵੀ ਉਸ ਸਟੂਡੈਂਟ ਨੇ ਲੜਾਈ ਲੜੀ ਹੈਗੀ, ਬੜਾ ਯੰਗ ਸਟੂਡੈਂਟ ਹੈਗਾ ਉਹ, ਉਸਨੇ ਉਸ ਦੀ ਲੜਾਈ ਲੜੀ ਔਰ ਦਿੱਲੀ ਹਾਈ ਕੋਰਟ 'ਚ ਲੜਾਈ ਜਿੱਤੀ ਹੈ ਉਸਨੇ। ਸੋ ਇਹ ਸਾਡੀ ਰੋਜ਼ਮਰਾ ਦੀਆਂ ਜ਼ਿੰਦਗੀ 'ਚ ਸਾਨੂੰ ਇਹੋ ਜਿਹੀਆਂ ਸਿਚੁਏਸ਼ਨਸ ਵੀ ਐਨਕਾਊਂਟਰ ਦੀਸ ਸਿਚੁਏਸ਼ਨਸ। ਤੀਸਰਾ ਜਿਹੜਾ ਪੁਆਇੰਟ ਮੈਂ ਟੱਚ ਕਰਾਂਗਾ ਉਹ ਮੈਂ ਕਰਾਂਗਾ ਕਿ ਦਸਤਾਰ ਦਾ ਲੈ ਕੇ ਜਿਹੜਾ ਕਾਨੂੰਨ ਹੈਗਾ, ਕਿਉਂਕਿ ਸਟੇਟ ਆਫ ਦਿੱਲੀ 'ਚ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈਗੀ ਹੈ ਉੱਥੇ, ਪੰਜਾਬ ਸਟੇਟ 'ਚ, ਉੱਤਰਾਖੰਡ 'ਚ ਕਈ ਵਾਰੀ ਹੈਲਮਟ ਦੇ ਲਾਜ਼ ਨੂੰ ਲੈ ਕੇ, ਦਸਤਾਰ ਤੇ ਹੈਲਮਟ ਦੇ ਲਾਜ਼ ਨੂੰ ਲੈ ਕੇ ਕਈ ਵਾਰੀ ਬੜੀਆਂ ਐਸੀਆਂ ਇਨਕਨਸਿਸਟੈਂਸੀਜ਼ ਪੈਦਾ ਹੋਈਆਂ ਨੇ, ਜਿਹਦੇ ਕਰਕੇ ਗਵਰਨਮੈਂਟਸ ਨੇ ਪ੍ਰੋਸੀਕਿਊਸ਼ਨਸ ਜਾਂ ਚਲਾਨ ਜਿਹੜੇ ਨੇ ਉਹ ਕਰਨ ਦੇ ਸਾਡੇ ਇੰਸੀਡੈਂਟ ਸਾਹਮਣੇ ਆਏ ਸੀਗੇ। ਤੀਸਰਾ ਸੋ ਮੈਂ ਉਹ ਗੱਲ ਕਰਾਂਗਾ। ਚੌਥੀ ਗੱਲ ਜਿਹੜੀ ਮੈਂ ਜਨਰਲੀ, ਚੌਥਾ ਟੌਪਿਕ ਜਿਹੜਾ ਬਰੀਫ 'ਚ ਟੱਚ ਕਰਾਂਗਾ, ਉਹ ਮੈਂ ਕਰਾਂਗਾ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਐਜ਼ ਅ ਮਾਈਨੋਰਿਟੀ ਕਮਿਊਨਿਟੀ
ਮਾਈਨੋਰਿਟੀ ਰਿਲੀਜੀਅਸ ਇੰਸਟੀਟਿਊਟਸ ਜਿਹੜੀਆਂ ਮਾਈਨੋਰਿਟੀ ਇੰਸਟੀਟਿਊਟਸ ਆਈ ਐਮ ਸੌਰੀ ਨਾਟ ਮਾਈਨੋਰਿਟੀ ਰਿਲੀਜੀਅਸ ਇੰਸਟੀਟਿਊਟਸ ਮਾਈਨੋਰਿਟੀ ਇੰਸਟੀਟਿਊਸ਼ਨਸ ਜਿਹੜੀਆਂ ਹੈਗੀਆਂ ਨੇ ਐਜੂਕੇਸ਼ਨਲ ਇੰਸਟੀਟਿਊਟਸ ਕਿਸ ਤਰ੍ਹਾਂ ਉਹਨਾਂ ਨੂੰ ਸੈਲਫ ਗਵਰਨ ਕਰਨ ਦਾ ਜਿਹੜਾ ਹੈਗਾ ਉਹਨਾਂ ਨੂੰ ਸੈਲਫ ਐਡਮਿਨਿਸਟਰ ਕਰਨ ਦਾ ਰਾਈਟ ਜਿਹੜਾ ਹੈਗਾ ਸੰਵਿਧਾਨ 'ਚ ਦਿੱਤਾ ਗਿਆ। ਸੋ ਮੈਂ ਇਸ ਲਈ ਇਹ 4 ਟੌਪਿਕਸ ਇਸ ਲਈ ਸਪੈਸੀਫਿਕਲੀ ਚੂਜ਼ ਕੀਤੇ ਨੇ ਕਿਉਂਕਿ ਮੈਂ ਮੰਨਦਾ ਕਿ ਸੁਸਾਇਟੀ 'ਚ ਵਿਚਰਦਿਆਂ ਇੰਡੀਵਿਜੂਅਲ ਲੈਵਲ ਤੇ ਫੈਮਿਲੀ ਲੈਵਲ ਤੇ ਜਾਂ ਸੋਸ਼ਲ ਲੈਵਲ ਤੇ ਕਮਿਊਨਿਟੀ ਲੈਵਲ ਤੇ ਇਹ ਸਾਨੂੰ ਟੌਪਿਕਸ ਕਿਤੇ ਨਾ ਕਿਤੇ ਰੋਜ਼ ਸਾਡੀ ਜ਼ਿੰਦਗੀ 'ਚ ਆਉਂਦੇ ਹੀ ਆਉਂਦੇ ਨੇ ਇਹੋ ਜਿਹੇ ਇਨਸੀਡੈਂਟਸ। ਤੇ ਵੀਰ ਜੀ ਆਪਾਂ ਅਗਲਾ ਸਵਾਲ ਲੈਣ ਤੋਂ ਪਹਿਲੇ ਸੰਗਤ ਜੀ ਕੀ ਹੈ ਕਿ ਲਾਈਕ ਇਟ ਇਜ਼ ਅ ਵੈਰੀ ਫੇਮਸ ਕੋਟ ਦੈਟ modern rulers are not by force of arms but by force of laws। ਸਾਨੂੰ ਅੱਜ ਆਰਮਸ ਦੇ ਨਾਲ ਗਵਰਨ ਨਹੀਂ ਕੀਤਾ ਜਾਂਦਾ, ਸਾਨੂੰ ਲਾਜ਼ ਦੇ ਨਾਲ ਗਵਰਨ ਕੀਤਾ ਜਾਂਦਾ। ਸੋ ਜਦ ਅਸੀਂ ਲਾਅ ਦੀ ਗੱਲ ਕਰਨੇ ਆ ਸਭ ਤੋਂ ਇੰਪੋਰਟੈਂਟ ਇਸ਼ੂ ਹੈ ਲੈਜਿਸਲੇਟਿਵ ਅਸੈਂਬਲੀਜ਼ ਲੈਜਿਸਲੇਟਰਸ ਜੋ ਇਹ ਲਾਅ ਬਣਾਉਂਦੇ ਨੇ। ਅਸੀਂ ਇੱਥੋਂ ਗੱਲ ਸ਼ੁਰੂ ਕਰਨੇ ਆ, ਤੁਸੀਂ ਕਿਹਾ ਵੀ ਮੈਂ ਗੱਲ ਟੱਚ ਕਰਨਾ ਚਾਹਨਾ ਕਿ ਸਾਡੀ ਲੈਜਿਸਲੇਟਿਵ ਹਿਸਟਰੀ ਕੀ ਹੈ, ਕਿਉਂਕਿ ਬਹੁਤ ਘੱਟ ਲੋਕ ਮੇਰੇ ਹਿਸਾਬ ਨਾਲ ਇਹ ਜਾਣਦੇ ਨੇ ਕਿ ਬ੍ਰਿਟਿਸ਼ ਦੇ ਦੌਰਾਨ ਸਾਡੀ ਲੈਜਿਸਲੇਟਿਵ ਹਿਸਟਰੀ ਕੀ ਸੀ। ਉਸ ਚੀਜ਼ ਨੂੰ ਅਸੀਂ ਗੱਲ ਕਰੀਏ, ਇੱਥੋਂ ਅਸੀਂ ਸ਼ੁਰੂ ਕਰਨੇ ਆ ਕਿ ਵਾਟ ਇਜ਼ ਯੋਰ ਆਈਡੀਆ ਬਿਹਾਈਂਡ ਦਿਸ, ਵਾਟ ਇਜ਼। ਮੈਂ ਹੁਣ ਇਸ ਟੌਪਿਕ ਨੂੰ ਅਸੀਂ ਟੱਚ ਕਰ ਰਹੇ ਹਾਂ, ਮੈਂ ਜਿਸ ਤਰ੍ਹਾਂ ਕਿਹਾ ਮੇਰੇ ਦਿਲ ਦੇ ਵੀ ਬੜਾ ਕਰੀਬ ਹੈ ਇਹ ਟੌਪਿਕ। ਮੈਂ ਇਸ ਤੇ ਮਾਫੀ ਵੀ ਚਾਹਾਂਗਾ ਕਿਉਂਕਿ ਮੈਂ ਇਸ ਤੇ ਅਨਇੰਟਰਪਟਡ ਪੂਰੇ 5-6 ਮਿੰਟ ਜ਼ਰੂਰ ਲਵਾਂਗਾ। ਬਿਲਕੁਲ ਜੀ, ਮੈਂ ਤੁਹਾਨੂੰ ਇੰਟਰਪਟ ਨਹੀਂ ਕਰਾਂਗਾ। ਮੈਂ ਗੱਲ ਸ਼ੁਰੂ ਕਰਦਾ। ਡਾਕਟਰ ਖੜਕ ਸਿੰਘ ਔਰ ਡਾਕਟਰ ਕਿਰਪਾਲ ਸਿੰਘ ਨਾ ਸਿੱਖਾਂ ਦੇ ਬੜੇ ਰੈਪਿਊਟਡ ਸਕਾਲਰਸ ਹੋਏ ਨੇ। ਉਹਨਾਂ ਨੇ ਵੋਲਿਊਮ 1 ਜਿਹੜਾ ਪੀਰੀਅਡ ਸੀਗਾ 1469 ਤੋਂ 1708 ਦਾ ਸਿੱਖਾਂ ਦਾ, ਉਹ ਉਹਨਾਂ ਨੇ ਇੱਕ ਰਿਸਰਚ ਕਰਕੇ ਕਿਤਾਬ ਲਿਖੀ ਸੀ ਜਿਹਦਾ ਨਾਮ ਜਿਹੜਾ ਟਾਈਟਲ ਹੈਗਾ ਹਿਸਟਰੀ ਆਫ ਸਿੱਖਸ ਐਂਡ ਦ ਰਿਲੀਜਨ। ਸੋ ਉਹਦਾ ਜਿਹੜਾ ਚੈਪਟਰ 10 ਹੈਗਾ ਨਾ, ਕਿਉਂਕਿ ਤੁਸੀਂ ਇਹ ਗੱਲ ਕੀਤੀ ਕਿ ਅੱਜ ਵੀ ਆਰ ਗਵਰਨਡ ਬਾਏ ਲਾਜ਼ ਐਂਡ ਨਾਟ ਬਾਏ ਆਰਮਸ। ਹੁਣ ਜਦੋਂ ਅਸੀਂ ਕਿਰਪਾਨ ਦੀ ਰਾਈਟ ਟੂ ਵੇਅਰ ਕਿਰਪਾਨ ਦੀ ਗੱਲ ਕਰਦੇ ਨਾ, ਵੋਲਿਊਮ 1 ਦੇ ਚੈਪਟਰ 10 ਚ ਉਹਨਾਂ ਨੇ ਲਿਖਿਆ ਸੀਗਾ, ਔਰ ਮੈਂ ਤੁਹਾਨੂੰ ਐਗਜ਼ੈਕਟ ਕੋਟ ਵੀ ਦੱਸ ਰਿਹਾ। ਇਨ ਫਾਈਨਲ ਉਹਨਾਂ ਨੇ ਇੱਕ ਐਨਾਲਿਸਿਸ, ਇੱਕ ਪ੍ਰੋਪਰ ਰਿਸਰਚ ਕਰਕੇ ਐਨਾਲਿਸਿਸ ਕੱਢਿਆ ਸੀ ਵੀ ਇਨ ਫਾਈਨਲ ਐਨਾਲਿਸਿਸ, ਕਿਉਂਕਿ ਤੁਸੀਂ ਗਵਰਨੈਂਸ ਦੀ ਗੱਲ ਕੀਤੀ, ਇਹ ਗੱਲ ਮੈਂ ਇਸ ਲਈ ਸਭ ਤੋਂ ਪਹਿਲਾਂ ਕਰਨਾ ਚਾਹੁੰਦਾ ਵੀ ਉਹਨਾਂ ਨੇ ਕਿਹਾ ਸੀ ਐਨੀ ਗਵਰਨਮੈਂਟ ਔਰ ਅ ਸਟੇਟ ਇਜ਼ ਸਸਟੇਨਡ ਐਂਡ ਸਪੋਰਟਡ ਬਾਈ ਆਰਗੇਨਾਈਜ਼ਡ ਮਾਈਟ ਐਂਡ ਰਾਈਟ ਆਫ ਪੋਜੈਸ਼ਨ ਆਫ ਆਰਮਸ with a citizen's right to wear arms being considered as of a permissive and licensed character। ਹੁਣ ਇਸ ਨੂੰ ਇਹਨਾਂ ਨੇ ਜਦੋਂ ਖਾਲਸਾ ਪੰਥ ਦੀ ਅਸੀਂ ਗੱਲ ਕਰਦੇ ਹਾਂ, ਖਾਲਸਾ ਪੰਥ ਦੀ ਹੋਂਦ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਇਸ ਤਰ੍ਹਾਂ ਲਿੰਕ ਕੀਤਾ ਵੀ ਸਿੰਸ ਅ ਮੈਂਬਰ ਆਫ ਖਾਲਸਾ ਬ੍ਰਦਰਹੁੱਡ, ਖਾਲਸਾ ਭਾਈਚਾਰੇ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਸਿੰਸ ਅ ਮੈਂਬਰ ਆਫ ਖਾਲਸਾ ਬ੍ਰਦਰਹੁੱਡ ਇਜ਼ ਪਲੇਜਡ not to accept any alien restrictions on his or her civic freedom। civic freedom ਬਾਰੇ ਇਹਨਾਂ ਨੇ ਇਸ ਕਰਕੇ ਗੱਲ ਕੀਤੀ ਕਿਉਂਕਿ ਅੱਜ ਤੁਸੀਂ ਦੇਖੋ ਪੰਚਾਇਤੀ ਰਾਜ ਤੋਂ ਲੈ ਕੇ ਤੇ ਯੂਨਾਈਟਿਡ ਨੇਸ਼ਨ ਤੱਕ ਦੀ ਤੁਸੀਂ ਗੱਲ ਕਰੋ, ਅੱਜ ਅਸੀਂ ਸਿਵਿਕ ਫਰੀडम ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਾਂ। ਕਈ ਵਾਰ ਟੋਨ ਇਲਾਕੇ ਨੇ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ 'ਚ, ਕਈ ਐਸੀਆਂ ਡੈਮੋਕ੍ਰੇਸੀਜ਼ ਨੇ ਜਿਨ੍ਹਾਂ 'ਚ ਅੱਜ ਵੀ ਸਿਵਿਕ ਫਰੀडम्स ਨੂੰ ਲੈ ਕੇ ਕਈ ਮੂਵਮੈਂਟਸ ਚੱਲ ਰਹੀਆਂ। ਅੱਜ ਅਸੀਂ ਜਿਸ ਦੌਰਾਨ ਗੱਲ ਕਰ ਰਹੇ ਹਾਂ, ਕਈ ਦੇਸ਼ ਸਿਵਿਕ ਫਰੀडम ਨੂੰ ਲੈ ਕੇ ਕਈ ਜਗ੍ਹਾ ਤੇ ਵਾਇਲੈਂਸ ਚੱਲ ਰਹੀ ਹੈ, ਕਈ ਜਗ੍ਹਾ ਤੇ ਡਿਪਲੋਮੈਟਿਕ ਟਾਕਸ ਚੱਲ ਰਹੀਆਂ ਨੇ ਹਾਈਐਸਟ ਲੈਵਲ ਦੀਆਂ। ਸੋ ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਖਾਲਸਾ ਬ੍ਰਦਰਹੁੱਡ ਇਜ਼ ਪਲੇਜਡ ਨਾਟ ਟੂ ਅਸੈਪਟ ਐਨੀ ਏਲੀਅਨ ਰਿਸਟ੍ਰਿਕਸ਼ਨ ਔਨ ਹਿਜ਼ ਸਿਵਿਕ ਫਰੀडम। he or she is enjoined upon to insist on and struggle for his or her right to wear arms of offense and defense। ਇੱਥੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਵੀ ਇਹ ਖਾਲਸੇ ਦੀ ਸਿਵਿਕ ਫਰੀडम ਵਾਸਤੇ ਬੜਾ ਜ਼ਰੂਰੀ ਹੈ। ਦੂਸਰਾ, the word used in this volume 1 of history of Sikhs and religion is he or she is enjoined। ਸੋ ਜਦੋਂ ਅਸੀਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ, ਤੁਸੀਂ ਦੇਖੋ ਰਾਈਟ ਟੂ ਵੇਅਰ ਕਿਰਪਾਨ 'ਚ ਕਿਤੇ ਵੀ ਸਿੱਖ ਇਤਿਹਾਸ 'ਚ ਕਿਸੇ ਸਿੱਖ ਰਿਸਰਚ ਪੇਪਰ ਤੁਹਾਨੂੰ ਇਹ ਨਹੀਂ ਮਿਲੇਗਾ ਕਿ ਸਿਰਫ men are allowed to wear 5 ਕਕਾਰ and women are not allowed to wear। ਇਹ ਗੱਲ ਜਿੱਤੇ ਅਸੀਂ ਅੱਜ ਡਿਬੇਟ ਕਰ ਰਹੇ ਹਾਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਅਲੱਗ-ਅਲੱਗ ਖਿੱਤਿਆਂ 'ਚ ਵੀ ਜੈਂਡਰ ਇਕੁਐਲਿਟੀ ਦੀਆਂ ਡਿਬੇਟਸ ਹੋ ਰਹੀਆਂ ਨੇ। ਇਹ ਤੁਸੀਂ ਦੇਖੋ ਵੀ ਕੈਸੀ ਇਹ ਵਿਜ਼ਨਰੀ ਸੋਚ ਹੋ ਸਕਦੀ ਹੈ ਸਾਡੇ ਗੁਰੂ ਸਾਹਿਬਾਨਾਂ ਦੀ ਕਿ ਉਹਨਾਂ ਨੇ ਅੱਜ ਤੋਂ 300 ਸਾਲ 350 ਸਾਲ ਪਹਿਲਾਂ ਹੀ ਜੈਂਡਰ ਇਕੁਐਲਿਟੀ ਦੀ ਵੀ ਇਹ ਗੱਲ ਕੀਤੀ ਹੋਈ ਹੈ। ਸੋ ਇਹ ਥੋੜਾ ਜਿਹਾ ਆਫ ਦਾ ਟੌਪਿਕ ਚੱਲ ਰਿਹਾ, ਮੈਂ ਗੱਲ ਕਰ ਰਿਹਾ ਸੀ ਕਿਰਪਾਨ ਦੇ ਰਾਈਟ ਦੀ। ਇੰਪੋਰਟੈਂਟ ਮੈਸੇਜ ਸੀਗਾ ਇਹਦੇ 'ਚ ਮੈਂ ਹੁਣ ਗੱਲ ਕਰਦਾ ਜੀ ਯੂਨੀਵਰਸਿਟੀ ਆਫ ਨਿਊਜ਼ੀਲੈਂਡ 'ਚ ਨਾ ਪ੍ਰੋਫੈਸਰ ਐਮੈਰੀਟਸ ਇੱਕ ਹੋਏ ਨੇ, ਪ੍ਰੋਫੈਸਰ ਹਿਊ ਮੈਕਲਿਓਡ। ਉਹਨਾਂ ਨੇ ਇਹ ਆਖਿਆ ਸੀ ਵੀ ਜਦੋਂ ਉਹਨਾਂ ਦੀ ਇੱਕ ਕਿਤਾਬ ਹੈਗੀ, ਕਿਤਾਬ ਦਾ ਟਾਈਟਲ ਹੈਗਾ ਸਿੱਖਿਜ਼ਮ, ਯੋਡਾ ਪ੍ਰੈਸ ਦੀ ਕਿਤਾਬ ਹੈਗੀ ਹੈ।
ਉਹਦੇ 'ਚ ਉਹਨਾਂ ਨੇ 5 ਕਕਾਰਾਂ ਦੀ ਮਹੱਤਤਾ ਦੱਸਦਿਆਂ ਗੱਲ ਕੀਤੀ, ਔਰ ਇਹ ਮੈਂ ਗੱਲ ਬੜੀ ਸਪੈਸੀਫਿਕਲੀ ਇਸ ਲਈ ਕਹਿ ਰਿਹਾ ਕਿਉਂਕਿ ਇਹਦਾ ਨਾ ਇੰਡੀਅਨ ਜੂਰਿਸਪ੍ਰੂਡੈਂਸ ਨਾਲ ਇੱਕ ਖਾਸ ਰਿਲੇਸ਼ਨ ਹੈਗਾ। ਉਸਦੇ 'ਚ ਪ੍ਰੋਫੈਸਰ ਹਿਊ ਮੈਕਲਿਓਡ ਨਿਊਜ਼ੀਲੈਂਡ ਜਿਹੜੇ ਐਮੈਰੀਟਸ ਪ੍ਰੋਫੈਸਰ ਨੇ, ਉਹਨੇ ਲਿਖਿਆ ਸੀ ਵੀ ਜਿਹੜੇ 5K ਹੈਗੇ ਨੇ, 5 ਕਕਾਰ ਜਿਹਨਾਂ ਨੂੰ ਅਸੀਂ ਐਜ਼ ਅ ਮੈਟਰ ਆਫ ਰਿਸਪੈਕਟ ਕਹਿੰਦੇ ਆ, ਵੀ those are most prominent of all features of modern Khalsa and they can be interpreted as a positive requirement। ਹੁਣ ਦੇਖੋ ਲਾਅ 'ਚ ਪੋਜ਼ਿਟਿਵ ਰਿਕੁਆਇਰਮੈਂਟ ਉਹ ਹੁੰਦੀ ਹੈ ਜਦੋਂ ਤੁਸੀਂ ਕੋਈ ਚੀਜ਼ ਪਾਰਟਿਕੂਲਰਲੀ ਕਰਨੀ ਹੁੰਦੀ ਹੈ। ਦੋ ਤਰ੍ਹਾਂ ਦੇ ਰਾਈਟਸ ਹੋ ਜਾਂਦੇ ਨੇ ਤੁਹਾਡੇ, ਇੱਕ ਤਾਂ ਪੋਜ਼ਿਟਿਵ ਰਿਕੁਆਇਰਮੈਂਟਸ, ਇੱਕ ਨੈਗੇਟਿਵ ਰਿਕੁਆਇਰਮੈਂਟਸ। ਪੋਜ਼ਿਟਿਵ ਉਹ ਹੁੰਦੇ ਨੇ ਜੋ ਮੈਂ ਕਰਨਾ ਹੈ, ਫॉर एग्जांपल ਮੇਰੀ ਇੱਕ ਡਿਊਟੀ ਹੈ ਸੰਵਿਧਾਨ ਦੇ ਅੰਦਰ ਕਿ ਆਈ ਹੈਵ ਟੂ ਡਿਵੈਲਪ ਮਾਈ ਸਾਇੰਟਿਫਿਕ ਟੈਂਪਰ। ਇੱਕ ਨੈਗੇਟਿਵ ਰਿਕੁਆਇਰਮੈਂਟ ਹੈ, state cannot discriminate against anybody on the basis of caste, color, creed or religion। ਸੋ ਨੈਗੇਟਿਵ ਰਿਕੁਆਇਰਮੈਂਟਸ ਹੁੰਦੀਆਂ ਨੇ। ਸੋ ਉਹਦੇ 'ਚ ਉਹਨੇ ਖਾਲਸਾ ਬਾਰੇ ਲਿਖਿਆ ਵੀ ਇਟ ਇਜ਼ ਅ ਪੋਜ਼ਿਟਿਵ ਰਿਕੁਆਇਰਮੈਂਟ। ਉਸ ਤੋਂ ਬਾਅਦ ਜਿਹੜੀ ਦੂਸਰੀ ਇੰਪੋਰਟੈਂਟ ਚੀਜ਼ ਉਹਨਾਂ ਨੇ ਲਿਖੀ ਹੈ, ਔਰ ਮੈਂ ਇੰਡੀਅਨ ਕਾਨੂੰਨੀ ਪੱਖ ਤੋਂ ਇਹ ਜ਼ਰੂਰੀ ਕਹਿ ਰਿਹਾ ਸੀ ਕਿ ਮੈਂਸ਼ਨ, ਉਹਨੇ ਲਿਖਿਆ ਵੀ ਦੇ ਮਸਟ unfailingly be worn and to neglect to wear them represents a lapse of the Khalsa discipline। ਇਹ ਕੋਟ ਇਸ ਲਈ ਜ਼ਰੂਰੀ ਹੈ ਪ੍ਰੋਫੈਸਰ ਹਿਊਗ ਮੈਕਲੌਡ ਤੋਂ ਕਿਉਂਕਿ ਇਹ ਹਿੰਦੁਸਤਾਨ 'ਚ ਇੱਕ 2004 'ਚ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀਗੀ ਜਿਹੜੀ ਫੰਡਾਮੈਂਟਲਸ ਆਫ ਰਿਲੀਜੀਅਸ ਪ੍ਰੈਕਟਿਸਿਸ ਨੂੰ ਡੀਲ ਕਰਦੀ ਹੈ। ਆਚਾਰਿਆ ਜੇ ਅਵਧੂਤਾ ਦੀ ਜੱਜਮੈਂਟ ਹੈਗੀ ਹੈ। ਉਹ ਜੱਜਮੈਂਟ ਦਾ ਬਾਅਦ 'ਚ ਅਸੀਂ ਕੜਾ ਕਿਰਪਾਨ ਵਾਲਾ ਜਿਹੜਾ ਨੀਟ ਐਗਜ਼ਾਮ ਦਾ ਕੇਸ ਹੋਇਆ ਸੀ ਉਹਦੇ 'ਚ ਵੀ ਅਸੀਂ ਯੂਜ਼ ਕੀਤਾ ਸੀ ਵੀ ਉਹ ਇੱਕ ਲੈਂਡਮਾਰਕ ਜੱਜਮੈਂਟ ਹੈ ਜਿਹੜੀ ਕਹਿੰਦੀ ਹੈ ਵੀ ਜੇ ਕੋਈ ਪ੍ਰੈਕਟਿਸ ਕਿਸੇ ਰਿਲੀਜਨ ਦੀ ਐਸੈਂਸ਼ੀਅਲ ਪ੍ਰੈਕਟਿਸ ਹੈ ਜਾਂ ਨਹੀਂ, ਇਹਦਾ ਤੁਸੀਂ ਪੈਮਾਨਾ ਦੇਖਣਾ ਹੋਵੇ, ਇਹਦਾ ਤੁਸੀਂ ਟੈਸਟ ਦੇਖਣਾ ਹੋਵੇ, ਤੇ ਟੈਸਟ ਇਹ ਹੁੰਦਾ ਹੈ ਵੀ ਵੈਦਰ ਦੈਟ ਪ੍ਰੈਕਟਿਸ ਇਜ਼ ਐਸੈਂਸ਼ੀਅਲ ਔਰ ਨਾਟ। ਪੈਮਾਨਾ ਇਹ ਹੋਏਗਾ ਕਿ ਜੇ ਅਸੀਂ ਉਸ ਪ੍ਰੈਕਟਿਸ ਨੂੰ ਬਾਹਰ ਕੱਢ ਦਈਏ ਤੇ ਉਸ ਰਿਲੀਜਨ ਦੀ ਫਾਰਮ ਕਾਨੂੰਨ 'ਚ ਸੇਮ ਰਹੇਗੀ ਜਾਂ ਨਹੀਂ ਰਹੇਗੀ। ਸੋ ਇਹ ਪ੍ਰੋਫੈਸਰ ਹਿਊ ਮੈਕਲੌਡ ਨੇ ਲਿਖਿਆ ਸੀ ਵੀ ਖਾਲਸਾ ਮਸਟ ਅਨਫੇਲਿੰਗਲੀ ਵੇਅਰ ਦੋਜ਼ 5 ਕਕਾਰ ਦੀ ਗੱਲ ਕਰ ਰਹੇ ਹਾਂ, ਐਂਡ ਟੂ ਨਿਗਲੈਕਟ ਟੂ ਡੂ ਸੋ ਰਿਪਰੈਜ਼ੈਂਟਸ ਅ ਲੈਪਸ ਆਫ ਖਾਲਸਾ ਡਿਸਿਪਲਿਨ। ਇਹ ਚੀਜ਼ ਅਸੀਂ ਇਹ ਜੱਜਮੈਂਟ ਅਵਧੂਤਾ ਆਚਾਰਿਆ ਵਾਲੀ ਯੂਜ਼ ਕੀਤੀ ਸੀ ਨੀਟ 'ਚ ਕਿ ਕਾਨੂੰਨ 'ਚ ਅਸੀਂ ਇਹ ਚੀਜ਼ ਕਹਿੰਦੇ ਹਾਂ ਵੀ ਜਦੋਂ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਤੁਸੀਂ ਕਿਰਪਾਨ ਤੋਂ ਅਲੱਗਾ ਕਰ ਦਿੰਦੇ ਹੋ, ਚਾਹੇ ਬਾਈ ਵੇ ਆਫ ਅ ਸਟੈਚੂਟ ਔਰ ਬਾਈ ਵੇ ਆਫ ਅ ਰੂਲ, ਤੇ ਉਹ ਜਿਹੜੀ ਫਾਰਮ ਆਫ ਰਿਲੀਜਨ ਹੈਗੀ ਹੈ ਉਹ ਪ੍ਰੋਪਰ ਨਹੀਂ ਰਹਿੰਦੀ। ਸੋ ਕਾਨੂੰਨੀ ਤੌਰ ਤੇ ਵੀ ਵੇਅਰਿੰਗ ਅ ਕਿਰਪਾਨ ਇਜ਼ ਅ ਫੰਡਾਮੈਂਟਲ ਟੂ ਦ ਸਿੱਖ ਰਿਲੀਜਨ ਆਫ ਐਨ ਅੰਮ੍ਰਿਤਧਾਰੀ ਸਿੱਖ। ਹੁਣ ਮੈਂ ਇਹਦੀ ਥੋੜੀ ਜਿਹੀ ਲੈਜਿਸਲੇਟਿਵ ਹਿਸਟਰੀ ਦੀ ਜੋ ਮੈਂ ਗੱਲ ਕਰ ਰਿਹਾ ਸੀ ਉਹ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਵੀ ਇਹਦਾ ਇੱਕ ਜਸਟ ਫॉर ਅ ਬਰੀਫ ਸਿੱਖ ਰਹਿਤ ਮਰਿਆਦਾ ਜਦੋਂ ਕੋਡੀਫਾਈਡ ਹੋਈ, ਮੈਂ ਗੱਲ ਤੁਹਾਨੂੰ ਦੱਸ ਰਿਹਾ 3 ਫਰਵਰੀ 1945 ਦੀ। ਸਰਬ ਹਿੰਦ ਆਲ ਇੰਡੀਆ ਜਿਹੜਾ ਹੈਗਾ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਸੀਗਾ ਜਿਸ ਨੇ ਇਹਦਾ ਖਾਕਾ ਤਿਆਰ ਕੀਤਾ। ਰਹਿਤ ਮਰਿਆਦਾ ਦਾ ਆਰਟੀਕਲ 24 ਜਿਹੜਾ ਹੈਗਾ ਉਹ ਬੈਪਟਿਜ਼ਮ ਸੈਰੇਮਨੀ, ਅੰਮ੍ਰਿਤ ਦੀ ਸੈਰੇਮਨੀ ਨੂੰ ਡੀਲ ਕਰਦਾ ਹੈਗਾ, ਅੰਮ੍ਰਿਤ ਛਕਣ ਦੀ। ਉਹਦੇ 'ਚ ਸਿੱਖ ਰਹਿਤ ਮਰਿਆਦਾ 'ਚ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਜਿਹੜੀ ਰਿਲੀਜੀਅਸ ਐਡਵਾਈਜ਼ਰੀ ਕਮੇਟੀ ਸੀ, ਜਿਹਨੂੰ ਧਾਰਮਿਕ ਸਲਾਹਕਾਰ ਕਮੇਟੀ ਕਹਿੰਦੇ ਸੀਗੇ, ਉਹਦੇ ਅਪਰੂਵਲ ਨਾਲ SGPC ਨੇ ਫਿਰ ਇਹ ਖਾਕਾ ਜਿਹੜਾ ਇਹ ਅਪਰੂਵ ਕਰਕੇ ਸਿੱਖ ਰਹਿਤ ਮਰਿਆਦਾ 'ਚ ਕਿਰਪਾਨ ਦਾ ਕੋਡੀਫਾਈਡ ਰਹਿਤ ਮਰਿਆਦਾ 'ਚ ਇਹਨੂੰ ਕੋਡੀਫਾਈ ਕੀਤਾ ਸੀਗਾ। ਇਹਦੇ ਲੈਜਿਸਲੇਟਿਵ ਪਰਸਪੈਕਟਿਵ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈਗਾ ਉਹ ਹੈਗਾ ਆਰਮਜ਼ ਐਕਟ 11 ਆਫ 1878। ਇਹਦੇ 'ਚ ਅੰਗਰੇਜ਼ਾਂ ਨੇ ਕੀ ਕੀਤਾ ਸੀ ਵੀ ਤੁਹਾਨੂੰ ਕਿਰਪਾਨ ਦਾ ਅਧਿਕਾਰ ਤਾਂ ਬਿਲਕੁਲ ਹੈ ਨਹੀਂ ਸੀ। ਹੁਣ ਇਸ ਤੋਂ ਬਾਅਦ ਤੁਸੀਂ ਦੇਖੋ ਅਸੀਂ ਗੁਰੂ ਕੇ ਬਾਗ ਦਾ ਮੋਰਚੇ ਦਾ ਨਾਂ ਸੁਣਿਆ, ਨਨਕਾਣਾ ਸਾਹਿਬ ਮੋਰਚੇ ਬਾਰੇ ਅਸੀਂ ਜਾਣਦੇ ਹਾਂ, ਜੈਤੋ ਦੇ ਮੋਰਚੇ ਬਾਰੇ ਜਾਣਦੇ ਹਾਂ, ਲੰਗਰ ਦੇ ਮੋਰਚੇ ਬਾਰੇ ਜਾਣਦੇ, ਜਿਹਨੂੰ ਗੁਰੂ ਕਾ ਬਾਗ ਮੋਰਚਾ ਜਿਹੜਾ ਲੰਗਰ ਦੀਆਂ ਲੱਕੜਾਂ ਨੂੰ ਲੈ ਕੇ ਜਿਹੜੀ ਗੱਲ ਸੀਗੀ, ਚਾਬੀਆਂ ਦੇ ਮੋਰਚੇ ਬਾਰੇ ਜਾਣਦੇ ਹਾਂ, ਪੰਜਾ ਸਾਹਿਬ ਦੇ ਮੋਰਚੇ ਬਾਰੇ ਜਾਣਦੇ ਹਾਂ। ਸਾਡੇ ਚੋਂ ਬਹੁਤ ਘੱਟ ਲੋਕਾਂ ਨੇ ਟੱਚ ਕੀਤਾ ਕਿ ਕਿਰਪਾਨ ਦਾ ਮੋਰਚਾ ਵੀ ਹੋਇਆ। ਇਸ ਪੂਰੀ ਸਟਰਗਲ ਨੂੰ ਸਿੱਖਾਂ ਨੇ ਸ਼ਾਂਤਮਈ ਕਿਰਪਾਨ ਮੋਰਚੇ 'ਚ ਜਿਹੜਾ ਹੈਗਾ ਲੜਿਆ ਹੈਗਾ ਅੰਗਰੇਜ਼ਾਂ ਦੀ ਸਰਕਾਰ ਦੇ ਖਿਲਾਫ। ਔਰ ਇਹ ਜਿਹੜਾ 1878 ਦਾ ਆਰਮਜ਼ ਐਕਟ 11 ਸੀਗਾ, ਇਹਦੇ 'ਚ ਅੰਗਰੇਜ਼ਾਂ ਨੇ ਅੰਨਾ ਤਸ਼ੱਦਦ ਕੀਤਾ ਕਿਉਂਕਿ ਹੁਣ ਦੇਖੋ ਅੱਜ ਦੀ ਤਰੀਕ ਅਸੀਂ ਪੁਲਿਸ ਰਿਫਾਰਮਸ ਦੀ ਗੱਲ ਕਰਦੇ ਹਾਂ। 1860 ਕਾਰਡ ਦਾ ਪੁਲਿਸ ਐਕਟ ਹੈਗਾ, 1878 'ਚ ਇਹ ਕਾਨੂੰਨ ਆਇਆ ਸੀਗਾ, ਔਰ ਜਿਹੜੀ ਪੁਲਿਸ ਅੱਜ 100-150 ਸਾਲ ਜਾਣ ਤੋਂ ਬਾਅਦ ਵੀ ਜਿਹਦੇ ਤੇ ਪੁਲਿਸ ਬਰੂਟੈਲਿਟੀ ਦੇ ਐਲੀਗੇਸ਼ਨਸ ਲੱਗਦੇ ਨੇ, ਤੁਸੀਂ ਉਹ ਸੋਚੋ ਉਸ ਪੁਲਿਸ ਨੂੰ ਤਾਂ ਉਦੋਂ ਨਵੀਆਂ ਪਾਵਰਸ ਮਿਲੀਆਂ ਸੀਗੀਆਂ। ਉਸ ਟਾਈਮ ਉਹਨਾਂ ਨੇ ਲੱਖਾਂ ਸਿੱਖਾਂ ਨੂੰ ਜੇਲ੍ਹਾਂ 'ਚ ਪਾਇਆ, ਕਈਆਂ ਦੀਆਂ ਜਿਹੜੀਆਂ ਕਿਰਪਾਨ ਬਣਾਉਣ ਵਾਲੀਆਂ ਫੈਕਟਰੀ ਸੀ ਉਹਨਾਂ ਨੂੰ ਚੱਕਿਆ, ਕਈ ਕਾਮਗਾਰਾਂ ਨੂੰ ਉਹਨਾਂ ਦੇ ਕਾਮਿਆਂ ਨੂੰ ਚੱਕਿਆ ਔਰ ਉਹਨਾਂ ਨੂੰ ਅੰਡਰ ਅਰੈਸਟ ਰੱਖ ਕੇ ਜੇਲ੍ਹਾਂ ਦੇ ਅੰਦਰ ਉਹਨਾਂ ਦੇ ਅੰਨਾ ਤਸ਼ੱਦਦ ਵਹਾਇਆ। ਸੋ ਇਹ ਉਸ ਮੋਰਚੇ ਦੀ ਸ਼ੁਰੂਆਤ ਸੀਗੀ ਜਿੱਥੇ ਉਹਨਾਂ ਨੇ ਸਿੱਖਾਂ ਨੂੰ ਜੇਲ੍ਹਾਂ 'ਚ ਪਾਉਣਾ ਸ਼ੁਰੂ ਕੀਤਾ। ਤੁਸੀਂ 1913 ਇਹਦੇ 'ਚ ਇੱਕ ਲੈਂਡਮਾਰਕ ਈਅਰ ਹੈਗਾ। ਪ੍ਰਿੰਸੀਪਲ ਤੇਜਾ ਸਿੰਘ ਸਾਹਿਬ ਬੜੇ ਸਕਾਲਰ ਹੋਏ ਨੇ ਸਿੱਖ ਧਰਮ ਦੇ ਰੈਪਿਊਟਡ, ਉਹਨਾਂ ਦੀ ਇੱਕ ਕਿਤਾਬ ਹੈਗੀ ਫਰੀਡਮ ਆਫ ਦਾ ਕਿਰਪਾਨ। ਬਾਬਾ ਨਿਹਾਲ ਸਿੰਘ ਨਿਹੰਗ 1913 'ਚ ਇੱਕ ਅਰੈਸਟ ਹੋਏ ਸੀਗੇ। ਇਹ ਮੈਂ ਇਸ ਲਈ ਕਹਿ ਰਿਹਾ ਕਿ ਇਹ ਕੇਸ ਬੜਾ
ਬਾਕੀਆਂ ਤੋਂ ਅਲੱਗ ਮੈਂ ਇਸ ਲਈ ਕਿਹਾ ਕਿ ਇਹ ਲੈਂਡਮਾਰਕ ਹੈਗਾ ਡਿਸਕਸ ਕਰਨਾ, ਕਿਉਂਕਿ ਜਦੋਂ ਇਹ ਅਰੈਸਟ ਹੋਏ ਨੇ 1913 ਚ, ਇਸ ਤੋਂ ਪਹਿਲਾਂ ਵੀ ਅਰੈਸਟ ਹੁੰਦੇ ਜਾ ਰਹੇ ਸੀ, ਅੰਗਰੇਜ਼ ਜ਼ੁਲਮ ਕਰਦੇ ਜਾ ਰਹੇ ਸੀਗੇ। ਇਸ ਅਰੈਸਟ ਨੇ ਪੂਰੀ ਕੌਮ ਨੂੰ ਇੱਕ ਲਾਈਨ ਚ ਇਕੱਠਿਆਂ ਕਰਤਾ ਸੀਗਾ। ਜਿੰਨੀਆਂ ਸਿੱਖਾਂ ਦੀਆਂ ਬੋਡੀਜ਼ ਸੀਗੀਆਂ, ਸਟਾਰਟਿੰਗ ਫਰੋਮ ਰਾਮਗੜੀਆ ਸਿੰਘ ਸਭਾ, ਇਹਨਾਂ ਨੇ ਸਰ ਉਹ ਮੂਰੇ ਕਰੀਬ ਹੋਇਆ ਸੀ ਜਿਹੜਾ ਉਸ ਟਾਈਮ ਸ਼ਿਮਲਾ ਹੁੰਦਾ ਸੀ, ਅੰਗਰੇਜ਼ਾਂ ਦਾ ਅਫਸਰ ਸੀਗਾ, ਇਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਉੱਥੇ ਚੱਕੀ ਸੀਗੀ। ਉਸ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਸੈਕਟਰੀ ਸੀਗੇ ਸਰਦਾਰ ਸੁੰਦਰ ਸਿੰਘ ਹੋਣੀ, ਉਹਨਾਂ ਨੇ ਕਈ ਅਫਸਰਾਂ ਨਾਲ ਇਹ ਗੱਲ ਦੀ ਰਿਪਰੈਜ਼ੈਂਟੇਸ਼ਨ ਕੀਤੀ ਸੀਗੀ। ਫਿਰ ਰਾਵਲਪਿੰਡੀ ਸਭਾ ਨੇ, ਰਾਵਲਪਿੰਡੀ ਦੇ ਸਿੱਖਾਂ ਨੇ ਆਪਣੀ ਸਭਾ ਦੇ ਦੁਆਰਾ ਇਹ ਗੱਲ ਹਰ ਤਖਤ 'ਚ ਪਹੁੰਚਾਈ ਸੀਗੀ। ਔਰ 1 ਸਾਲ ਉਹਨਾਂ ਦੀ ਲੜਾਈ ਲੜਨ ਤੋਂ ਬਾਅਦ 25 ਜੂਨ 1914 ਨੂੰ ਇਹ ਜਿਹੜਾ ਬਾਬਾ ਨਿਹਾਲ ਸਿੰਘ ਨਿਹੰਗ ਅਰੈਸਟ ਹੋਏ ਸੀਗੇ, 25 ਜੂਨ 1914 ਨੂੰ ਪੰਜਾਬ 'ਚ ਸਿੱਖਾਂ ਨੂੰ ਅਧਿਕਾਰ ਮਿਲਿਆ ਸੀ ਕਿਰਪਾਨ ਦਾ। ਉਸ ਤੋਂ 1 ਮਹੀਨੇ ਬਾਅਦ ਇਹ ਕਾਨੂੰਨ ਜਿਹੜਾ ਸੀਗਾ, ਇਹ ਐਗਜ਼ੈਂਪਸ਼ਨ ਜਿਹੜੀ ਸੀਗੀ ਦਿੱਲੀ 'ਚ ਮਿਲ, ਉੱਥੋਂ ਤੱਕ ਇਹ ਠੀਕ ਸੀਗਾ। ਫਿਰ ਅਗਲੀ ਐਗਜ਼ੈਂਪਸ਼ਨ ਅੰਗਰੇਜ਼ਾਂ ਨੇ, ਅੱਜ ਜਿਹਨੂੰ ਅਸੀਂ ਮਿਆਂਮਾਰ ਕਹਿੰਦੇ ਉਹ ਬਰਮਾ ਸੀਗਾ ਉਸ ਟਾਈਮ, ਬਰਮਾ ਦੇਸ਼ 'ਚ ਅੰਗਰੇਜ਼ਾਂ ਨੇ ਇਹ ਐਗਜ਼ੈਂਪਸ਼ਨ ਉਸ ਟਾਈਮ ਦੇਤੀ। ਪਰ ਇੱਕ ਜਗ੍ਹਾ ਤੇ ਕਾਨੂੰਨੀ ਦਾਅ ਪੇਚ ਫਸ ਗਿਆ ਕਿ ਐਗਜ਼ੈਂਪਸ਼ਨ ਅੰਗਰੇਜ਼ਾਂ ਨੇ ਜਾਣਬੁੱਝ ਕੇ ਜਾਂ ਫॉर ਵਟ ਐਵਰ ਰੀਜ਼ਨਸ, ਇਹ ਤਾਂ ਅਸੀਂ ਜਾਣਦੇ ਨਹੀਂ, ਉੱਤਰ ਪ੍ਰਦੇਸ਼ ਔਰ ਬੰਗਾਲ 'ਚ ਐਗਜ਼ੈਂਪਸ਼ਨ ਨਹੀਂ ਦਿੱਤੀ। ਹੁਣ ਤੁਸੀਂ ਇਹ ਦੇਖੋ ਕਿ ਕੋਈ ਸਿੱਖ ਜੇ ਯੂਪੀ ਤੋਂ ਪੰਜਾਬ ਤੋਂ ਟਰੈਵਲ ਕਰ ਰਿਹਾ ਹੈ, ਦਿੱਲੀ ਜਾ ਰਿਹਾ, ਉਹਨੂੰ ਐਗਜ਼ੈਂਪਸ਼ਨ ਹੈ। ਜੇ ਉਹਨੇ ਬਰਮਾ ਜਾਣਾ, ਉਹਨੂੰ ਬਰਮਾ ਉਤਰਨ ਤੇ ਐਗਜ਼ੈਂਪਸ਼ਨ ਹੈ। ਪਰ ਜੇ ਉੱਤਰ ਪ੍ਰਦੇਸ਼ ਬੰਗਾਲ ਤੋਂ ਜਾ ਰਿਹਾ ਤਾਂ ਉੱਤਰ ਪ੍ਰਦੇਸ਼ ਵੀ ਅਰੈਸਟ ਕਰ ਸਕਦੇ ਹੋ ਤੁਸੀਂ ਉਹਨੂੰ, ਬੰਗਾਲ 'ਚ ਵੀ ਅਰੈਸਟ ਕਰ ਸਕਦੇ ਹੋ। ਔਰ ਅੰਗਰੇਜ਼ਾਂ ਨੇ ਕਈ ਜਗ੍ਹਾ ਤੇ ਇੱਦਾਂ ਅਰੈਸਟ ਕੀਤੇ ਵੀ ਸੀਗੇ। ਫਿਰ ਉਸ ਤੋਂ ਬਾਅਦ ਇੱਕ ਮੂਵਮੈਂਟ ਚੱਲੀ 1917 'ਚ, ਇਹ ਪੂਰੇ ਕਾਨੂੰਨ, ਇਹ ਪੂਰੇ ਦੇਸ਼ ਇਹ ਕਾਨੂੰਨ ਦਾ ਜਿਹੜਾ ਹੈਗਾ ਐਗਜ਼ੈਂਪਸ਼ਨ ਦਿੱਤਾ ਗਿਆ। ਔਰ 1918 'ਚ ਬਲੂਚਿਸਤਾਨ ਜਿਹੜਾ ਏਰੀਆ ਅੱਜ ਪਾਕਿਸਤਾਨ 'ਚ ਹੈਗਾ, ਉਹ ਬ੍ਰਿਟਿਸ਼ ਬਲੂਚਿਸਤਾਨ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਰੇਲਵੇ ਸਟੇਟਸ ਆਫ ਹੈਦਰਾਬਾਦ 'ਚ ਵੀ 1918 'ਚ ਨੂੰ ਫਾਈਨਲੀ ਇਸ ਐਗਜ਼ੈਂਪਸ਼ਨ ਨੂੰ ਦਿੱਤਾ ਗਿਆ। ਹੁਣ ਇੱਥੋਂ ਤੱਕ ਤੇ ਸਿੱਖਾਂ ਨੂੰ ਇਹ ਲੱਗਾ ਵੀ ਕਿਰਪਾਨ ਦੀ ਲੜਾਈ ਕਿਤੇ ਨਾ ਕਿਤੇ ਸਿੱਖਾਂ ਨੇ ਜਿੱਤ ਲਈ ਹੈ। ਹੁਣ ਅਗਲਾ ਇਹਦੇ 'ਚ ਕਾਨੂੰਨੀ ਪੇਚ ਇਹ ਫਸਿਆ ਕਿ ਕਿਰਪਾਨ ਦੇ ਸਾਈਜ਼ ਦਾ ਪਟਿਆਲਾ ਦੇ ਜਿਹੜੇ ਅੰਗਰੇਜ਼ ਅਫਸਰ ਸੀਗੇ ਉਹਨਾਂ ਨੇ ਇੱਕ ਆਰਡਰ ਦੇ ਦਿੱਤਾ ਸੀ, ਜਿੱਥੇ ਉਹਨਾਂ ਨੇ ਫਿਰ ਕਿਰਪਾਨ ਦੇ ਸਾਈਜ਼ ਨੂੰ ਲੈ ਕੇ ਮਸਲਾ ਨਵਾਂ ਖੜਾ ਕਰ। ਹੁਣ ਉਹਦੇ 'ਚ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ 1921 ਅਕਤੂਬਰ ਦੇ ਮਹੀਨੇ ਦੀ ਦੱਸ ਰਿਹਾ ਵੀ ਅੰਗਰੇਜ਼ਾਂ ਨੇ ਜਾਣਬੁੱਝ ਕੇ, ਜਾਂ ਤਾਂ ਉਹ ਚਾਹੁੰਦੇ ਸੀ ਵੀ ਕਿਤੇ ਨਾ ਕਿਤੇ ਮਸਲਾ ਕਿਤੇ ਨਾ ਕਿਤੇ ਖੜਾ ਰਵੇ ਕਿ ਇਸ ਜਿਹੜੀ ਪੂਰੀ ਕੰਟਰੋਵਰਸੀ ਇਹਨੂੰ ਦੇ ਡਿਡ ਨਾਟ ਵਾਂਟ ਟੂ ਪੁੱਟ ਇਟ ਐਟ ਰੈਸਟ ਔਰ ਫॉर ਵਟ ਐਵਰ ਰੀਜ਼ਨ। ਅੰਗਰੇਜ਼ਾਂ ਨੇ ਉਸ ਟਾਈਮ ਤੇ ਕੀ ਕੀਤਾ ਵੀ ਇਹ ਡਿਫਰੈਂਸ਼ੀਏਟਡ ਲਾਅ ਸ਼ੁਰੂ ਕਰਤੇ ਯੂਜ਼ ਕਰਨੇ। ਕਿਤੇ ਕਿਤੇ ਤੁਸੀਂ ਕਿਰਪਾਨ ਦੇ ਕਿਸੇ ਸਾਈਜ਼ ਤੇ ਕਿਸੇ ਨੂੰ ਅਰੈਸਟ ਕਰ ਲਿਆ, ਕਿਸੇ ਜਗ੍ਹਾ ਤੇ ਕਿਸੇ ਨੂੰ ਨਹੀਂ ਕੀਤਾ, ਕਿਸੇ ਜਗ੍ਹਾ ਤੇ ਐਗਜ਼ੈਂਪਸ਼ਨ ਦਿੱਤੀ, ਕਿਸੇ ਜਗ੍ਹਾ ਤੇ ਨਹੀਂ ਦਿੱਤੀ। ਇਹ ਗੱਲ ਮੈਂ ਤੁਹਾਨੂੰ 1921 ਦੀ ਦੱਸ ਰਿਹਾ। ਫਿਰ ਅੰਗਰੇਜ਼ਾਂ ਨੇ ਜਾਣਬੁੱਝ ਕੇ ਅਪ੍ਰੈਲ 1921 ਵਿੱਚ ਇੱਕ ਬਾਬਾ ਹਜ਼ਾਰਾ ਸਿੰਘ ਹੋਏ ਨੇ, ਇੱਕ ਸਿੰਘ ਹੋਏ ਨੇ ਹਜ਼ਾਰਾ ਸਿੰਘ, ਉਹਨਾਂ ਨੂੰ ਅਰੈਸਟ ਕਰ ਲਿਆ। ਉਹਦੇ ਅਰੈਸਟ ਹੋਣ ਤੋਂ ਬਾਅਦ, ਉਸ ਅਰੈਸਟ ਤੋਂ ਬਾਅਦ ਫਿਰ ਇਹ ਮਸਲਾ ਦੁਬਾਰਾ ਉੱਠਿਆ। ਹੁਣ ਉਹਦੇ 'ਚ ਦੇਖੋ ਵੀ ਡਿਫੈਂਸ ਵਿਟਨੈਸ, ਫਿਰ ਕੌਮ ਇੱਕ ਝੰਡੇ ਥੱਲੇ ਆ ਕੇ ਇਕੱਠੀ ਹੋਈ। ਡਿਫੈਂਸ ਵਿਟਨੈਸ ਸਿੱਖਾਂ ਦੇ ਜਿੰਨੇ ਵੱਡੇ ਉਸ ਟਾਈਮ ਵਕੀਲ ਹੋਏ, ਸਕਾਲਰਸ ਹੋਏ, ਲਾਅ ਦੇ ਜਿੰਨੇ ਰੈਪਿਊਟਡ ਬੰਦੇ ਹੋਏ ਜਾਂ ਅਕੈਡਮੀਸ਼ੀਅਨਸ ਹੋਏ, ਜਿਵੇਂ ਸਰਦਾਰ ਬਹਾਦਰ ਮਹਿਤਾਬ ਸਿੰਘ ਜਿਹੜੇ ਬਾਰ ਐਟ ਲਾਅ ਸੀਗੇ, ਸਰਦਾਰ ਤਰਲੋਚਨ ਸਿੰਘ MA LLB, ਸੁੰਦਰ ਸਿੰਘ ਜਿਹੜੇ ਪ੍ਰੈਜ਼ੀਡੈਂਟ ਵੀ ਰਹੇ ਸ਼੍ਰੋਮਣੀ ਕਮੇਟੀ ਦੇ, ਐਕਸ ਮੈਨੇਜਰ ਸੀਗੇ ਦਰਬਾਰ ਸਾਹਿਬ ਦੇ, ਸਰਦਾਰ ਹਰਬੰਸ ਸਿੰਘ ਚੀਫ ਖਾਲਸਾ ਦੀਵਾਨ ਦੇ ਸੈਕਟਰੀ ਸੀਗੇ, ਪ੍ਰੋਫੈਸਰ ਜੋਧ ਸਿੰਘ ਗੁਰੂ ਨਾਨਕ ਕਾਲਜ ਗੁਜਰਾਂਵਾਲਾ ਜਿਹੜਾ ਸੀਗਾ ਉਹਦੇ ਪ੍ਰੋਫੈਸਰ ਜੋਧ ਸਿੰਘ ਹੋਏ ਨੇ। ਪ੍ਰੋਫੈਸਰ ਜੋਧ ਸਿੰਘ ਹੋਣਾ, ਇਹਨਾਂ ਸਾਰਿਆਂ ਨੇ ਐਜ਼ ਅ ਡਿਫੈਂਸ ਵਿਟਨੈਸ ਕੇ ਹਜ਼ਾਰਾ ਸਿੰਘ ਦੇ ਕੇਸ ਵਿੱਚ ਇਸ ਚੀਜ਼ ਨੂੰ ਚੱਕਿਆ ਸੀਗਾ। ਪਰ ਤੁਸੀਂ ਇਸ ਚੀਜ਼ ਦੀ ਨੂੰ, am I audible? Yes, you're audible. ਹਾਂਜੀ, ਇਸ ਚੀਜ਼ ਨੂੰ ਤੁਸੀਂ ਦੇਖੋ ਵੀ ਇਹ ਹੋਣ ਤੋਂ ਬਾਵਜੂਦ ਵੀ ਅੰਗਰੇਜ਼ ਸਰਕਾਰ ਨੇ 6 ਮਹੀਨੇ ਦੀ ਸਜ਼ਾ ਤਾਂ ਵੀ ਬਾਬਾ ਹਜ਼ਾਰਾ ਸਿੰਘ ਨੂੰ ਦਿੱਤੀ, ਜੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਕਿਤੇ ਨਾ ਕਿਤੇ ਧੱਕੇਸ਼ਾਹੀ ਸੀਗੀ। ਇਹਦੇ 'ਚ ਸਿਆਲਕੋਟ ਦੇ ਮੈਜਿਸਟ੍ਰੇਟ ਹੋਏ ਨੇ ਸਰਦਾਰ ਸ਼ਿਵਦੇਵ ਸਿੰਘ, ਉਹ ਆਪ ਐਜ਼ ਅ ਡਿਫੈਂਸ ਵਿਟਨੈਸ ਬਣ ਕੇ ਆਏ ਸੀਗੇ। ਔਰ ਇਹਨਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਕਿਰਪਾਨਾਂ ਦਿੱਤੀਆਂ ਸੀ, ਦਿਖਾਈਆਂ ਸੀਗੀਆਂ। ਉਹਨਾਂ ਨੇ ਦੱਸਿਆ ਸੀ ਕਿ ਕਿਰਪਾਨ ਦੇ ਲਾਅ ਨੂੰ ਲੈ ਕੇ ਇਹ ਸਭ ਮਸਲੇ ਨੇ, ਅੰਗਰੇਜ਼ਾਂ ਨੇ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ। ਸੋ ਇਹ ਇਸ਼ੂਜ਼ ਜਦੋਂ ਵੱਧਦੇ ਗਏ, ਫਿਰ ਸਿੱਖਾਂ ਨੇ 1922 'ਚ ਆ ਕੇ ਫਾਈਨਲੀ ਇੱਕ ਐਗਰੀਮੈਂਟ ਹੋਇਆ ਪੰਜਾਬ ਸਰਕਾਰ ਜਿਹੜੀ ਅੰਗਰੇਜ਼ਾਂ ਦੀ ਸੀ ਔਰ SGPC ਸੀਗੀ। ਉਹਦੇ 'ਚ ਅੰਗਰੇਜ਼ਾਂ ਨੇ ਫਿਰ ਇੱਕ ਹੋਰ ਨਇਆ ਦਾਅ ਪੇਚ, ਐਂਡ ਦਿਸ ਇਜ਼ ਅ ਵੈਰੀ ਇੰਟਰਸਟਿੰਗ ਥਿੰਗ ਯੂ ਵੁੱਡ ਨੋਟਿਸ, ਕਿ ਕਾਨੂੰਨ ਕਿੱਦਾਂ ਜਿਹੜਾ ਲੋਕਾਂ ਨੂੰ ਦਬਾਉਣ ਵਾਸਤੇ ਅੰਗਰੇਜ਼ਾਂ ਨੇ ਉਹਦਾ ਇਸਤੇਮਾਲ ਕੀਤਾ। ਕਾਨੂੰਨ ਦੀ ਵਰਡਿੰਗ ਇਹ ਸੀ ਵੀ ਸਿੱਖਾਂ ਨੂੰ ਉਹਨਾਂ ਨੇ ਐਗਜ਼ੈਂਪਟ ਤਾਂ ਕਰਤੀ ਕਿਰਪਾਨ, ਬਟ ਐਗਜ਼ੈਂਪਟ ਕੀਤੀ ਟੂ ਵੇਅਰ ਦਾ ਕਿਰਪਾਨ ਬਾਈ ਯੋਰ ਸਾਈਡ। ਤੁਸੀਂ ਦੇਖਦੇ ਹੋ ਅਸੀਂ ਗਾਤਰਾ ਪਾਉਂਦੇ ਹਾਂ, ਉਹ ਬਾਈ ਦਾ ਸਾਈਡ ਕਿਰਪਾਨ ਜਿਹੜੀ ਹੁੰਦੀ ਹੈ। ਔਰ ਇਹ ਗੱਲ ਉਦੋਂ ਸਿੱਖਾਂ ਨੇ ਚੱਕੀ ਕਿ ਬਾਈ ਦਾ ਸਾਈਡ ਦਾ ਅੰਗਰੇਜ਼ ਸਰਕਾਰ ਫਾਇਦਾ ਲਏਗੀ ਅਨਨੈਸੈਸਰੀ।
ਉਦੋਂ ਅੰਗਰੇਜ਼ਾਂ ਨੇ ਇਸ ਗੱਲ ਨੂੰ ਕਿਹਾ ਨਹੀਂ ਨਹੀਂ ਇੰਨਾ ਸਿੱਖਾਂ ਨੂੰ ਸਾਡੇ ਤੇ ਭਰੋਸਾ ਹੋਣਾ ਚਾਹੀਦਾ, ਅਸੀਂ ਐਸਾ ਕੋਈ ਕੰਮ ਨਹੀਂ ਕਰਾਂਗੇ। ਇਹ ਡਰ ਇੱਕਦਮ ਸਹੀ ਨਿਕਲਿਆ ਔਰ ਅੰਗਰੇਜ਼ਾਂ ਦੀ ਹਰਕਤ ਦਾ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਮੈਂ ਜਦੋਂ ਕਹਿੰਦਾ ਨੇ ਇਹ ਸਟਰਗਲ ਬੜੀ ਲੰਬੀ ਚੱਲੀ ਹੈ, ਇਟ ਆਲਸੋ ਮੈਟਰਸ ਕਿ ਐਡਮਿਨਿਸਟ੍ਰੇਸ਼ਨ ਨੇ ਕਿਸ ਤਰ੍ਹਾਂ ਦਾ ਵਰਤਾਵ ਕੀਤਾ ਸਾਹਮਣੇ ਵਾਲੇ ਨਾਲ। ਇਹਨਾਂ ਨੇ ਕੀ ਕੀਤਾ, ਹੁਸ਼ਿਆਰਪੁਰ ਡਿਵੀਜ਼ਨ ਵਿੱਚ ਨਾ ਇੱਕ ਸਟੂਡੈਂਟ ਸੀਗਾ ਸਕੂਲ ਦਾ, ਉਹ ਆਪਣੇ ਸਕੂਲ ਵੱਲ ਦੌੜਿਆ ਜਾ ਰਿਹਾ ਸੀ, ਉਹਨੇ ਕਿਰਪਾਨ ਹੱਥ 'ਚ ਫੜੀ ਸੀ ਕਿਉਂਕਿ ਉਹ ਦੌੜਿਆ ਜਾ ਰਿਹਾ ਸੀਗਾ। ਅੰਗਰੇਜ਼ਾਂ ਦੇ ਕਿਸੇ ਪੁਲਿਸ ਅਫਸਰ ਨੇ ਉਹਨੂੰ ਸਾਈਟ ਕੀਤਾ, ਉਹਨੂੰ ਚੱਕ ਲਿਆ, ਅਰੈਸਟ ਕੀਤਾ, ਕਿਉਂਕਿ ਕਿਹਾ ਜੀ ਕਾਨੂੰਨ ਤਾਂ ਬਾਏ ਦਾ ਸਾਈਡ ਕਿਰਪਾਨ ਰੱਖਣ ਦਾ ਹੈਗਾ, ਤੁਹਾਨੂੰ ਹੱਥ 'ਚ ਫੜਨ ਦਾ ਹੈਗਾ ਨਹੀਂ। ਉਸ ਬੱਚੇ ਨੇ, ਔਰ ਜੇ ਤੁਸੀਂ ਅੱਜ ਮੈਨੂੰ ਇਹ ਪੁੱਛੋਗੇ ਨਾ ਕਿ ਜੇ ਕਿਰਪਾਨ ਦੀ ਜਾਂ ਕੜੇ ਦੀ ਲੜਾਈ 'ਚ ਅੱਜ ਯੋਗਦਾਨ ਕਿਹਦਾ ਸਭ ਤੋਂ ਜ਼ਿਆਦਾ, ਦੇਖੋ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਕਨਿੰਗਮ ਨੇ ਜਦੋਂ ਭਰੋਵਾਲ ਦੀ ਸੰਧੀ ਹੋਈ ਸੀਗੀ ਜਾਂ ਮੁਦਕੀ ਦੀ ਜਾਂ ਫੇਰੂ ਦੀ ਲੜਾਈ ਹੋਈ ਸੀਗੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 1845 ਦੀ ਮੈਂ ਗੱਲ ਕਰ ਰਿਹਾ, ਕਨਿੰਗਮ ਨੇ ਉਦੋਂ ਇੱਕ ਗੱਲ ਲਿਖੀ ਸੀ ਵੀ ਜੇ ਸਰਦਾਰਾਂ ਦੇ ਲੀਡਰ ਸਰਦਾਰਾਂ ਨੂੰ ਪ੍ਰੋਪਰ ਲੀਡਰਸ਼ਿਪ ਦਿੰਦੇ, ਕਿਉਂਕਿ ਉਸ ਟਾਈਮ ਲਿਟਲਰ ਦੀ ਫੌਜ ਫਿਰੋਜ਼ਪੁਰ ਸੀਗੀ, ਔਰ ਕਨਿੰਗਮ ਨੇ ਇਹ ਲਿਖਿਆ ਸੀ ਵੀ ਜੇ ਸਰਦਾਰਾਂ ਦੀ ਲੀਡਰਸ਼ਿਪ ਇਹਨੂੰ ਪ੍ਰੋਪਰ ਸਰਦਾਰਾਂ ਨੂੰ ਲੀਡਰਸ਼ਿਪ ਦਿੰਦੀ ਤੇ ਸਰਦਾਰਾਂ ਦੀ ਤੋਪ 'ਚ ਗੋਲਿਆਂ ਦੀ ਥਾਂ ਸਰੋਂ ਤੇ ਰੇਤ ਨਾ ਭਰਦੀ ਤੇ ਅੱਜ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਸੀ। ਤੁਸੀਂ ਸੋਹਣ ਸਿੰਘ ਸੀਤਲ ਸਾਹਿਬ ਉਹਨਾਂ ਦੀ ਵੀ ਜੇ ਕਿਤਾਬ ਪੜ੍ਹੋਗੇ ਉਹਦੇ 'ਚ ਲਿਖਿਆ। ਅੱਜ ਜੇ ਤੁਸੀਂ ਮੈਨੂੰ ਇਹ ਕਹਿਣਾ, ਮੈਂ ਉਸ ਬੱਚੇ ਦੀ ਗੱਲ ਮੈਂ ਥੋੜਾ ਜਿਹਾ ਫਿਰ ਮੈਂ ਮਾਫੀ ਚਾਹੁੰਦਾ, ਮੈਂ ਆਫ ਦਾ ਟਰੈਕ ਚਲਾ ਗਿਆ। ਅੱਜ ਤੁਸੀਂ ਮੈਨੂੰ ਇਹ ਕਹੋਗੇ ਨਾ ਕਿ ਅੱਜ ਦੀ ਯੋਗਦਾਨ ਕਿਹਦਾ ਇਸ ਕੜੇ ਦੀ ਕਿਰਪਾਨ ਦੀ ਲੜਾਈ 'ਚ, ਦੇਖੋ ਇਹ ਯੋਗਦਾਨ ਸਾਡਾ ਨਹੀਂ, ਇਹ ਯੋਗਦਾਨ ਸਿੱਖਾਂ ਦੇ ਕਿਸੇ ਲੀਡਰ ਦਾ ਨਹੀਂ, ਇਹ ਯੋਗਦਾਨ ਕਿਸੇ ਵਕੀਲ ਦਾ ਨਹੀਂ। ਉਹ ਬੱਚੇ ਅੱਜ ਰਾਜਸਥਾਨ 'ਚ, ਹਰਿਆਣੇ 'ਚ, ਦਿੱਲੀ 'ਚ, ਪੰਜਾਬ 'ਚ, ਉਹ ਬੱਚੇ ਜਿਹੜੇ 18-19 ਸਾਲ ਦੀ ਟੈਂਡਰ ਏਜ ਮੈਂ ਕਹਿ ਰਿਹਾ, ਜਿਹੜੇ 1-1, 2-2, 3-3 ਸਾਲ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਦੇ ਨੇ, ਐਂਡ ਦਾ ਮੂਮੈਂਟ ਉਹ ਐਂਟਰੈਂਸ ਐਗਜ਼ਾਮ ਦੀ ਦਹਲੀਜ਼ ਤੇ ਜਾ ਕੇ ਖੜੇ ਹੁੰਦੇ ਨੇ ਔਰ ਇਨਵਿਜੀਲੇਟਰ ਇਹ ਕਹਿ ਦਿੰਦਾ ਕਿ ਯਾਰ ਤੁਹਾਨੂੰ ਕਿਰਪਾਨ ਲਾਉਣੀ ਪਏਗੀ ਜਾਂ ਤੁਸੀਂ ਅਗਲੇ ਸਾਲ ਐਂਟਰੈਂਸ ਦੇਣ ਆਏ, ਉਹ ਬੱਚਾ ਰੋਏਗਾ, ਪਰੇਸ਼ਾਨ ਹੋਏਗਾ, ਪਰ ਅਖੀਰ 'ਚ ਇਹ ਕਹੇਗਾ ਠੀਕ ਹੈ ਮੈਂ ਐਂਟਰੈਂਸ ਐਗਜ਼ਾਮ ਨਹੀਂ ਦਿੰਦਾ, ਮੈਂ ਕੋਰਟ 'ਚ ਦੀ ਲੜਾਈ ਲੜਾ। ਸੋ ਅੱਜ ਦੀ ਇਸ ਲੜਾਈ 'ਚ, ਔਰ ਇਹ ਅੱਜ ਖਤਮ ਹੋਣ ਵਾਲਾ ਮਸਲਾ ਨਹੀਂ, ਅਗਲੇ ਕਈ ਸਾਲ ਚੱਲੇਗਾ। ਜੇ ਉਹਦੇ 'ਚ ਕਿਸੇ ਦਾ ਸਭ ਤੋਂ ਵੱਡਾ ਯੋਗਦਾਨ ਹੈ ਤੇ ਉਹ ਇਹਨਾਂ ਬੱਚਿਆਂ, ਇਹ ਹਿੰਮਤ ਕਈ ਵਾਰੀ ਅਸੀਂ ਤੁਸੀਂ ਨਹੀਂ ਕਰ ਪਾਉਂਦੇ ਏਅਰਪੋਰਟ ਤੇ ਜਾਂ ਪੁਲਿਸ ਸਟੇਸ਼ਨਾਂ 'ਚ ਜਾਂ ਲਾਲ ਕਿਲੇ 'ਚ ਵੀ, ਜਾਂ ਕਈ ਜਗ੍ਹਾ ਤੇ ਇਹ ਮਸਲਾ ਹੁੰਦਾ। ਇਹ ਜਿੰਨੀਆਂ ਤੁਸੀਂ, ਮੇਰੇ ਕੋਲ ਜਿੰਨੇ ਕੋਇਨਸੀਡੈਂਸ ਵੀ ਹੋ ਸਕਦਾ ਹੈ ਵੀ ਮੇਰੇ ਕੋਲ ਜਿੰਨੇ ਕੜੇ ਕਿਰਪਾਨ ਦੇ ਮਸਲੇ ਨੇ, ਉਹਨਾਂ ਸਾਰਿਆਂ 'ਚ ਪਟੀਸ਼ਨਰ ਸਟੂਡੈਂਟਸ ਹਨ। ਕਿਸੇ ਸਟੂਡੈਂਟ ਨੂੰ ਰੈੱਡ ਫੋਰਟ ਰੋਕ ਲਿਆ, ਕਿਸੇ ਨੂੰ ਨੀਟ ਦੇ ਐਗਜ਼ਾਮ 'ਚ ਰੋਕ ਲਿਆ, ਕਿਸੇ ਨੂੰ ਫਲਾਣੇ ਕਿਸੇ ਐਗਜ਼ਾਮ 'ਚ ਰੋਕ ਲਿਆ। ਸੋ ਹੁਣ ਮੈਂ ਵਾਪਸ ਆਉਣਾ ਉਸ ਗੱਲ ਤੇ, ਹੁਸ਼ਿਆਰਪੁਰ ਦੀ ਮੈਂ ਡਿਵੀਜ਼ਨ ਦੀ ਗੱਲ ਕਰ ਰਿਹਾ ਸੀ, ਅੰਗਰੇਜ਼ਾਂ ਦੇ ਰਾਜ ਥੱਲੇ ਸੀਗਾ ਉਹ। ਉਸ ਬੱਚੇ ਨੂੰ ਇਹਨਾਂ ਨੇ ਚੱਕ ਲਿਆ ਤੇ ਉਹ ਤੇ ਕਿਹਾ ਜੀ ਤੁਸੀਂ ਕਾਨੂੰਨ ਦਾ ਉਲੰਘਣ ਕੀਤਾ, ਈਦਰ ਯੂ ਵੁੱਡ ਹੈਵ ਟੂ ਕਿਰਪਾਨ ਅਸੀਂ ਜਾਂ ਤਾਂ ਤੁਹਾਡੇ ਤੋਂ ਅਲੱਗਾ ਕਰਾਂਗੇ ਜਾਂ ਤੁਹਾਨੂੰ ਫੇਸ ਕਰਨਾ ਪਏਗਾ ਟਰਾਇਲ। ਉਹ ਬੱਚਾ ਹੀ ਨੈਵਰ ਗੋਟ ਡਿਟਰਡ, ਉਹਨੇ ਕਿਹਾ ਮੈਂ ਟਰਾਇਲ ਫੇਸ ਕਰਾਂਗਾ। ਅੰਗਰੇਜ਼ ਇਸ ਲੈਵਲ ਤੱਕ ਚਲੇ ਗਏ ਕਿ ਅੰਗਰੇਜ਼ਾਂ ਨੇ ਉਹਨੂੰ 1 ਮਹੀਨੇ ਦੀ ਸਜ਼ਾ ਵੀ ਦਿੱਤੀ ਔਰ 55 ਰੁਪਏ 55 ਰੁਪਏ 50 ਫਾਈਨ ਰੁਪੀਜ਼ ਉਹਦੇ ਤੇ ਫਾਈਨ ਵੀ ਲਾਇਆ ਜੋ ਉਸ ਬੱਚੇ ਨੇ ਮਨਜ਼ੂਰ ਕੀਤਾ। ਸੋ ਇਹ ਲੜਾਈਆਂ ਜਿਹੜੀਆਂ ਨੇ ਇਹਦੇ 'ਚ ਅਸੀਂ ਕਹਿੰਦੇ ਵੀ ਖੂਨ ਵੀ ਬੜਾ ਡੁੱਲਿਆ, ਪਰ ਕਈ ਲੋਕਾਂ ਨੇ ਆਪਣੇ ਪਿੰਡੇ ਤੇ ਇਹ ਤਸ਼ੱਦਦ ਸਹਾਰਿਆ। ਇਸ ਲੜਾਈ ਦੇ ਹੀਰੋ ਉਹ ਸਾਰੇ। ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਕਈ ਸਿੱਖ ਜਿਹੜੇ ਕਿਰਪਾਨਾਂ ਦੀ ਸਫਾਈ ਕਰ ਰਹੇ ਸੀ, ਬਿਕਾਜ਼ ਦੇ ਵਰ ਨਾਟ ਵੇਅਰਿੰਗ ਇਟ ਬਾਈ ਸਾਈਡ, ਅੰਗਰੇਜ਼ਾਂ ਨੇ ਉਹਨਾਂ ਨੂੰ ਵੀ ਚੱਕ ਲਿਆ। ਸਿੱਖ ਵਾਜ਼, ਮੈਨੂੰ ਯਾਦ ਹੈ ਇੱਕ ਕੋਈ ਸੁੰਦਰ ਹਾਲ 'ਚ ਇੱਕ ਕੋਈ ਸੈਰੇਮਨੀ ਹੋ ਰਹੀ ਸੀਗੀ, ਉੱਥੇ ਸੁਪਰੀਟੈਂਡੈਂਟ ਆਫ ਪੁਲਿਸ ਨੇ ਆਪ ਜਾ ਕੇ ਇੱਕ ਸਿੱਖ, ਹੀ ਵਾਜ਼ ਲੀਨਿੰਗ ਔਨ ਦਾ ਕਿਰਪਾਨ, ਉਹਨਾਂ ਨੇ ਉਹਨੂੰ ਵੀ ਚੱਕ ਲਿਆ, ਅਰੈਸਟ ਕਰ ਲਿਆ। ਸੋ ਇਹ ਲੜਾਈ ਬਾਏ ਦਾ ਸਾਈਡ ਵਰਡ ਜਿਹੜਾ ਸੀਗਾ ਅੰਗਰੇਜ਼ਾਂ ਦਾ, ਇਹਨਾਂ ਨੇ ਬੜਾ ਦੁਰਉਪਯੋਗ ਕੀਤਾ। ਫਿਰ ਸਰਦਾਰ ਰਾਮ ਸਿੰਘ ਮੰਡੀ ਡੱਬ ਵਾਲੀ ਹੋਏ, ਕਿਰਪਾਨ ਜਦੋਂ ਸਹੁਰੇ ਸੀਗੇ, ਕਿਰਪਾਨ ਉਹਨਾਂ ਦੀ ਸਾਈਡ ਤੇ ਸੀਗੀ, ਉਹਨਾਂ ਨੂੰ ਅੰਗਰੇਜ਼ਾਂ ਨੇ ਚੱਕ ਲਿਆ ਔਰ ਜੇਲ੍ਹ ਭੇਜਿਆ। ਉਸ ਤੋਂ ਬਾਅਦ ਫਿਰ ਇਹ ਸਾਰਾ ਜਿਹੜਾ ਮਸਲਾ ਹੋਇਆ, ਸਿੱਖਾਂ ਨੇ ਇਹਦੀ ਫਿਰ ਪ੍ਰੋਪਰ ਲੜਾਈ ਲੜੀ। ਉਸ ਤੋਂ ਬਾਅਦ ਜਾ ਕੇ ਕਿਤੇ ਫਿਰ ਮੈਂ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੀ ਮੈਂ ਗੱਲ ਕੀਤੀ, ਜਦੋਂ ਰਹਿਤ ਮਰਿਆਦਾ 'ਚ ਇਹ ਕੋਡੀਫਾਈ ਹੋਇਆ, ਇਹ ਲੜਾਈ ਚੱਲਦੀ ਰਹੀ ਕਾਨੂੰਨ ਤੇ। ਫਿਰ ਇੱਕ ਜਗ੍ਹਾ ਤੇ ਸਰਦਾਰ ਬਚਿੱਤਰ ਸਿੰਘ ਹੋਏ ਨੇ, ਅਕਾਲ ਤਖਤ ਸਾਹਿਬ ਦੇ ਅਹੁਦੇਦਾਰ ਵੀ ਰਹੇ, ਉਹਨਾਂ ਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਤੁਸੀਂ ਇਹ ਦੇਖੋ ਵੀ ਇਹ ਹੁਣ ਬੜਾ ਇੰਟਰਸਟਿੰਗ ਕੇਸ ਹੈਗਾ ਵੀ ਥੱਲੜੀ ਅਦਾਲਤ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ, ਉਹਨਾਂ ਨੇ ਹਾਈ ਕੋਰਟ 'ਚ ਅਪੀਲ ਕੀਤੀ। ਉਦੋਂ ਤੱਕ ਮੈਟਰ ਡਿਸਾਈਡ ਨਹੀਂ ਹੋ ਪਾਇਆ ਕਿਉਂਕਿ ਲਾਅ ਤੇ ਕਲੈਰਿਟੀ ਨਹੀਂ ਸੀ ਹੈਗੀ। ਉਹਨਾਂ ਨੂੰ ਸਜ਼ਾ 2 ਸਾਲ ਦੀ ਮਿਲੀ ਸੀਗੀ, ਬਟ ਜਸਟ ਬਿਕੋਜ਼ ਸਜ਼ਾ ਦੇਣੀ ਸੀਗੀ ਲਾਅ ਦੇ ਅੰਤਰਗਤ, ਫਿਰ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਗਈ। ਸੋ ਇਹ ਕਾਨੂੰਨ ਦੀ ਲੜਾਈ ਬੜੀ ਦੇਰ ਚੱਲਦੀ ਰਹੀ। ਫਾਈਨਲੀ ਹੁਣ ਮੈਂ ਇਸ ਅਗਲੇ 10-15 ਸਾਲ ਮੈਂ ਇਹਨੂੰ ਥੋੜਾ ਜਿਹਾ ਮੈਂ ਫਰਦਰ ਕਰਕੇ ਮੈਂ ਅੱਗੇ ਆਉਣਾ ਵੀ ਫਿਰ 1947 ਮਾਰਚ ਦੇ ਮਹੀਨੇ 'ਚ 4 ਜਾਣੇ ਸੀਗੇ ਜਿਹੜੇ ਸਬ ਕਮੇਟੀ ਬਣੀ ਸੀਗੀ ਮਾਈਨੋਰਿਟੀ ਰਾਈਟਸ ਨੂੰ ਲੈ ਕੇ, ਅਲਾੜੀ ਕ੍ਰਿਸ਼ਨਾ ਸਵਾਮੀ ਅਈਅਰ, KM ਮੁੰਸ਼ੀ, ਹਰਨਾਮ ਸਿੰਘ ਔਰ ਡਾਕਟਰ BR ਅੰਬੇਦਕਰ ਔਰ ਹੋਰ ਵੀ ਬਾਕੀ ਕਈ ਇਸ ਦੇ ਵਿੱਚ ਮੈਂਬਰ ਸੀਗੇ ਸਬ ਕਮੇਟੀ ਵਿੱਚ। ਸੋ ਮਾਰਚ 24, 1947 ਨੂੰ
ਮਿਸਟਰ ਮੁੰਸ਼ੀ KM ਮੁੰਸ਼ੀ ਜਿਹੜੇ ਸੀਗੇ ਉਹਨਾਂ ਦਾ ਡਰਾਫਟ ਜਿਹੜਾ ਸੀਗਾ ਉਹ ਐਨਾਲਾਈਜ਼ ਕੀਤਾ ਗਿਆ। ਉਹਦੇ 'ਚ ਮਾਈਨੋਰਿਟੀਜ਼ ਨੂੰ ਕਈ ਰਾਈਟਸ ਦਿੱਤੇ ਗਏ ਜਿਹੜੇ ਅੱਜ ਵੀ ਸੰਵਿਧਾਨ 'ਚ ਹੈਗੇ ਨੇ। ਕਿਰਪਾਨ ਦਾ ਰਾਈਟ ਜਿਹੜਾ ਕੋਡੀਫਾਈ ਹੋ ਕੇ ਮਿਲਿਆ ਉਹ ਮਿਲਿਆ ਹਰਨਾਮ ਸਿੰਘ ਹੁਣਾਂ ਨੇ 18 ਮਾਰਚ, ਇਸ ਮੀਟਿੰਗ ਤੋਂ 6 ਦਿਨ ਪਹਿਲਾਂ 18 ਮਾਰਚ 1947 ਨੂੰ ਜਿਹੜਾ ਡਰਾਫਟ ਦਿੱਤਾ ਸੀਗਾ। ਫਾਈਨਲੀ ਉਹ ਕੋਡੀਫਾਈ ਹੋ ਕੇ ਸਾਨੂੰ ਸੰਵਿਧਾਨ ਦੀ ਜਿਹੜੀ ਆਰਟੀਕਲ 25 ਹੈਗਾ ਉਹਦੀ ਐਕਸਪਲੇਨੇਸ਼ਨ 1 ਚ ਰਾਈਟ ਆਫ ਸਿੱਖਸ ਟੂ ਵੇਅਰ ਕਿਰਪਾਨ, ਵੇਅਰ ਐਂਡ ਕੈਰੀ ਕਿਰਪਾਨ ਜਿਹੜਾ ਹੈਗਾ ਫਾਈਨਲੀ ਉਹ ਸਾਨੂੰ ਇਹ ਜਿਹੜਾ ਅਧਿਕਾਰ ਹੈਗਾ ਉਹ ਫਾਈਨਲੀ ਸਾਨੂੰ 1947 ਚ ਮਿਲਿਆ। क्या बात है। सिर्फ बड़ी चीज़ें ऐसियां सन जो असी पहले कभी नहीं सुनिया वो अज सुनन नूं मिलियां ने एंड बहुत अच्छे तरीके नाल तुसी गल कीती। तुसी जिहड़े केसिस उत्ते भी जो छोटी छोटी गल हिस्टरी विच कीती है और मैं थोड़ा जिहा होर इस विच तुहानूं इलैबोरेट करना चाहना कि जिहड़ी नीट दी हुण लेटेस्ट लड़ाई तुसी लड़ी है, जिहड़ी कड़े नूं लैके और किरपान नूं लैके जिहड़ी लेटेस्ट नीट दी लड़ाई लड़ी गई है, तुसी कि ਉਹਦੇ 'ਚ ਪੈਟੀਸ਼ਨਰ ਸਟੂਡੈਂਟਸ ਨੇ हर तरीके ਦੇ ਨਾਲ, लेकिन कोर मुद्दा साडी ड्यूटीज और राइट्स का की है? क्योंकि ज़्यादातर लोग अगर किसी को किया जाता किरपान उतार ले तो बच्चा कहता यार मैं सारे साल मेहनत की है तो अज मैं एग्जाम देना, कहता यार मैं दे दिंदा कोई नहीं, 2-3 घंटे की गल है। जनरली ये आउंदा एयरपोर्ट पर भी सानू यह कहा जाता कोई गल नहीं जी तुसी अथॉरिटी नूं दे दो, तुसी उधरों उतरोगे तो तुहानूं किरपान दे देंगे। भी 15 मिनट की 1 घंटे की फ्लाइट है, तुसी घंटे बाद 2-1.5 घंटे की फ्लाइट है, तो उस तो बाद साडे कोलों किरपान लैनी। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਇਹ ਕੀ ਇਸ ਲੜਾਈ ਨੂੰ ਲੜਨ ਲਈ ਸਾਡਾ ਮੇਨ ਮੁੱਦਾ ਕੀ ਹੈ? ਸਾਡੀ ਰਾਈਟਸ ਡਿਊਟੀਜ਼, ਕਨਸਟੀਟਿਊਸ਼ਨ ਸਾਨੂੰ ਕੀ ਰਾਈਟ ਦਿੰਦਾ ਇਸ ਵਿੱਚ? ਰਾਈਟਸ ਦੀ ਮੈਂ ਗੱਲ ਕਰਦਾ ਜੀ, ਨਾਟ ਓਨਲੀ ਅਬਾਊਟ ਸਿੱਖ ਰਾਈਟਸ, ਮੈਂ ਪਹਿਲਾਂ ਗੱਲ ਕਰਦਾ ਫਰੀडम ਆਫ ਰਿਲੀਜਨ ਦੇ ਰਾਈਟ ਦੀ। ਸੰਵਿਧਾਨ ਦੇ ਆਜ਼ਾਦੀ ਦੇ 7 ਸਾਲ ਬਾਅਦ ਹੀ 1954 ਦੀ ਇੱਕ ਜਜਮੈਂਟ ਹੈਗੀ ਹੈ, ਹਿੰਦੂ ਰਿਲੀਜੀਅਸ ਐਂਡੋਮੈਂਟਸ ਵਰਸਸ ਸ਼੍ਰੀ ਲਕਸ਼ਮੇਂਦਰ ਤੀਰਥ ਸਵਾਮੀਆਰ ਆਫ ਸ਼ਿਰੂਰ ਮੱਠ। ਫਰੀडम ਆਫ ਰਿਲੀਜਨ ਦਾ ਜਿਹੜਾ ਰਾਈਟ ਟੂ ਫਰੀडम ਆਫ ਰਿਲੀਜਨ ਹੈਗਾ ਉਸ ਦੇ ਬਾਰੇ ਇੱਕ ਬੜੀ ਇੰਟਰਸਟਿੰਗ ਆਬਜ਼ਰਵੇਸ਼ਨ ਹੈਗੀ ਹੈ ਕੋਰਟ ਦੀ, ਜਿਹੜੀ ਕਹਿੰਦੀ ਹੈ ਵੀ ਕਨਸਟੀਟਿਊਸ਼ਨ ਜਿਹੜਾ ਹੈਗਾ it not only protects the freedom of religion but also protects the acts done in pursuance of that religion। so ਜਦੋਂ ਅਸੀਂ ਇਹ ਕਿਹਾ ਸੀ ਕਿ ਇੱਕ ਅੰਮ੍ਰਿਤਧਾਰੀ ਸਿੱਖ ਵਾਸਤੇ ਕਿਰਪਾਨ ਦਾ ਅਧਿਕਾਰ ਜਿਹੜਾ ਹੈਗਾ, now you see wearing and carrying of kirpan is a positive act which is done in pursuance of professing the Sikh religion, ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਉਹਨਾਂ ਵਾਸਤੇ। ਸੋ ਇਹ ਜਜਮੈਂਟ ਸਕੁਐਰਲੀ ਇਸ ਚੀਜ਼ ਤੇ ਅਪਲਾਈ। ਹੁਣ ਅਸੀਂ ਆ ਜਾਂਦੇ ਹਾਂ ਰਾਈਟਸ ਆਫ ਡਿਊਟੀਜ਼, ਰਾਈਟਸ ਐਂਡ ਡਿਊਟੀਜ਼ ਨੂੰ ਲੈ ਕੇ ਨੀਟ ਦੇ ਜਿਹੜੇ ਮਸਲੇ, ਜਿਹੜਾ ਲੀਗਲ ਇਸ਼ੂ, ਕੋਰ ਲੀਗਲ ਇਸ਼ੂ ਉੱਠਿਆ ਸੀਗਾ ਉਹ ਇਹ ਸੀਗਾ ਵੀ ਸਿਰਫ ਨੀਟ ਵਾਸਤੇ ਨਹੀਂ, ਨੀਟ, ਰੈੱਡ ਫੋਰਟ ਜਾਂ ਜਿੰਨੇ ਵੀ ਸਟੂਡੈਂਟਸ ਦੇ ਮਸਲੇ ਹੋਏ ਨੇ ਵੀ ਪ੍ਰੋਹਿਬਿਟਿਡ ਆਈਟਮਸ ਵਿੱਚ ਜਿਹੜੀਆਂ ਗਾਈਡਲਾਈਨਸ ਆਈਆਂ ਨੇ, ਕਿਤੇ ਕਿਤੇ ਇਹ ਹੋਇਆ ਵੀ ਇੱਕ ਤਾਂ ਇਹਨਾਂ ਨੇ ਪ੍ਰੋਹਿਬਿਟਿਡ ਆਈਟਮਸ ਇਹਨਾਂ ਨੂੰ ਪਾਤਾ ਇਹ ਕਹਿ ਕੇ ਵੀ ਮੈਟੈਲਿਕ ਆਈਟਮਸ ਜਿਹੜੀਆਂ ਨੇ, ਬਿਕਾਜ਼ ਕੜਾ ਜਾਂ ਕਿਰਪਾਨ ਜਿਹੜੇ ਨੇ ਮੈਟਲ ਦੇ ਹੁੰਦੇ ਨੇ, ਮੈਟੈਲਿਕ ਆਈਟਮਸ ਜਿਹੜੀਆਂ ਹੈਗੀਆਂ ਨੇ ਉਹ ਅਲਾਉਡ ਨਹੀਂ ਹੈਗੀਆਂ। ਉਹਦਾ ਰੀਜ਼ਨ ਉਹਨਾਂ ਨੇ ਇਹ ਦਿੱਤਾ ਵੀ ਟੂ ਪ੍ਰੀਵੈਂਟ ਲੈਪਸਿਸ ਇਨ ਕੇਸਿਸ ਆਫ ਚੀਟਿੰਗ, ਇਹਨਾਂ ਨੇ ਮੈਟੈਲਿਕ ਆਈਟਮਸ ਅਲਾਉ ਨਹੀਂ ਕੀਤੀਆਂ। ਕੁਛ ਕੁੜੀਆਂ ਉੱਤੇ ਬੈਂਗਲਸ ਪਾ ਕੇ ਵੀ ਆਉਂਦੀਆਂ ਨੇ ਜਾਂ ਮੈਟਲ ਦੇ ਕਈ ਹੋਰ ਜਿਹੜੇ ਅਸੈਸਰੀਜ਼ ਪਾ ਕੇ ਵੀ ਸਟੂਡੈਂਟਸ ਜਾਂਦੇ ਨੇ। ਸੋ ਉਹਨਾਂ ਨੇ ਇੱਕ ਬਲੈਂਕੇਟ ਪ੍ਰੋਹਿਬਿਸ਼ਨ ਲਾ। ਹੁਣ ਇਹਦੇ 'ਚ ਕੋਈ ਵੀ ਐਕਸੈਪਸ਼ਨ ਨਹੀਂ ਦਿੱਤੀ ਗਈ ਕਿ ਕੜਾ ਕਿਰਪਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਚਾਹੇ ਉਹ ਮੈਟਲ ਦੇ ਬਣੇ ਹੋਏ ਮੈਟੈਲਿਕ ਆਈਟਮਸ ਨੇ, ਬਟ ਦੋਜ਼ ਆਰ ਨਾਟ ਲੈਪਸਿਸ ਮੈਂਟ ਟੂ create a room for cheating or unfair means in exam, but those are rather articles of faith which an Amritdhari Sikh is duty bound to wear and carry all the time। so ਨੀਟ 'ਚ ਇਹ ਜਦੋਂ ਮਸਲਾ ਹੋਇਆ ਸੀਗਾ, ਨੀਟ 'ਚ ਕੋਰ ਇਸ਼ੂ ਇਹ ਉੱਠਿਆ ਸੀਗਾ ਕਿ ਜੇ ਕਿਰਪਾਨ, ਵੇਅਰਿੰਗ ਐਂਡ ਕੈਰਿੰਗ ਆਫ ਕਿਰਪਾਨ ਜੇ ਤੁਹਾਨੂੰ ਫੰਡਾਮੈਂਟਲ ਰਾਈਟ ਹੈਗਾ, ਵੀਜ਼ਾ ਵੀ ਜੇ ਐਸੀ ਕੋਈ ਪ੍ਰੋਹਿਬਿਸ਼ਨ ਗਾਈਡਲਾਈਨ ਕਿਸੇ ਅਥਾਰਟੀ ਨੇ ਜਿਹੜੀਆਂ ਨੀਟ ਜਾਂ ਦੂਸਰੇ ਐਗਜ਼ਾਮਸ ਕਰਾਉਂਦੀਆਂ ਨੇ ਉਹਨਾਂ ਨੇ ਕੋਈ ਐਸੀਆਂ ਪ੍ਰੋਹਿਬਿਸ਼ਨਸ ਲਾਈਆਂ ਨੇ, so how would you balance those and how would you balance the rights and duties in those cases which you have rightly pointed out। so ਨੀਟ ਦੀ ਜਜਮੈਂਟ 'ਚੋਂ ਮੈਂ ਤੁਹਾਨੂੰ ਥੋੜਾ ਜਿਹਾ ਕੋਟ ਦਿੰਦਾ ਵੀ ਇਹਦੇ 'ਚ honorable ਕੋਰਟ ਨੇ ਇਹ ਆਬਜ਼ਰਵੇਸ਼ਨ ਦਿੱਤੀ ਹੈ ਵੀ it is, ਮੈਂ I'd read that from the judgment itself, ਵੀ it is besides emphasized that no law prohibits the wearing of kirpan or kada, and on the other hand wearing them in other public places and even in under special conditions such as in aircrafts during flights and such other places is permitted। ਇਹ ਆਬਜ਼ਰਵੇਸ਼ਨ ਇਸ ਕਰਕੇ ਉਹਦੇ ਦੋ ਕਾਰਨ ਨੇ ਆਉਣ ਦੇ। ਪਹਿਲਾ ਇਹ ਕਿ ਕੋਈ ਵੀ ਐਸੀ ਸਟੈਟੂਟਰੀ, ਕੋਈ ਐਸਾ ਲਾਅ ਨਹੀਂ ਹੈਗਾ ਜਿਹੜਾ ਇਹਨੂੰ ਪ੍ਰੋਹਿਬਿਟ ਕਰੇ। ਅਗਰ ਕੋਈ ਕਾਨੂੰਨ ਐਸਾ ਹੁੰਦਾ ਹੈ, ਫੋਰ ਐਗਜ਼ਾਮਪਲ
ਤੇ ਉਸ ਕਾਨੂੰਨ ਨੂੰ ਹਮੇਸ਼ਾ ਤੁਸੀਂ ਉਸ ਪ੍ਰੋਹਿਬਿਸ਼ਨ ਨੂੰ ਜਸਟੀਫਾਈ ਕਰੋਗੇ, ਉਹਦੇ ਲਈ ਸੰਵਿਧਾਨ 'ਚ ਅਲੱਗ ਕਲੌਜ਼ ਹੈਗਾ। ਇਹਦੇ 'ਚ ਮੈਂ ਕੈਨੇਡਾ ਦਾ ਜਿਹੜਾ ਮੈਂ ਕਿਰਪਾਨ ਦੇ ਕੇਸ ਦਾ ਜ਼ਿਕਰ ਕੀਤਾ ਸੀ, ਮੈਂ ਉਹਦੇ 'ਚ ਵੀ, ਕਿਉਂਕਿ ਕੈਨੇਡਾ ਦਾ ਲਾਅ ਵੀ ਇਸ ਪੁਆਇੰਟ ਤੇ ਸਿਮਿਲਰ ਹੈ ਕਿ ਸੈਕਸ਼ਨ 2A ਤੁਹਾਨੂੰ ਇਹ ਫਰੀडम ਦਿੰਦਾ, ਔਰ ਸੈਕਸ਼ਨ 1A ਉਸ ਪ੍ਰੋਹਿਬਿਸ਼ਨ ਨੂੰ ਜਸਟੀਫਾਈ ਕਰਨ ਵਾਸਤੇ ਕਹਿੰਦਾ ਸਟੇਟ ਗਵਰਨਮੈਂਟ। ਸੋ ਇਹ ਜੂਰਿਸਪ੍ਰੂਡੈਂਸ ਆਲਮੋਸਟ ਸਿਮਿਲਰ ਹੈਗੀ ਹੈ। ਉਸ ਤੋਂ ਬਾਅਦ ਇਸ ਜਜਮੈਂਟ 'ਚ, ਨੀਟ ਵਾਲੀ ਜਜਮੈਂਟ 'ਚ ਅੱਗੋਂ ਲਿਖਿਆ ਸੀ ਵੀ ਇਨ ਦਾ ਪ੍ਰੈਜ਼ੀਡੈਂਟ ਕੇਸ ਕੰਸੀਡਰਡਲੀ, ਇੱਕ ਕੰਸੀਡਰਡ ਇਫੈਕਟ ਸੀਗਾ ਦੋਨੋਂ ਸਾਈਡਸ ਤੋਂ, there is no law which per se bans the entry of kada and kirpan or such like objects or articles of faith. Every practicing Sikh is enjoined to wear kada and carry the kirpan. Our constitution has gone to the length of clarifying that those articles of faith are deemed to be a profession of the Sikh religion. ਇਹ ਸੈਂਟੈਂਸ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਮੈਂ ਉੱਪਰ ਮਹਿਰੂਰ ਮੱਠ ਵਾਲੀ ਜਜਮੈਂਟ ਦੱਸੀ ਸੀ ਕਿ not only religion ਦੀ freedom ਜਿਹੜੀ ਉਹ protect ਕਰਦਾ constitution, but also for the acts which are done in pursuance of professing that religion. So ਇਹਦੇ 'ਚ ਇੱਕ ਹੋਰ ਲਾਸਟ ਆਬਜ਼ਰਵੇਸ਼ਨ ਜਿਹੜੀ ਜ਼ਰੂਰੀ ਹੈਗੀ ਹੈ ਉਹ ਇਹ ਹੈ ਵੀ a fact not disputed is that kada and kirpan are commonplace even in highly restricted areas such as aircrafts during flights, during travel and in a number of other public places. ਇਹ ਆਬਜ਼ਰਵੇਸ਼ਨ ਅਦਰਵਾਈਜ਼ ਵੀ ਸਾਡੇ ਕੰਮ ਆਈ ਸੀ ਕਿਉਂਕਿ ਜਿਹੜਾ ਰੈੱਡ ਫੋਰਟ ਵਾਲਾ ਕੇਸ ਹੋਇਆ ਸੀ, ਫਿਰ ਇਸੇ ਆਬਜ਼ਰਵੇਸ਼ਨਸ ਨੂੰ ਯੂਜ਼ ਕਰਕੇ, ਇਸੇ ਲਾਅ ਨੂੰ ਯੂਜ਼ ਕਰਕੇ ਦਿੱਲੀ ਪੁਲਿਸ ਨੇ ਆਖਿਆ ਸੀ ਕਿ ਕਿਰਪਾਨ ਦਾ ਰਾਈਟ ਸੰਵਿਧਾਨ 'ਚ ਸਿੱਖਾਂ ਨੂੰ ਹੈਗਾ। ਸੋ ਨੀਟ 'ਚ ਇਹ ਕਾਨੂੰਨੀ ਮਸਲਾ ਸੀਗਾ ਜਿਹੜਾ ਉੱਠਿਆ ਸੀਗਾ। ਮੈਂ ਇਫ ਯੂ ਵੁਡ ਪਰਮਿਟ ਮੀ, ਤੇ ਮੈਂ ਕੈਨੇਡਾ ਦਾ ਜਿਹੜਾ ਜਜਮੈਂਟ ਦੀ ਗੱਲ ਕਰ ਰਿਹਾ ਸੀ ਉਹ ਮੈਂ 1 ਮਿੰਟ 'ਚ ਬਰੀਫ ਦੇ ਕੇ ਉਸੇ ਵੀ ਦੱਸ ਦਾਂਗਾ। ਕੇਸ ਜਿਹੜਾ ਹੈਗਾ ਹੈ ਕਿਊਬੈਕ ਪ੍ਰੋਵਿੰਸ ਤੋਂ ਉੱਠਿਆ ਸੀਗਾ ਕਿ ਗੁਰਬਾਜ ਸਿੰਘ ਇੱਕ ਸਟੂਡੈਂਟ ਸੀਗਾ, his surname goes by the term Multani. So ਗੁਰਬਾਜ ਸਿੰਘ ਮੁਲਤਾਨੀ ਸੀਗਾ ਇਹ ਸਟੂਡੈਂਟ, ਇਹਦੇ ਫਾਦਰ ਨੇ ਕੇਸ ਕੀਤਾ ਸੀਗਾ। ਸੋ ਸਕੂਲ ਦਾ ਜਿਹੜਾ ਬੋਰਡ ਸੀਗਾ ਉਸਨੇ ਅੰਡਰ ਦਾ ਸਕੂਲ ਸੇਫਟੀ ਦੇ ਕਰਕੇ ਇੱਕ ਉਹ ਪ੍ਰੋਹਿਬਿਸ਼ਨ ਉੱਤੇ ਲਾਤੀ ਸੀ ਵੀ ਹੀ ਕੈਨੋਟ ਕੈਰੀ ਕਿਰਪਾਨ, ਤੇ ਸਕੂਲ ਬੋਰਡ ਨੇ ਜਦੋਂ ਇਹ ਪ੍ਰੋਹਿਬਿਸ਼ਨ ਲਾਤੀ ਤੇ ਮੈਟਰ ਜਿਹੜਾ ਸੀਗਾ ਉਹ ਸਕੂਲ ਬੋਰਡ ਦੀ ਕਾਉਂਸਲ ਆਫ ਕਮਿਸ਼ਨਰਸ ਕੋਲ ਗਿਆ ਸੀ ਐਜ਼ ਐਨ ਅਪੀਲ। ਉਸਨੇ ਉਸ ਪ੍ਰੋਹਿਬਿਸ਼ਨ ਨੂੰ ਸਹੀ ਮੰਨਿਆ ਸੀ। ਉਸ ਤੋਂ ਬਾਅਦ ਇੱਕ ਕੋਰਟ ਆਫ ਅਪੀਲ, ਸੁਪੀਰੀਅਰ ਕੋਰਟ 'ਚ ਇਹਦੀ ਅਪੀਲ ਕੀਤੀ ਗਈ ਸੀ ਔਰ ਉਸਨੇ ਵੀ ਇਸ ਚੀਜ਼ ਨੂੰ ਕਿਹਾ ਕਿ ਨਹੀਂ ਜੀ ਪ੍ਰੋਹਿਬਿਸ਼ਨ ਹੋਏਗੀ ਕਿਰਪਾਨ ਤੇ। ਫਿਰ ਇਸ ਨੂੰ, ਕਿਉਂਕਿ ਸਾਡੇ ਵੀ ਸਰਦਾਰ ਬੰਦੇ ਜਿਹੜੇ ਨੇ ਛੇਤੀ ਹਾਰ ਮੰਨਦੇ ਨਹੀਂ, ਦੇ ਆਰ ਨਾਟ ਈਜ਼ੀਲੀ ਡੈਟਡ। ਸੋ ਕਿਊਬੈਕ ਪ੍ਰੋਵਿੰਸ ਤੋਂ ਇਹਨਾਂ ਨੇ ਇਹਦੀ ਅਪੀਲ ਕੀਤੀ ਸੀ। ਇਹਨਾਂ ਦੇ ਫਾਦਰ ਸੀਗੇ ਸਰਦਾਰ ਬਲਵੀਰ ਸਿੰਘ ਮੁਲਤਾਨੀ, ਮਾਈ ਮੈਮਰੀ ਸਰਵਸ ਮੀ ਰਾਈਟ, ਤੇ ਗੁਰਬਾਜ ਸਿੰਘ ਦੇ ਫਾਦਰ ਸਾਹਿਬ ਨੇ ਇਹਦੀ ਅਪੀਲ ਕੀਤੀ ਸੀਗੀ ਸੁਪਰੀਮ ਕੋਰਟ 'ਚ। ਸੋ ਜਿਸ ਤਰ੍ਹਾਂ ਮੈਂ ਦੱਸਿਆ ਉਹਦੀ ਜੂਰਿਸਪ੍ਰੂਡੈਂਸ ਉੱਥੋਂ ਦਾ ਕਾਨੂੰਨ ਵੀ ਸੇਮ ਹੈਗਾ ਵੀ ਸੈਕਸ਼ਨ 2 ਤੁਹਾਨੂੰ ਫਰੀडम ਦਾ ਰਾਈਟ ਦਿੰਦਾ ਉੱਥੋਂ ਦੇ ਰਿਲੀਜਨ ਦਾ। ਸੈਕਸ਼ਨ 1 ਕਹਿੰਦਾ ਵੀ ਜੇ ਤੁਸੀਂ ਕੋਈ ਪ੍ਰੋਹਿਬਿਸ਼ਨ ਲਾਈ ਹੈ ਉਹਦੇ ਇਹ ਸਾਰੇ ਪੈਰਾਮੀਟਰਸ ਨੇ, ਆਲਮੋਸਟ ਸਿਮਿਲਰ ਹਿੰਦੁਸਤਾਨ ਦੀ ਕਨਸਟੀਟਿਊਸ਼ਨ 'ਚ ਵੀ ਇਹੀ ਕਨਸੈਪਟ ਹੈਗਾ ਵੀ ਇਹਨਾਂ ਪੈਰਾਮੀਟਰਸ ਤੁਸੀਂ ਉਸ ਪ੍ਰੋਹਿਬਿਸ਼ਨ ਨੂੰ ਜਸਟੀਫਾਈ ਕਰੋ। ਸੋ ਉਹਦੇ 'ਚ ਜਿਹੜੀ ਆਪਣੀ ਸੁਪਰੀਮ ਕੋਰਟ ਹੈਗੀ ਸੀਗੀ ਉਹਦੇ ਕੋਲ 2 ਬੈਲੈਂਸ ਕਰਨ ਵਾਸਤੇ ਰਾਈਟਸ ਐਂਡ ਡਿਊਟੀਜ਼ ਉਹਨੇ ਪੈਮਾਨਾ ਰੱਖਿਆ ਸੀਗਾ ਵੀ ਲਿਮਿਟਿੰਗ ਗੁਰਬਾਜ ਦੀ ਜਿਹੜੀ ਰਿਲੀਜੀਅਸ ਫਰੀडम ਹੈਗੀ ਉਹ ਇੱਕ ਸਾਈਡ would be one parameter against school ਦੀ obligation ਜਿਹੜੀ ਹੈਗੀ to maintain a safe school environment। ਇਹਨਾਂ ਦੋਨਾਂ ਪੈਮਾਨਿਆਂ ਨੂੰ ਉਹਨੇ ਕਾਨੂੰਨ ਦੇ ਉਹਦੇ ਤੇ ਰੱਖ ਕੇ, ਆਪਣੇ ਸਕੇਲ ਤੇ ਰੱਖ ਕੇ ਵੇ ਕਰਕੇ, ਤੇ ਸੁਪਰੀਮ ਕੋਰਟ ਆਫ ਕੈਨੇਡਾ ਨੇ ਕਿਹਾ ਸੀ ਕਿ ਉਹ ਸਟੂਡੈਂਟ ਨੂੰ ਕਿਰਪਾਨ ਪਾਉਣ ਦਾ ਅਧਿਕਾਰ ਹੈਗਾ। ਉਸ ਤੋਂ ਇਲਾਵਾ ਜੇ ਅਸੀਂ ਕੜੇ ਦੇ ਅਧਿਕਾਰ ਦੀ ਵੀ ਗੱਲ ਕਰਨੀ ਹੈ, ਮੈਂ ਜਸਟ ਬਰੀਫ, ਮੈਂ 30-40 ਸੈਕਿੰਡ ਤੋਂ ਜ਼ਿਆਦਾ ਸਮਾਂ ਲਵਾਂਗਾ। ਸੋ ਵੇਲਸ 'ਚ ਇੱਕ ਕੇਸ ਹੋਇਆ ਸੀ, ਸਾਰਿਕਾ ਵਾਜ਼ ਦ ਨੇਮ ਆਫ ਅ ਸਟੂਡੈਂਟ, ਵਾਟਕਿੰਸ ਸਿੰਘ ਨਾਮ ਦਾ ਕੇਸ ਹੈਗਾ, ਇਹ 2008 ਦੀ ਜਜਮੈਂਟ ਹੈਗੀ ਹੈ। ਉਹਨੂੰ ਜਿਹੜਾ ਹੈਗਾ ਸਟੂਡੈਂਟ ਨੂੰ ਕੜਾ ਪਾਉਣ ਤੋਂ ਰੋਕ ਲਿਆ ਗਿਆ ਸੀਗਾ। ਇਹ 1976 ਦਾ ਇਹਨਾਂ ਦਾ ਐਕਟ ਹੈਗਾ ਇੰਗਲੈਂਡ 'ਚ, ਤੇ ਕੋਰਟ ਨੇ ਉੱਥੇ ਫਿਰ ਰਾਈਟਸ ਐਂਡ ਡਿਊਟੀਜ਼ ਨੂੰ ਬੈਲੈਂਸ ਕਰਨ ਦੀ ਜਿਹੜੀ ਗੱਲ ਸੀਗੀ, ਉੱਥੇ ਇੱਕ ਪਾਸੇ ਰਾਈਟ ਉਹਦਾ ਰੱਖਿਆ ਗਿਆ ਸੀ ਵੈਦਰ ਦ ਕਲੇਮੈਂਟ ਇਜ਼ ਪਲੇਸਡ ਅੰਡਰ ਅ ਗ੍ਰੇਟ ਡਿਸਐਡਵਾਂਟੇਜ, ਮਤਲਬ ਜਿਹੜੀ ਕਲੇਮੈਂਟ ਐਜ਼ ਇਨ ਦ ਸਟੂਡੈਂਟ, ਜਿਹੜੀ ਉਹ ਸਟੂਡੈਂਟ ਹੈ ਵੈਦਰ ਸ਼ੀ ਵੁੱਡ ਸਟੈਂਡ ਐਟ ਅ ਡਿਸਐਡਵਾਂਟੇਜਸ ਪੋਜੀਸ਼ਨ ਔਰ ਸ਼ੀ ਵੁੱਡ ਸਫਰ ਅ ਡੈਟਰੀਮੈਂਟ ਬਿਕਾਜ਼ ਉਹਨੂੰ ਕੜਾ ਪਾਉਣ ਤੋਂ ਜਿਹੜੀ ਹੈ ਰੋਕ ਲਿਆ ਗਿਆ ਸੀ। ਸੋ ਕੋਰਟ ਨੇ ਉਹਦੇ 'ਚ ਇਹ ਕਿਹਾ ਸੀ, ਵੇਲਸ ਦੀ ਕੋਰਟ ਨੇ, ਵੀ ਇਹ ਜਿਹੜੀ ਇੰਗਲੈਂਡ ਲਾਅ ਰਿਪੋਰਟਰ 'ਚ ਰਿਪੋਰਟ ਹੋਈ ਸੀਗੀ ਜਜਮੈਂਟ, ਉਹਦੇ 'ਚ ਉਹਨੇ ਇਹ ਕਿਹਾ ਸੀ ਵੀ ਇਹ ਉਹਦੀ ਰਿਲੀਜਨ ਦੀ ਮੈਨੀਫੈਸਟੇਸ਼ਨ ਹੈਗੀ ਹੈ, ਉਹਦੀ ਰੇਸ ਦੀ ਮੈਨੀਫੈਸਟੇਸ਼ਨ ਹੈਗੀ ਹੈ। ਐਂਡ ਹੁਣ ਕੋਰਟ ਦੀ ਮੈਂ ਜਜਮੈਂਟ ਤੁਹਾਨੂੰ ਦੱਸ ਰਿਹਾ, ਇਨ ਦਿਸ ਕੇਸ ਇਟ ਵਾਜ਼ ਟੂ ਹਾਈ ਟੂ ਓਨਲੀ ਅਸੈਪਟ ਅ ਰਿਕੁਆਇਰਮੈਂਟ that she should wear the kada. The court had little doubt that the claimant genuinely and honestly attaches exceptional importance to wearing the kada and thereby satisfy the requirement. So ਇਹਦੇ 'ਚ ਕੋਰਟ ਨੇ ਇਹ ਕਿਹਾ ਵੀ ਜਿਹੜੀ ਉਹ ਰਿਕੁਆਇਰਮੈਂਟ ਹੈਗੀ ਹੈ ਸਟੂਡੈਂਟ ਵਾਸਤੇ, ਉਹਨੇ ਐਕਸੈਪਸ਼ਨਲ ਸਿਗਨੀਫਿਕੈਂਸ ਦੱਸੀ ਹੈ ਕੜਾ ਪਾਉਣ ਦੀ ਆਪਣੇ ਧਰਮ ਦੇ ਅੰਦਰ,
ਇਸ ਕਰਕੇ ਕੋਰਟ ਨੇ ਉਹਦਾ ਜਿਹੜਾ ਰਾਈਟ ਹੈਗਾ ਕੜਾ ਪਾਉਣ ਦਾ ਉਹਨੂੰ ਅਪਹੈਲਡ ਕੀਤਾ ਸੀਗਾ, ਉਸ ਸਟੂਡੈਂਟ ਨੂੰ ਇਹ ਰਾਈਟ ਸੀਗਾ। ਸੋ ਇਹ ਮੋਟੇ-ਮੋਟੇ ਤੌਰ ਤੇ ਕਿਰਪਾਨ ਦੇ ਕੜੇ ਦੀਆਂ ਕਰੰਟ ਜੋ ਜਜਮੈਂਟਸ ਜਾਂ ਸਿਚੁਏਸ਼ਨਸ ਜੋ ਚੱਲ ਰਹੀਆਂ ਨੇ ਉਹ ਹੈਗੀਆਂ। किरपान कड़ा एक टॉपिक ऐसा है जो सब जानते हैं, बट एक होर बड़ा छोटा इशू है जिसनों असी देखने हैं, जो टर्बन और हेलमेट का इशू है। बहुत छोटा जिहा डेली ਤੁਸੀਂ ਦੇਖੋਗੇ ਰੋਜ਼ਮर्रा ਦੀ ਜ਼ਿੰਦਗੀ 'ਚ ਇਸ਼ੂਜ਼ ਤੁਹਾਨੂੰ ਆਸ-ਪਾਸ ਬਹੁਤ ਨਜ਼ਰ ਆਉਣਗੇ। ਇਸ ਦੇ ਬਾਰੇ ਸਾਡੇ ਕੀ ਰਾਈਟਸ ਨੇ, ਮਤਲਬ ਜਦ ਅਸੀਂ ਗੱਲ ਕਰਦੇ ਹਾਂ। ਮੈਂ ਉਸ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ, ਤੁਸੀਂ ਮੈਨੂੰ ਸਪੈਸੀਫਿਕਲੀ ਇਹ ਵੀ ਆਖਿਆ ਸੀ ਕਿ ਜਿਹੜਾ ਕਰੰਟ ਲਾਅ ਹੈਗਾ ਕਿਰਪਾਨ ਤੇ, ਮੈਂ ਉਹਦੇ ਬਾਰੇ ਵੀ ਦੱਸਦਾ। ਆਮ ਰੀਲੀ ਸੌਰੀ, ਮੈਂ ਉਹ ਪੁਆਇੰਟ ਸਕਿਪ ਕਰ ਗਿਆ। ਕੋਈ ਗੱਲ ਨਹੀਂ, ਇੰਪੋਰਟੈਂਟ ਹੈ। ਬਿਲਕੁਲ ਬਿਲਕੁਲ ਜਸਟ ਵਨ ਸੈਂਟੈਂਸ ਫॉर दैट। ਹੁਣ ਨਾ ਆਰਮਸ ਐਕਟ 1959 ਆ ਗਿਆ, 1959 ਜਿਹੜਾ ਹੈਗਾ, ਉਹਦੇ ਸੈਕਸ਼ਨ 4 ਬਾਰੇ, ਸੈਕਸ਼ਨ 4 ਤੇ ਚੀਜ਼ ਇਹਦੇ ਚ ਇਟ ਫਾਲਸ ਅੰਡਰ ਦ ਡੋਮੇਨ ਆਫ ਸੈਕਸ਼ਨ 4। ਸ਼ਡਿਊਲ 2 ਜਿਹੜਾ ਹੈਗਾ ਉਹਦਾ ਸ਼ਡਿਊਲ, ਹਾਂਜੀ 2 ਹੈਗਾ, ਨੋਟੀਫਿਕੇਸ਼ਨ ਹੈਗੀ ਹੈ 13 ਜੁਲਾਈ 1962 ਦੀ। ਸੋ ਉਹਦੇ ਚ ਇਹ ਅਧਿਕਾਰ ਮਿਲਿਆ ਹੋਇਆ ਹੈ। ਚੰਡੀਗੜ੍ਹ ਵੀ ਹੁਣੇ ਆਈ ਬਿਲੀਵ 3-4-5 ਸਾਲ ਪਹਿਲਾਂ ਕੋਈ ਕੇਸ ਵੀ ਹੋਇਆ ਸੀਗਾ, ਇੱਕ ਬੰਦੇ ਨੂੰ ਦਿਲਾਵਰ ਸਿੰਘ ਨਾਮ ਦੇ ਸਿੰਘ ਨੂੰ ਰੋਕ ਲਿਆ ਗਿਆ ਸੀ ਕੋਰਟ 'ਚ ਗਵਾਹੀ ਦੇਣ ਤੋਂ ਕਿਰਪਾਨ ਕਰਕੇ। ਸੋ ਹਾਈ ਕੋਰਟ 'ਚੋਂ ਕੇਸ ਗਿਆ ਸੀਗਾ, ਸੋ ਉਸ ਕੇਸ 'ਤੇ ਅਪਹੈਲਡ ਕੀਤਾ ਗਿਆ ਸੀ ਉਹ ਰਾਈਟ। ਸੋ ਅੱਜ ਦਾ ਕਾਨੂੰਨ ਜਿਹੜਾ ਹੈਗਾ ਉਹ ਆਰਮਸ ਐਕਟ 1959 ਹੈਗਾ। 13 ਜੁਲਾਈ 1962 ਦੀ ਨੋਟੀਫਿਕੇਸ਼ਨ ਹੈਗੀ ਜਿਹੜੀ ਐਗਜ਼ੈਂਪਸ਼ਨ ਦਿੰਦੀ ਹੈ ਕਿਰਪਾਨ ਤੋਂ। ਤੇ the size which is exempted is 6 + 3 inches, 6 inches of blade and 3 of a handle। ਕਰੰਟ ਲਾਅ ਮੈਂ ਬਸ ਉਹ ਮਿਸ ਕਰ ਗਿਆ ਸੀ, ਮੈਂ ਇਸ ਕਰਕੇ ਉਹਨੂੰ ਟੱਚ ਕਰਨਾ ਜ਼ਰੂਰੀ ਸੀਗਾ, ਮੈਂ ਇਸ ਲਈ ਮੈਂ ਮਾਫੀ ਚਾਹੁੰਦਾ। ਮੈਂ ਹੁਣ ਟਰਬਨ ਵਾਲੇ ਪੁਆਇੰਟ ਤੇ ਆ ਜਾਂਦਾ, ਬੜੇ ਬਰੀਫ 'ਚ ਹੈ ਜੀ। ਦੇਖੋ ਟਰਬਨ ਦਾ ਲਾਅ ਅੱਜ ਮੋਟਾ-ਮੋਟਾ ਕਲੀਅਰ ਹੈਗਾ। ਟਰਬਨ ਦੇ ਲਾਅ ਤੇ ਦੋ ਤਰ੍ਹਾਂ ਦੇ, देयर इज 2 ਸੈਟ ਆਫ ਲਾਅਜ਼ ਔਨ दैट। ਪਹਿਲਾ ਤੁਹਾਡੇ ਕੋਲ ਹੈਗਾ ਜਿਹੜਾ ਸੈਂਟਰਲ ਐਕਟ ਹੈਗਾ, ਜਿਹਨੂੰ ਅਸੀਂ ਮੋਟਰ ਵਹੀਕਲਸ ਐਕਟ ਕਹਿੰਦੇ ਆ, 1988 'ਚ ਕਾਨੂੰਨ ਆਇਆ ਸੀਗਾ। ਸੈਕਸ਼ਨ 129 ਜਿਹੜਾ ਹੈਗਾ ਉਹਦਾ, ਉਹ ਸੈਕਸ਼ਨ 129 ਬੇਸਿਕਲੀ ਡੀਲਸ ਵਿਦ ਵੇਅਰਿੰਗ ਆਫ ਅ ਪ੍ਰੋਟੈਕਟਿਵ ਹੈਡ ਗੇਅਰ। ਸੋ ਕਹਿੰਦਾ ਵੀ every person is men and women included, every person driving or riding shall while in a public place wear protective headgear ਜਿਹੜੀ ਹੈਗੀ ਬਿਊਰੋ ਆਫ ਇੰਡੀਅਨ ਸਟੈਂਡਰਡਸ ਤੋਂ ਹੋਣੀ ਚਾਹੀਦੀ, ਉਹਦੇ ਸਟੈਂਡਰਡਸ ਦੇ ਹਿਸਾਬ ਨਾਲ। ਪ੍ਰੋਵਾਈਡਡ, ਹੁਣ ਇਹ ਪ੍ਰੋਵਾਈਜ਼ੋ ਜਿਹੜਾ ਹੈਗਾ ਉਹ ਸਾਡੇ ਲਈ ਰੈਲੇਵੈਂਟ ਹੈ ਡਿਸਕਸ਼ਨ ਵਾਸਤੇ ਵੀ, ਪ੍ਰੋਵੀਜ਼ਨ ਆਫ ਦਿਸ ਸੈਕਸ਼ਨ ਸ਼ੈਲ ਨਾਟ ਅਪਲਾਈ ਟੂ ਅ ਪਰਸਨ who is a Sikh if he is while driving or riding on the motorcycle is in a public place is wearing a turban। ਸੋ ਸੈਕਸ਼ਨ 129 ਜਿਹੜਾ ਹੈਗਾ ਸੈਂਟਰਲ ਲਾਅ ਦਾ ਬੜਾ ਕਲੀਅਰ ਹੈਗਾ। ਉਸ ਤੋਂ ਇਲਾਵਾ ਇਹਦੇ 'ਚ ਸਟੇਟ ਲਾਅ 'ਚ ਵੀ ਕਈ ਵਾਰੀ ਮਸਲਾ ਉੱਠਿਆ ਹੈਗਾ। ਚੰਡੀਗੜ੍ਹ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ, ਯੂਟੀ ਹੈਗੀ ਹੈ, ਯੂਨੀਅਨ ਟੈਰੀਟਰੀ ਹੈਗੀ ਹੈ, ਇਹਦੇ 'ਚ 11 ਅਕਤੂਬਰ 2018 ਦੀ ਗੱਲ ਹੈ ਮੇਰੇ ਖਿਆਲ ਨਾਲ, ਹੋਮ ਮਿਨਿਸਟਰੀ ਦੀ ਨੋਟੀਫਿਕੇਸ਼ਨ ਵੀ ਆ ਗਈ ਸੀਗੀ ਵੀ ਚੰਡੀਗੜ੍ਹ ਯੂਟੀ ਹੋਣ ਦੇ ਬਾਅਦ ਵੀ ਇਹਦੇ 'ਚ ਇਹ ਐਗਜ਼ੈਂਪਸ਼ਨ ਹੈਗੀ ਹੈ। ਦਿੱਲੀ 'ਚ ਹੁਣੇ ਸਾਡੇ ਕੋਲ ਰੀਸੈਂਟਲੀ ਕੇਸ ਆਇਆ ਸੀ, ਜ਼ਿਆਦਾ ਲੰਬੀ ਚੌੜੀ ਗੱਲ ਹੋਈ ਨਹੀਂ, ਇਹਨਾਂ ਨੇ ਚਲਾਨ ਕਰ ਦਿੱਤਾ ਸੀਗਾ ਸਿੱਖ ਵਿਮਨ ਦਾ। ਕਾਨੂੰਨ ਅਸੀਂ ਥੋੜੀ ਜਿਹੀ ਰਿਸਰਚ ਕੀਤੀ ਸੀ, ਇਟ ਵਾਜ਼ ਲਾਈਕ not a big job ਕਿ ਰੂਲ 115 ਕਲੌਜ਼ 2 ਜਿਹੜਾ ਹੈਗਾ, ਸਬ ਰੂਲ 2 ਜਿਹੜਾ ਹੈਗਾ, ਸੌਰੀ not a clause, ਉਹ ਸਾਫ਼-ਸਾਫ਼ ਕਹਿੰਦਾ ਵੀ ਵਿਮਨ ਨੂੰ ਜਿਹੜਾ ਹੈਗਾ, ਸਿੱਖ ਵਿਮਨ ਨੂੰ ਸਟੇਟ ਲਾਅਜ਼ ਦੇ ਅੰਡਰ ਵੀ, ਕਿਉਂਕਿ ਉੱਥੇ ਕਨਫਿਊਜ਼ਨ ਇਹ ਆ ਗਈ ਸੀ ਕਿ ਜਿਹੜੀ ਕੰਪਲੇਨ ਸੀਗੀ ਉਹ ਇਹ ਸੀਗੀ ਕਿ ਜਿਹੜੇ ਟ੍ਰੈਫਿਕ ਪੁਲਿਸ ਦੇ ਅਫਸਰ ਸੀਗੇ, ਸ਼ਾਇਦ ਉਹਨਾਂ ਨੇ ਇਹ ਕਿਹਾ ਸੀ ਕਿ ਨਹੀਂ ਜੀ ਅਸੀਂ ਇੱਥੇ ਸੈਂਟਰਲ ਲਾਅ ਨਹੀਂ ਚੱਲੇਗਾ, ਇੱਥੇ ਸਟੇਟ ਲਾਅ ਚੱਲੇਗਾ। although that I also believe is incorrect because Delhi is a UT too, but maybe because of jurisdiction issue ਉਹਨਾਂ ਨੇ ਗੱਲ ਕੀਤੀ ਹੋਵੇ, ਜਾਂ maybe they were not aware of the correct law। ਸੋ ਰੂਲ 115 ਜਿਹੜਾ ਹੈਗਾ ਦਿੱਲੀ ਮੋਟਰ ਵਹੀਕਲਸ ਦਾ, ਉਹ ਸਬ ਰੂਲ ਜਿਹੜਾ ਹੈਗਾ ਉਹ ਐਗਜ਼ੈਂਪਸ਼ਨ ਦਿੰਦਾ। ਉਸ ਤੋਂ ਇਲਾਵਾ ਉੱਤਰਾਂਚਲ ਸਿੱਖ ਫੈਡਰੇਸ਼ਨ ਇੱਕ ਕੇਸ ਹੋਇਆ ਹੈਗਾ 2005 ਦੀ 30 ਜੂਨ ਦੀ ਜਜਮੈਂਟ ਹੈਗੀ ਹੈ, ਉਹਦੇ 'ਚ ਵੀ ਇਸ ਐਗਜ਼ੈਂਪਸ਼ਨ ਦਾ ਜ਼ਿਕਰ ਹੈਗਾ। ਇਹ ਸੈਕਸ਼ਨ 129 ਜਿਹੜਾ ਸੈਂਟਰਲ ਲਾਅ ਹੈਗਾ ਉਹਦਾ ਵੀ ਜ਼ਿਕਰ ਹੈਗਾ। ਸੋ ਉੱਤਰਾਂਚਲ ਸਿੱਖ ਫੈਡਰੇਸ਼ਨ ਦੀ ਜਜਮੈਂਟ 'ਚ ਵੀ ਇਫ ਅ ਸਿੱਖ ਵਿਮਨ ਇਜ਼ ਡਰਾਈਵਿੰਗ ਅ 2 ਵੀਲਰ, ਉਸ ਨੂੰ ਇਹ ਐਗਜ਼ੈਂਪਸ਼ਨ ਮਿਲੀ ਹੋਈ ਹੈ। ਸੋ ਟਰਬਨ ਦਾ ਲਾਅ ਮੋਟਾ-ਮੋਟਾ ਸਾਡੇ ਕੋਲ ਕੋਡੀਫਾਈਡ ਹੈ। ਸੋ ਇਹਦੇ 'ਚ ਮਤਲਬ ਸੈਕਸ਼ਨ ਸਟੇਟ ਔਰ ਸੈਂਟਰਲ ਦੋਨੋਂ ਲਾਅਜ਼ ਦੇ ਹੈਗੇ ਨੇ, ਪਲੱਸ ਜਜਮੈਂਟਸ ਵੀ ਹੈਗੀਆਂ ਨੇ ਰੈਲੇਵੈਂਟ। ਸੋ ਐਗਜ਼ੈਂਪਸ਼ਨ ਰਿਲੇਟਿੰਗ ਟੂ ਟਰਬਨ ਔਰ ਹੈਲਮਟ ਜਿਹੜਾ ਹੈਗਾ, ਇਹ ਸਾਡੇ ਕੋਲ ਇਹਦਾ ਕੋਡੀਫਾਈਡ ਲਾਅ ਹੈ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਵੀਰ ਜੀ। ਐਕਚੁਅਲੀ ਹੁੰਦਾ ਕੀ ਹੈ ਕਿ ਜਿਹੜੀ ਡਿਵੈਲਪਡ ਕੰਟਰੀਜ਼ ਨੇ ਉਹ ਕੇਵਲ ਇਸ ਕਰਕੇ ਡਿਵੈਲਪ ਨਹੀਂ ਨੇ ਕਿ ਉਹਨਾਂ ਕੋਲ ਬਹੁਤ ਅੱਛੀ ਸਾਇੰਟਿਫਿਕ ਫੈਸਿਲਿਟੀ ਹੈ ਜਾਂ ਉਹ ਸਾਇੰਸ ਵਿੱਚ ਬਹੁਤ ਡਿਵੈਲਪ ਨੇ, ਬਟ ਉਹ ਇਸ ਕਰਕੇ ਡਿਵੈਲਪ ਨੇ ਕਿਉਂਕਿ ਉਹਨਾਂ ਦੇ ਲਾਅ ਡਿਵੈਲਪ ਨੇ, ਐਂਡ ਉਹਨਾਂ ਦੇ ਜਿਹੜੇ ਲਾਅ ਨੇ ਉਹ ਐਪਲੀਕੇਬਲ ਵੀ ਨੇ ਔਰ ਅਕਾਊਂਟੇਬਲ ਵੀ ਨੇ, ਸਟੇਟ ਦੇ ਲਈ ਵੀ ਤੇ ਸਿਟੀਜ਼ਨ ਦੇ ਲਈ ਵੀ। ਹੁੰਦਾ ਕੀ ਹੈ ਕਿ ਇਟ ਇਜ਼ ਨਾਟ ਓਨਲੀ ਕਿ ਸਿਟੀਜ਼ਨਸ ਆਰ ਜਸਟ ਅਬਾਈਡਿੰਗ ਦੀ ਲਾਅ, the state has to also be run by the law। the state is very important in terms of law। जो ज़्यादा important है, जो शायद थोड़ा सा किधरे
ਅਸੀਂ ਆਪਣੀ ਕੰਟਰੀ ਦੇਖਦੇ ਹਾਂ ਤਾਂ ਢਿੱਲਾ ਲੱਗਦਾ ਹੈ, ਲੇਕਿਨ ਅਲਟੀਮੇਟਲੀ ਮੈਨੂੰ ਜੋ ਅੰਡਰ ਡਿਵੈਲਪ ਜਾਂ ਡਿਵੈਲਪਿੰਗ ਔਰ ਡਿਵੈਲਪ ਕੰਟਰੀਜ਼ ਦਾ ਡਿਫਰੈਂਸ ਨਜ਼ਰ ਆਉਂਦਾ ਹੈ, ਉਹ ਕਿਧਰੇ ਕਿਧਰੇ ਮੋਟਾ ਮੈਨੂੰ ਇਹ ਨਜ਼ਰ ਆਉਂਦਾ ਹੈ। ਤੇ ਅਗਲਾ ਕੁਐਸਚਨ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਐਜ਼ ਅ ਮਾਈਨੋਰਿਟੀ ਸਾਡੇ ਮਾਈਨੋਰਿਟੀ ਇੰਸਟੀਟਿਊਸ਼ਨਸ ਦੇ ਰਾਈਟ ਕੀ ਨੇ? ਸਾਡੇ ਜੋ ਇੰਸਟੀਟਿਊਸ਼ਨਸ ਨੇ, ਅਦਾਰੇ ਨੇ, ਉਹਨਾਂ ਦੇ ਕੀ ਅਧਿਕਾਰ ਨੇ? ਦੇਖੋ ਜੀ, ਦੋ ਰੈਲੇਵੈਂਟ ਪ੍ਰੋਵੀਜ਼ਨਸ ਜਿਹੜੇ ਇਹਦੇ 'ਚ ਹੈਗੇ ਨੇ, ਤਿੰਨ ਰੈਲੇਵੈਂਟ ਪ੍ਰੋਵੀਜ਼ਨਸ ਜਿਹੜੇ ਰਾਦਰ ਹੈਗੇ ਨੇ, ਆਰਟੀਕਲ 29 ਔਰ ਆਰਟੀਕਲ 30, 29, 30, 30 ਕਲੌਜ਼ 1 ਸਪੈਸੀਫਿਕਲੀ, ਔਰ ਦੂਸਰਾ ਜਿਹੜਾ ਹੈਗਾ ਇੱਕ ਨਾ NCMEI ਹੈਗੀ ਹੈ, ਜਿਹਦੇ ਬਾਰੇ ਜ਼ਿਆਦਾ ਲੋਕ ਨਹੀਂ ਜਾਣਦੇ, ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ, ਸੌਰੀ, ਉਹਦਾ ਇੱਕ ਅਲੱਗ ਕਾਨੂੰਨ ਹੈਗਾ। ਸੈਕਸ਼ਨ 2 ਕਲੌਜ਼ G, ਉਹ ਜਿਹੜਾ ਹੈਗਾ ਆਰਟੀਕਲ 30, ਔਰ ਜਿਹੜਾ NCMEI ਦਾ ਕਲੌਜ਼ 2 ਸੈਕਸ਼ਨ 2G ਹੈਗਾ। ਸੋ ਇਹਨਾਂ ਦੇ ਜਿਹੜੇ ਹੈਗੇ ਨੇ, ਤੁਸੀਂ ਪਹਿਲਾਂ ਮਾਈਨੋਰਿਟੀ ਸਟੇਟਸ ਜਿਹੜਾ ਹੈਗਾ ਉਹ ਅਬਟੇਨ ਕਰਦੇ ਹੋ ਇਹਨਾਂ ਬੋਡੀਜ਼ 'ਚ। ਉਹਨਾਂ ਬੋਡੀਜ਼ 'ਚ ਇਹ ਅਬਟੇਨ ਜਦੋਂ ਤੁਸੀਂ ਕਰਦੇ ਹੋ, ਫਿਰ ਇਹਨਾਂ ਐਜੂਕੇਸ਼ਨ ਇੰਸਟੀਟਿਊਟਸ ਨੂੰ ਜਿਹੜੇ ਹੈਗਾ ਐਡਮਿਨਿਸਟਰ ਕਰਨ ਦੇ ਤੁਹਾਨੂੰ ਆਪ ਸੈਲਫ ਐਡਮਿਨਿਸਟ੍ਰੇਸ਼ਨ ਦੇ ਰਾਈਟਸ ਮਿਲ ਜਾਂਦੇ। ਤੇ ਸਭ ਤੋਂ ਪਹਿਲਾ ਰਾਈਟ ਜਿਹੜਾ ਹੈਗਾ ਤੁਹਾਨੂੰ ਇਹ ਹੈਗਾ ਕਿ ਇਹਨਾਂ ਦੀ ਜਿਹੜੀ ਅਫੇਅਰਸ ਮੈਨੇਜ ਕਰਨ ਦਾ ਜਿਹੜਾ ਰਾਈਟ ਹੁੰਦਾ ਉਹ ਤੁਹਾਡੇ ਕੋਲ ਆਪ ਕੋਲ। ਸੋ ਅਫੇਅਰਸ ਮੈਨੇਜ ਕਰਨ ਦੇ ਨਾਲ ਨਾਲ ਤੁਹਾਨੂੰ ਜਿਹੜੀ ਗਵਰਨਿੰਗ ਬੋਡੀ ਹੈ, ਜਿਹੜੀ ਗਵਰਨ ਕਰੇਗੀ ਇਹਨਾਂ ਇੰਸਟੀਟਿਊਸ਼ਨਸ ਨੂੰ, ਉਹਨਾਂ ਦਾ ਰਾਈਟ ਵੀ ਮਾਈਨੋਰਿਟੀਜ਼ ਕੋਲ ਆਪ ਕੋਲ ਹੁੰਦਾ ਹੈ। ਸੋ ਇਹਦੇ ਲਈ ਦਾ ਓਨਲੀ ਰਿਕੁਆਇਰਮੈਂਟ ਇਸ ਕਿ ਤੁਹਾਨੂੰ ਮਾਈਨੋਰਿਟੀ ਸਟੇਟਸ ਮਿਲਿਆ ਹੋਣਾ ਚਾਹੀਦਾ ਹੈਗਾ। ਦੂਸਰਾ ਜਿਹੜਾ ਰਾਈਟ ਤੁਹਾਨੂੰ ਮਿਲਦਾ, ਜਿਹੜਾ ਉੱਥੇ ਸਟਾਫ ਹੋਏਗਾ ਉਹ ਚਾਹੇ ਟੀਚਿੰਗ ਸਟਾਫ ਹੈ ਚਾਹੇ ਨਾਨ ਟੀਚਿੰਗ ਸਟਾਫ ਹੈ, ਬਿਕਾਜ਼ ਦੇਖੋ ਸਟਾਫ ਹੀ ਹਰ ਇੰਸਟੀਟਿਊਟ ਦੀ ਬੈਕਬੋਨ ਹੁੰਦਾ ਹੈ। ਬਿਲਕੁਲ। ਸੋ ਉਸ ਸਟਾਫ ਦੀ ਅਪਾਇੰਟਮੈਂਟ, ਬਿਕਾਜ਼ ਐਟ ਦ ਐਂਡ ਆਫ ਦ ਡੇ ਅੱਜ ਤੁਸੀਂ ਦੇਖੋ ਨੈਸ਼ਨਲ ਐਜੂਕੇਸ਼ਨ ਪਾਲਿਸੀ 'ਤੇ ਵੀ ਇੰਨੀਆਂ ਡਿਬੇਟਸ ਹੋ ਰਹੀਆਂ ਨੇ, ਪੰਜਾਬ 'ਚ ਵੀ ਕਈ ਵਾਰੀ ਇੰਨੀਆਂ ਡਿਬੇਟਸ ਹੁੰਦੀਆਂ ਨੇ। ਮੇਰਾ ਇਹ ਪਰਸਨਲ ਓਪੀਨੀਅਨ ਹੈ, ਮੈਂ ਜਿਹੜੀ ਚੀਜ਼ ਤੋਂ ਮੈਂ ਆਪ ਸਕੂਲਾਂ 'ਚ ਮੈਂ ਮੰਨਦਾ, ਮੈਂ ਆਈ ਰੈਡ ਇਨ 2 ਡਿਫਰੈਂਟ ਸਕੂਲਸ, ਤੇ ਮੈਂ ਇਹ ਮੰਨਦਾ ਵੀ ਮੈਂ ਸਕੂਲਾਂ ਤੋਂ ਮੈਂ ਆਪ ਵੀ ਵਾਂਝਿਆ ਰਿਹਾ ਇਸ ਚੀਜ਼ ਤੋਂ ਕਿ ਸਿੱਖਾਂ ਦਾ ਤੁਸੀਂ ਇਤਿਹਾਸ, ਮੈਂ ਆਮ ਰੀਅਲੀ ਸੌਰੀ ਮੈਂ ਫਿਰ ਟੌਪਿਕ ਤੋਂ ਥੋੜਾ ਜਿਹਾ ਲੱਗ ਜਾ ਰਿਹਾ। ਤੁਸੀਂ ਜਦੋਂ ਇਹ ਗੱਲ ਕਰਦੇ ਹੋ ਨਾ ਕਿ ਅੱਜ ਤੁਸੀਂ ਸਿੱਖਾਂ ਦੇ ਬੱਚਿਆਂ ਨੂੰ ਇਤਿਹਾਸ ਪੁੱਛੋਗੇ, ਸਿੱਖ ਗੁਰੂਆਂ ਦਾ ਉਹ ਇਤਿਹਾਸ ਨਾਰਮਲੀ ਜਾਣਦੇ ਹੁੰਦੇ ਨੇ, ਕਿਉਂਕਿ ਉਹ ਸਾਨੂੰ ਘਰਾਂ 'ਚ ਪੜ੍ਹਾਉਂਦੇ ਨੇ। ਘਰ ਦੇ ਸਾਨੂੰ ਸਵੇਰੇ ਕਹਿੰਦੇ ਨੇ ਜੀ ਤੁਸੀਂ ਪਾਠ ਕਰਨਾ, ਸਕੂਲ ਜਾਣ ਤੋਂ ਪਹਿਲਾਂ ਰਹਿਰਾਸ ਸਾਹਿਬ ਕਰਨੀ ਹੈ ਜਾਂ ਕੀਰਤਨ ਸੋਹਿਲਾ ਸਾਹਿਬ ਕਰਨਾ। ਗੁਰਦੁਆਰਾ ਸਾਹਿਬ ਅਸੀਂ ਜਾਂਦੇ ਹਾਂ, ਸਾਡੇ ਬੱਚੇ ਜਾਂਦੇ ਨੇ, ਸਾਡੇ ਭੈਣ ਭਰਾ ਜਾਂਦੇ ਨੇ। ਪਰ ਜਿਹੜਾ ਗਵਰਨੈਂਸ ਨੂੰ ਲੈ ਕੇ ਸਿੱਖਾਂ ਦਾ ਇਤਿਹਾਸ ਹੈਗਾ, ਫੋਰ ਐਗਜ਼ਾਮਪਲ ਜਦੋਂ ਸਿੱਖ ਐਮਪਾਇਰ ਹੋਇਆ ਹੈਗਾ 19ਵੀਂ ਸਦੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ, ਜਾਂ ਉਸ ਤੋਂ ਬਾਅਦ ਐਂਗਲੋ ਸਿੱਖ ਵਾਰਸ ਦੇ ਟਾਈਮ 'ਤੇ ਵੀ ਜਿਹੜੇ ਗਵਰਨੈਂਸ ਨੂੰ ਲੈ ਕੇ ਇਸ਼ੂਜ਼ ਆਏ ਨੇ, ਉਹਦੇ 'ਚ ਇੰਸਟੀਟਿਊਸ਼ਨਸ ਕਿੱਦਾਂ ਗਵਰਨ ਕੀਤੀਆਂ ਗਈਆਂ, ਉਹਦੇ ਬਾਰੇ ਬਹੁਤ ਮੇਰੇ ਖਿਆਲ ਨਾਲ ਜੇ ਅਸੀਂ ਦੇਖਾਂਗੇ ਤੇ ਯੰਗਸਟਰਸ ਨੂੰ ਬਹੁਤ ਜ਼ਿਆਦਾ ਉਸ ਚੀਜ਼ ਦਾ ਐਕਸਪੋਜ਼ਰ ਨਹੀਂ ਦਿੱਤਾ ਗਿਆ, ਕਿਉਂਕਿ ਮੇਬੀ ਸਾਡੀ ਜਿਹੜੀ ਉਹ ਹੈਗੀ ਆ ਆਪਣੀ ਐਜੂਕੇਸ਼ਨ ਦਾ ਸਟਰਕਚਰ ਜਿਹੜਾ ਹੈਗਾ, ਮੇਬੀ ਉਸ ਤਰੀਕੇ ਨਾਲ ਸਟਰਕਚਰ ਨਹੀਂ ਕੀਤਾ ਗਿਆ ਉਸ ਤਰ੍ਹਾਂ। ਉਹਦੇ 'ਚ ਤੁਹਾਡੀ ਟੀਚਿੰਗ ਔਰ ਨਾਨ ਟੀਚਿੰਗ ਸਟਾਫ ਜਿਹੜੀ ਹੈਗੀ ਉਹਦਾ ਰੋਲ ਬੜਾ ਇੰਪੋਰਟੈਂਟ ਹੈ। ਸੋ ਸੰਵਿਧਾਨ 'ਚ ਤੁਹਾਨੂੰ ਇਹ ਵੀ ਅਧਿਕਾਰ ਹੈਗਾ ਕਿ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ ਦਾ ਸਟਾਫ ਤੁਹਾਡਾ ਆਪ ਦਾ ਹੋਣਾ ਚਾਹੀਦਾ, ਤੁਸੀਂ ਆਪ ਉਹਨੂੰ ਸਿਲੈਕਟ ਕਰ ਸਕਦੇ ਹੋ, ਵਿਚ ਆਈ ਬਿਲੀਵ ਇਜ਼ ਅ ਵੈਰੀ ਇੰਪੋਰਟੈਂਟ ਰਾਈਟ। ਔਰ ਟੀਚਿੰਗ, ਮੈਂ ਇਹ ਗੱਲ ਕਹਿਣੀ ਵੀ ਚਾਹਾਂਗਾ, ਮੇਰੀ ਪਰਸਨਲ ਇੱਕ ਓਪੀਨੀਅਨ ਹੈਗੀ ਹੈ ਵੀ ਜਦੋਂ ਇਹਨਾਂ ਇੰਸਟੀਟਿਊਸ਼ਨ 'ਚ ਸਟਾਫ ਲਿਆ ਜਾਂਦਾ ਨਾ, ਉਹਨਾਂ 'ਚ ਕਿਤੇ ਨਾ ਕਿਤੇ ਤੁਸੀਂ ਜੇ ਉਹਨਾਂ ਨਾਲ ਗੱਲ ਕਰੋਗੇ ਨਾ, ਤਾਂ ਉਹਨਾਂ ਦੀ ਇਨਕਲੀਨੇਸ਼ਨ ਔਰ ਉਹਨਾਂ ਦਾ ਨੌਲੇਜ ਆਪਦੇ ਇਤਿਹਾਸ ਬਾਰੇ, ਆਪਦੀ ਟ੍ਰੈਡੀਸ਼ਨਸ ਬਾਰੇ, ਆਪਦੇ ਪ੍ਰਿੰਸੀਪਲਸ ਬਾਰੇ, ਕੌਮ ਦੇ ਕਿੰਨਾ ਕਹੇਗਾ, ਕਿਤੇ ਨਾ ਕਿਤੇ ਆ ਜਾਂਦਾ ਉਹਨਾਂ ਦੀ ਗੱਲ 'ਚ। ਜਦੋਂ ਉਹ ਜਿਹਾ ਟੀਚਰ ਸਟੂਡੈਂਟਸ ਨੂੰ ਪੜ੍ਹਾਏਗਾ ਤਾਂ ਸਟੂਡੈਂਟ ਕਿਤੇ ਨਾ ਕਿਤੇ ਇਨ ਹਿਜ਼ ਸਬਕੌਂਸ਼ੀਅਸ ਮਾਈਂਡ ਉਹ ਉਹਨਾਂ ਚੀਜ਼ਾਂ ਨੂੰ ਸਿੱਖੇਗਾ ਜ਼ਰੂਰ। ਸੋ ਮੇਬੀ ਦਿਸ ਆਈ ਬਿਲੀਵ ਇਜ਼ ਦ ਇੰਟੈਂਸ਼ਨ ਬਿਹਾਈਂਡ ਕ੍ਰੀਏਟਿੰਗ ਦਿਸ ਪ੍ਰੋਵੀਜ਼ਨ ਕਿ ਤੁਸੀਂ ਆਪ ਦਾ ਸਟਾਫ ਆਪ ਚੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਜਿਹੜੇ ਰਾਈਟਸ ਹੈਗੇ ਨੇ ਕਿ ਤੁਸੀਂ ਆਪਦੀਆਂ ਕਮਿਊਨਿਟੀਜ਼ ਨੂੰ, ਜਿਹੜੇ ਸਟੂਡੈਂਟਸ ਹੈਗੇ ਨੇ ਬਿਲੋਂਗਿੰਗ ਟੂ ਦ ਸੇਮ ਮਾਈਨੋਰਿਟੀ ਕਮਿਊਨਿਟੀ, ਜਿਸ ਤਰ੍ਹਾਂ ਸੇਂਟ ਸਟੀਫਨਸ ਕਾਲਜ ਹੈਗਾ, ਕਿਉਂਕਿ ਮੈਂ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਿਆ, ਮੈਂ ਲਾਅ ਇੱਥੋਂ ਕੀਤੀ ਹੈ, ਵੀ ਸੇਂਟ ਸਟੀਫਨਸ ਕਾਲਜ ਹੋ ਗਿਆ, ਖਾਲਸਾ ਕਾਲਜ ਹੋ ਗਿਆ, ਇਹ ਮਾਈਨੋਰਿਟੀ ਇੰਸਟੀਟਿਊਟਸ ਹੈਗੇ ਨੇ। ਸੋ ਇਹਨਾਂ 'ਚ ਤੁਸੀਂ ਸਟੂਡੈਂਟ ਆਪਦੇ ਆਪਣੀ ਕਮਿਊਨਿਟੀ ਤੋਂ ਐਡਮਿਟ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਰਿਜ਼ਰਵੇਸ਼ਨ ਦੀ ਪੋਲਿਸੀ ਹੈਗੀ ਹੈ, ਉਹਦੀ ਵੀ ਕੋਈ ਐਸੀ ਹਾਰਡ ਐਂਡ ਫਾਸਟ ਉਹ ਅਪਲਾਈ ਕਰਨ ਦੀ ਕੋਈ ਐਸੀ ਉਹ ਹੈਗੀ ਨਹੀਂ। ਉਹ ਜਿਹੜੀ ਸਟੇਟ ਦੀਆਂ ਜਿਹੜੀਆਂ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੀਆਂ ਨੇ, ਉਹਨਾਂ ਦੇ ਹਿਸਾਬ ਨਾਲ ਉਹ ਕਾਰਵ ਆਊਟ ਕਰ ਸਕਦੇ ਨੇ। ਉਸ ਤੋਂ ਇਲਾਵਾ ਅਗਰ ਹਾਂ, ਇਹਦੇ 'ਚ ਇੱਕ ਕਲੌਜ਼ ਇਹ ਹੈਗਾ ਕਿ ਜੇ ਤੁਸੀਂ ਸਟੇਟ ਤੋਂ ਏਡ ਲੈ ਰਹੇ ਹੋ, ਫਿਰ ਆਰਟੀਕਲ 29 ਤੁਹਾਡੇ ਤੇ ਕੁਝ ਜਿਹੜੀਆਂ ਹੈਗਾ ਇਹਦੀਆਂ ਐਕਸੈਪਸ਼ਨਸ ਕਾਰਵ ਆਊਟ ਕਰਦਾ। ਉਸ ਤੋਂ ਬਾਅਦ ਇਸ ਦੀ ਫੀਸ ਸਟਰਕਚਰ ਜਿਹੜੀ ਹੈਗੀ ਹੈ, ਆਪ ਨੂੰ ਉਹਨਾਂ ਨੂੰ ਫੀਸ ਸਟਰਕਚਰ ਡਿਸਾਈਡ ਕਰਨ ਦੀ ਇੰਡੀਪੈਂਡੈਂਸ ਹੈਗੀ, ਕਿਉਂਕਿ ਰੈਵਨਿਊ ਜਿਹੜਾ ਹੈਗਾ ਮਾਈਨੋਰਿਟੀ ਇੰਸਟੀਟਿਊਸ਼ਨਸ ਨੇ ਜਨਰੇਟ ਕਰਨਾ ਹੈਗਾ। ਉਹਦੇ 'ਚ ਆਲਦੋ ਕੁਝ ਐਕਸੈਪਸ਼ਨਸ ਨੇ, ਇਹ ਐਬਸੋਲੂਟ ਨਹੀਂ ਹੈਗਾ ਰਾਈਟ। ਇਹਦੇ 'ਚ ਕਿਤੇ ਨਾ ਕਿਤੇ ਕੁਝ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਲੈ ਕੇ ਥੋੜੇ ਗ੍ਰੇ ਏਰੀਆਜ਼ ਨੇ, ਨਾਟ ਰੈਲੇਵੈਂਟ ਫॉर ਆਰ ਡਿਸਕਸ਼ਨ, ਜਸਟ ਮੈਂ ਕਹਿਣਾ ਚਾਹ ਰਿਹਾ ਸੀ। ਉਸ ਤੋਂ ਇਲਾਵਾ ਜਿਹੜੀਆਂ ਡਿਸਪਲਿਨਰੀ ਪਾਵਰਸ ਨੇ, ਉਹ ਵੀ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ ਸਾਡੇ ਕੋਲ ਆਪ ਕੋਲ ਹੁੰਦੀਆਂ। ਇੱਕ ਇਹਦੇ 'ਚ ਜਜਮੈਂਟ ਹੈਗੀ ਹੈ PA ਇਨਾਮਦਾਰ ਵਰਸਸ ਸਟੇਟ ਆਫ ਮਹਾਰਾਸ਼ਟਰਾ,
ਉਹਦੇ 'ਚ ਜਿਹੜਾ ਰਿਜ਼ਰਵੇਸ਼ਨ ਦਾ ਪੁਆਇੰਟ ਹੈਗਾ ਕਿ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ 'ਚ ਮੈਂਡੇਟਰੀ ਹੋਏਗਾ ਨਹੀਂ ਹੋਏਗਾ, ਉਹ ਪੁਆਇੰਟ ਡਿਸਕਸ ਕੀਤਾ ਹੋਇਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਪੋਲਿਸੀ ਆਫ ਰਿਜ਼ਰਵੇਸ਼ਨ ਜਿਹੜੀ ਐਡਮਿਸ਼ਨਸ ਫॉर द ਪਰਪਸਿਸ ਆਫ ਐਡਮਿਸ਼ਨ ਜਿਹੜੀ ਹੈਗੀ ਹੈ, ਉਹਨੂੰ ਤੁਸੀਂ ਹਾਰਡ ਐਂਡ ਫਾਸਟ ਅਨਕੁਆਲੀਫਾਈਡ ਅਪਲਾਈ ਨਹੀਂ ਕਰ, ਐਪਲੀਕੇਬਲ ਨਹੀਂ ਹੋਊਗੀ ਇਹਨਾਂ ਮਾਈਨੋਰਿਟੀ ਇੰਸਟੀਟਿਊਸ਼ਨਸ 'ਤੇ। ਸੋ ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਜਿਹੜੇ ਸਾਰੇ ਰਾਈਟਸ ਹੈਗੇ ਨੇ, ਜਿਵੇਂ ਮੋਟੇ ਇਹਨਾਂ ਨੂੰ ਕਲੱਬ ਕਰਕੇ ਇੱਕ ਗੱਲ ਕਰਾਂ ਤੇ ਆਰਟੀਕਲ 30 ਔਰ ਸੈਕਸ਼ਨ 2G ਜਿਸ ਤਰ੍ਹਾਂ ਮੈਂ ਆਖਿਆ NCMEI ਐਕਟ ਦਾ, ਉਹਦੇ 'ਚੋਂ ਮਾਈਨੋਰਿਟੀਜ਼ ਨੂੰ ਖੁਦ ਮੁਖਤਿਆਰ ਇਹ ਸਾਰੇ ਜਿਹੜੇ ਨੇ ਅਧਿਕਾਰ ਦਿੱਤੇ। ਠੀਕ ਹੈ। ਇੱਕ ਕੁਐਸਚਨ ਵੀਰ ਜੀ ਕਿਸੇ ਨੇ ਪੁੱਛਿਆ ਮੈਨੂੰ ਇੱਧਰ, ਮੈਨੂੰ ਪਤਾ ਨਹੀਂ ਕਿ ਇਸ ਤੇ ਮਤਲਬ ਅਸੀਂ ਇਸ ਟਾਈਮ ਜਵਾਬ ਦੇ ਸਕਦੇ ਨਹੀਂ, ਬਾਈ ਚਾਂਸ ਅਗਰ ਅਸੀਂ ਜਵਾਬ ਦੇ ਸਕਦੇ ਹਾਂ ਤੇ ਉਹ ਕਹਿੰਦੇ ਕੈਨ ਵੀ ਡਰਾਈਵ ਬਾਈਕ ਵਿਦ ਟਰਬਨਸ ਇਨ ਆਸਟ੍ਰੇਲੀਆ ਇਫ ਯੂ ਹੈਵ ਐਨੀ ਇਨਫੋਰਮੇਸ਼ਨ ਜਸਟ। ਮੈਂ ਵੀਰ ਜੀ ਇਸ ਤੇ ਮੈਂ ਤੁਹਾਨੂੰ ਦੱਸਦਾ, ਆਸਟ੍ਰੇਲੀਆ 'ਚ ਕੁਝ ਪਾਰਟਿਕੂਲਰ ਲਾਅ ਹੈਗਾ ਇਸ ਪੁਆਇੰਟ ਤੇ, ਆਲਦੋ ਮੈਂ ਕਿਉਂਕਿ ਇਸ ਡਿਸਕਸ਼ਨ 'ਚ ਮੈਂ ਕੈਨੇਡਾ ਔਰ UK ਔਰ ਇੰਡੀਆ ਨੂੰ ਲੈ ਕੇ ਮੈਂ ਪੈਰਾਮੀਟਰਸ ਲੈ ਕੇ ਚੱਲਿਆ ਸੀਗਾ, ਬਟ ਦੈਟਸ ਅ ਵੈਰੀ ਰਿਲੇਵੈਂਟ ਕੁਐਸਚਨ। ਮੈਂ ਵਾਟ ਆਈ ਕੈਨ ਡੂ ਇਜ਼, ਮੈਂ ਇਸ ਸਟੇਜ ਤੇ ਆਈ ਕੈਨ ਨਾਟ ਗਿਵ ਹਿਮ ਅ ਡੈਫੀਨਿਟ ਆਂਸਰ, ਬਟ ਆਈ ਕੈਨ ਗੈਟ ਬੈਕ ਟੂ ਯੂ ਔਨ ਦਿਸ। No, we will. Drop your message. मेरे भी बहुत सारे सवाल ने, आज ਅਸੀਂ ਵੀ ਆਲਮੋਸਟ ਔਨ ਦੀ ਸਾਡਾ ਟਾਈਮ ਖਤਮ ਹੋਣ ਵਾਲਾ ਹੈ। So ਮੈਨੂੰ but I'll definitely get back to you on this। मैं ਮੈਨੂੰ ਵੀ ਕੋਈ ਸਿੱਖਣ ਨੂੰ ਜ਼ਰੂਰ ਮਿਲੇਗਾ ਸੈਸ਼ਨ ਵਿਦ ਯੂ, ਕਿਉਂਕਿ ਮੇਰੇ ਵੀ ਹਲੇ ਬਹੁਤ ਸਾਰੇ ਕੁਐਸਚਨਸ ਅਨਆਂਸਰਡ ਨੇ ਤੁਹਾਡੇ ਨਾਲ, ਅਸੀਂ ਨੈਕਸਟ ਸੈਸ਼ਨ ਵਿੱਚ ਲਵਾਂਗੇ। ਮੈਂ ਮਤਲਬ ਰਿਕੁਐਸਟ ਹੈ ਮੇਰੀ ਹੈ ਕਿ ਤੁਹਾਡੇ ਕੋਲ ਅਸੀਂ ਫ੍ਰੀ ਟਾਈਮ ਲੈਣਾ ਹੈ, ਇੱਕ ਲਾਸਟ ਕੁਐਸਚਨ ਅਸੀਂ ਲੈ ਲੈਂਦੇ ਹਾਂ ਐਂਡ ਦੈਨ ਵੀ ਵਿਲ the charters giving special rights to minorities and Sikhs, ਇਸ ਦੇ ਉੱਤੇ ਕੁਝ ਅਸੀਂ ਆਪਣੀ ਗੱਲ ਕਰਨਾ ਚਾਹੁੰਦੇ ਕਿ ਉਹ ਕਿਹੜੇ ਸਪੈਸ਼ਲ ਚੀਜ਼ਾਂ ਨੇ ਸਾਡੇ ਲਈ। ਹਾਂਜੀ, ਮੈਂ ਤੁਹਾਡੇ ਚਾਰਟਰ ਦੀ ਗੱਲ ਦੱਸ ਦਿੰਦਾ। ਜਿਵੇਂ ਇਹਨੂੰ ਵੈਸਟਰਨ ਕੰਟਰੀਜ਼ ਜਿਸ ਵਰਡ ਨੂੰ ਚਾਰਟਰ ਕਹਿੰਦੇ ਨੇ, ਇੱਥੇ ਉਹ ਪਾਰਟ 3 ਆਫ ਫੰਡਾਮੈਂਟਲ ਰਾਈਟਸ, ਜਿਹੜਾ ਪਾਰਟ 3 ਆਫ ਕਨਸਟੀਟਿਊਸ਼ਨ ਹੈਗਾ ਉਹ ਹੈਗਾ। ਵੈਸੇ ਪਾਰਟ 3 ਇਹ ਜਾਂਦਾ 12 ਤੋਂ ਲੈ ਕੇ 35 ਤੱਕ ਆਰਟੀਕਲਸ 'ਚ, ਬਟ ਸਪੈਸੀਫਿਕਲੀ ਡੀਲਿੰਗ ਵਿਦ ਮਾਈਨੋਰਿਟੀ ਆਰਟੀਕਲ 25 ਜਿਹੜੇ ਬਾਕੀ ਸਾਰਿਆਂ ਦੇ ਲਾਗੂ ਹੁੰਦੇ ਨੇ, 12 to 35 ਮਾਈਨੋਰਿਟੀਜ਼ ਤੇ ਲਾਗੂ ਹੁੰਦਾ। ਜਿਹੜਾ ਸਪੈਸੀਫਿਕ ਪੋਰਸ਼ਨ ਪਾਰਟ 3 ਦਾ ਹੈਗਾ ਉਹ ਆਰਟੀਕਲ 25 ਤੋਂ ਸ਼ੁਰੂ ਹੋ ਜਾਂਦਾ ਔਰ ਆਰਟੀਕਲ 30 ਤੱਕ ਜਾਂਦਾ ਹੈਗਾ। ਕਿਰਪਾਨ ਦਾ ਰਾਈਟ ਜਿਸ ਤਰ੍ਹਾਂ ਹੋ ਗਿਆ, ਫਰੀडम ਆਫ ਰਿਲੀਜਨ ਜਿਸ ਤਰ੍ਹਾਂ ਹੋ ਗਈ, ਮਾਈਨੋਰਿਟੀ ਐਜੂਕੇਸ਼ਨ ਇੰਸਟੀਟਿਊਸ਼ਨਸ ਐਡਮਿਨਿਸਟਰ ਔਰ ਐਸਟੈਬਲਿਸ਼ ਕਰਨ ਦਾ ਰਾਈਟ ਹੋ ਗਿਆ, ਉਹਨਾਂ ਦੀ ਗਵਰਨੈਂਸ ਦਾ ਰਾਈਟ ਹੋ ਗਿਆ। ਇਹ ਸਾਰੇ ਤੁਹਾਡੇ 25 ਤੋਂ 30 ਚ ਆਉਂਦੇ ਨੇ। ਮਤਲਬ ਇਹ 6 ਆਰਟੀਕਲਸ ਹੈਗੇ ਨੇ ਜਿਹੜੇ ਸਪੈਸੀਫਿਕਲੀ ਮਾਈਨੋਰਿਟੀ ਦੀ ਫਰੀडम ਆਫ ਰਿਲੀਜਨ, ਪ੍ਰੋਫੈਸ ਐਂਡ ਪ੍ਰੋਪੇਗੇਸ਼ਨ ਆਫ देयर ਰਿਲੀਜਨ, ਕਲਚਰਲ ਜਿਹੜੀਆਂ ਮਾਈਨੋਰਿਟੀਜ਼ ਨੇ, ਲਿੰਗੁਇਸਟਿਕ ਮਾਈਨੋਰਿਟੀਜ਼ ਨੇ, ਉਹਨਾਂ ਦੀ ਪ੍ਰੀਜ਼ਰਵੇਸ਼ਨ, ਉਹਨਾਂ ਦੀ ਪ੍ਰੋਫੈਸ ਔਰ ਪ੍ਰੋਪੇਗੇਸ਼ਨ ਵਾਸਤੇ ਔਰ ਇੰਸਟੀਟਿਊਸ਼ਨਸ ਨੂੰ ਗਵਰਨ ਕਰਨ ਵਾਸਤੇ ਇਹ ਸਪੈਸੀਫਿਕ 6 ਆਰਟੀਕਲਸ ਹੈਗੇ। ਬਹੁਤ ਵਧੀਆ ਇਹਦਾ ਸੈਸ਼ਨ ਰਿਹਾ ਵੀ ਜੀ। ਮੇਰਾ ਮਨ ਨਹੀਂ ਹੈ ਬਟ ਅਸੀਂ ਆਲਮੋਸਟ ਆਪਣੇ 40 ਮਿੰਟ ਤੋਂ ਬਹੁਤ ਉੱਪਰ ਟੱਪ ਗਏ ਤੇ ਮੈਂ ਚਾਹੁੰਦਾ ਇੱਕ ਸੈਸ਼ਨ ਅਸੀਂ ਹੋਰ ਰੱਖਾਂਗੇ ਬਹੁਤ ਜਲਦੀ, ਕਿਉਂਕਿ ਵੀਰੋ ਮੈਂ ਇਸ ਕਰਕੇ ਸੈਸ਼ਨ ਦੀ ਗੱਲ ਮੈਂ ਬਾਰ-ਬਾਰ ਕਰ ਰਿਹਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਲਾਅ ਹੈ ਉਸ ਇੱਕ ਇੰਡੀਵਿਜੂਅਲ ਦੀ ਗਰੋਥ ਲਈ, ਫੈਮਿਲੀ ਦੀ ਗਰੋਥ ਲਈ, ਸਾਡੀ ਸੋਸਾਇਟੀ ਦੀ ਗਰੋਥ ਲਈ, ਸਾਡੇ ਰਿਲੀਜੀਅਸ ਮਾਈਨੋਰਿਟੀਜ਼ ਦੀ ਗਰੋਥ ਲਈ ਬਹੁਤ ਇੰਪੋਰਟੈਂਟ ਹੈ। ਸਾਨੂੰ ਆਪਣੇ ਲਾਜ਼ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੀ ਰਾਈਟਸ ਨੇ, ਕੀ ਸਾਡੀ ਡਿਊਟੀਜ਼ ਨੇ, ਕਿੱਥੇ, ਕਿਉਂਕਿ ਕਈ ਵਾਰ ਨਜਾਇਜ਼ ਦਬਾਇਆ ਜਾਂਦਾ ਹੈ। ਤੁਸੀਂ ਮੰਨੋ ਕੇਸਗੀ ਵਾਲੀ ਕੁੜੀ ਨੂੰ ਕਈ ਵਾਰ ਕਿਸੇ ਸਟੇਟ ਵਿੱਚ ਕਈ ਵਾਰ ਸੁਣਨ ਨੂੰ ਮਿਲਦਾ ਪੁਲਿਸ ਰੋਕ ਲੈਂਦੇ, ਤੁਸੀਂ ਹੈਲਮਟ ਨਹੀਂ ਪਾਇਆ, ਤੇ ਉਹ ਕੁਝ ਨਹੀਂ ਕਹਿ ਪਾਉਂਦੀ। ਇੱਕ ਵਾਰ ਕਹੇਗੀ, ਦੋ ਵਾਰ ਕਹੇਗੀ, ਉਹਨੂੰ ਆਪਣੇ ਆਪ ਹੀ ਕਲੈਰਿਟੀ ਨਹੀਂ ਹੁੰਦੀ। ਕਿਉਂਕਿ ਥੋੜੀ ਕਿਰਪਾ ਕਰੋ, ਲਾਅ ਨੂੰ ਮੈਂ ਵੀ ਇਨਕਲੂਡਿਡ ਹੈ ਇਹਦੇ ਵਿੱਚ, ਲਾਅ ਨੂੰ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ, ਸਾਨੂੰ ਸਾਡੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ, ਸਾਨੂੰ ਸਾਡੇ ਡੋਂਟਸ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਕੀ ਡੋਂਟਸ ਨੇ, ਸਾਡੇ ਕੀ ਲਾਈਨ ਆਫ ਜਿਹੜੀ ਲਾਈਨ ਨੂੰ ਅਸੀਂ ਨਹੀਂ ਕ੍ਰਾਸ ਕਰਨਾ ਹੈ ਉਹ ਕੀ ਹੈ, ਔਰ ਸਾਨੂੰ ਉਸ ਲਾਈਨ ਦੇ ਅੰਦਰ ਕੀ ਰਾਈਟਸ ਮਿਲੇ ਨੇ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਬੇਨਤੀ ਹੈ ਕਿ ਅਸੀਂ ਜਲਦੀ ਹੀ ਜਦ ਵੀ ਤੁਹਾਡੇ ਕੋਲ ਟਾਈਮ ਹੋਏ ਅਸੀਂ ਇੱਕ ਸੈਸ਼ਨ ਹੋਰ ਤੁਹਾਡੇ ਨਾਲ ਪਲਾਨ ਕਰੀਏ ਤਾਂ ਕਿ ਸਾਡੇ ਥੈਂਕ ਯੂ ਸੋ ਮਚ। ਤੇ ਇੱਥੇ ਹੀ ਅੱਜ ਦੇ ਸੈਸ਼ਨ ਦਾ ਵਿਰਾਮ ਹੈ ਜੀ, ਫਿਰ ਬਹੁਤ ਜਲਦੀ ਮੁਲਾਕਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।